हेलो गुड मॉर्निंग स्टूडेंट। अज असी करांगे इलैक्टिव पंजाबी सैकेंड ईयर की पार्ट ए इलैक्टिव पंजाबी क्लास सैकेंड ईयर। ਇਹਦੇ ਵਿੱਚ ਕੰਟੈਂਟ ਹੈਗੇ ਆ ਮੱਧਵ ਕਾਲ ਦੀ ਚੋਣੇ ਪੰਜਾਬੀ ਕਵਿਤਾ ਦੀਆਂ ਵਿਸ਼ੇਸ਼ਤਾਵਾਂ। ਨੰਬਰ 2 ਵਜੀਦ ਦੇ ਸ਼ਲੋਕਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਵਿਸ਼ਾਗਤ ਅਧਿਐਨ। ਨੰਬਰ 3 ਬੁੱਲੇ ਸ਼ਾਹ ਦੀਆਂ ਕਾਫੀਆਂ ਦੀ ਪ੍ਰਸੰਗ ਸਾਹਿਤ ਵਿਆਖਿਆ ਅਤੇ ਵਿਸ਼ਾਗਤ ਅਧਿਐਨ। ਨੰਬਰ 4 ਵਾਰਿਸ ਸ਼ਾਹ ਦੀ ਕਵਿਤਾ ਦੀ ਪ੍ਰਸੰਗ ਸਾਹਿਤ ਵਿਆਖਿਆ ਅਤੇ ਵਿਸ਼ਾਗਤ ਅਧਿਐਨ। ਨੰਬਰ 5 ਹਾਸ਼ਮ ਸ਼ਾਹ ਦੀ ਕਵਿਤਾ ਦੀ ਪ੍ਰਸੰਗ ਸਾਹਿਤ ਵਿਆਖਿਆ ਅਤੇ ਵਿਸ਼ਾਗਤ ਅਧਿਐਨ। ਨੰਬਰ 6 ਸ਼ਾਹ ਮੁਹੰਮਦ ਦੀ ਕਵਿਤਾ ਦੀ ਪ੍ਰਸੰਗ ਸਾਹਿਤ ਵਿਆਖਿਆ ਅਤੇ ਵਿਸ਼ਾਗਤ ਅਧਿਐਨ, ਜਾਣੀ ਕਿ ਉਹਦੇ ਵਿਸ਼ੇ ਦਾ ਅਧਿਐਨ। ਨੰਬਰ 7 ਬਲਵੰਤ ਗਾਰਗੀ ਦਾ ਜੀਵਨ ਰਚਨਾ ਅਤੇ ਪੰਜਾਬੀ ਸਾਹਿਤ ਨੂੰ ਯੋਗਦਾਨ। ਨੰਬਰ 8 ਹੈਗਾ ਨਾਟਕ ਕਣਕ ਦੀ ਬੱਲੀ ਦੀ ਵਾਰਤਾਲਾਪਾਂ ਦੀ ਪ੍ਰਸੰਗ ਸਾਹਿਤ ਵਿਆਖਿਆ, ਕਿ ਜਿਹੜੇ ਵਿੱਚ ਉਹਨਾਂ ਨੇ ਡਾਇਲੌਗ ਬੋਲੇ ਉਹਨਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਦੇਣੀ ਆ। ਨਾਟਕ ਕਣਕ ਦੀ ਬੱਲੀ ਦਾ ਵਿਸ਼ਾ ਅਤੇ ਪਾਤਰ ਚਿੱਤਰਣ। ਔਰ ਨੰਬਰ 10 ਨਾਟਕ ਕਣਕ ਦੀ ਬੱਲੀ ਰੰਗਮੰਚ ਅਨੁਕੂਲਤਾ ਤੇ ਭਾਸ਼ਾ ਸ਼ੈਲੀ। ਸਭ ਤੋਂ ਪਹਿਲੇ ਆਪਾਂ ਇੰਪੋਰਟੈਂਟ ਕੁਐਸਚਨ ਪੜਾਂਗੇ ਬੁੱਲੇ ਸ਼ਾਹ ਦੀਆਂ ਕਾਫੀਆਂ। ਉਹਨਾਂ ਨੇ ਕੁਐਸਚਨ ਪੁੱਛਣਾ ਵਾ ਕਿ ਬੁੱਲੇ ਸ਼ਾਹ ਦੀਆਂ ਜਿੰਨੀਆਂ ਕਾਫੀਆਂ ਤੁਹਾਡੀ ਪੁਸਤਕ ਵਿੱਚ ਦਰਜ ਹਨ ਉਹਨਾਂ ਦੇ ਆਧਾਰ ਤੇ ਕਵਿਤਾ ਦਾ ਵਿਸ਼ਾ ਵਸਤੂ ਤੇ ਜਾਣ ਪਹਿਚਾਣ ਦੱਸੋ। ਕਹਿੰਦਾ ਕਿ ਕੁਐਸਚਨ ਇਵੇਂ ਵੀ ਆ ਸਕਦਾ ਕਿ ਬੁੱਲੇ ਸ਼ਾਹ ਦੀ ਰਚਨਾ ਵਿੱਚ ਮੁਰਸ਼ਦ ਦੀ ਮਹੱਤਤਾ, ਸੰਸਾਰ ਦੀ ਨਾਸ਼ਮਾਨਤਾ ਤੇ ਰੱਬੀ ਇਸ਼ਕ ਰੂਪਮਾਨ ਹਨ। ਉਦਾਹਰਨਾਂ ਸਾਹਿਤ ਚਰਚਾ ਕਰੋ। ਸਭ ਤੋਂ ਪਹਿਲੇ ਜਿਹੜਾ ਬੁੱਲੇ ਸ਼ਾਹ ਸੀ ਇੱਕ ਪ੍ਰਸਿੱਧ ਸੂਫੀ ਕਵੀ ਸੀਗਾ, ਔਰ ਪੰਜਾਬ ਵਿੱਚ ਜਿੱਥੇ ਸ਼ੇਖ ਫਰੀਦ ਜੀ ਦੀ ਰਚਨਾ ਨਾਲ ਪੰਜਾਬੀ ਵਿੱਚ ਸੂਫੀ ਕਾਵਿ ਦਾ ਆਰੰਭ ਹੋਇਆ, ਕਿਉਂਕਿ ਜਿਹੜਾ ਪੰਜਾਬੀ ਸੂਫੀ ਕਾਵਿ ਦਾ ਆਰੰਭ ਸੀ ਉਹ ਬਾਬਾ ਫਰੀਦ ਤੋਂ ਹੋਇਆ ਸੀ, ਸ਼ੇਖ ਫਰੀਦ ਤੋਂ। ਉੱਥੇ ਕਹਿੰਦਾ ਬੁੱਲੇ ਦੀ ਰਚਨਾ ਨਾਲ ਇਹ ਆਪਣੇ ਸ਼ਿਖਰ ਉੱਤੇ ਪਹੁੰਚਿਆ, ਜਾਣੀ ਕਿ ਬੁੱਲੇ ਨੇ ਬਹੁਤ ਸਾਰੀਆਂ ਕਾਫੀਆਂ ਲਿਖੀਆਂ। ਸ਼ੇਖ ਫਰੀਦ ਜਿੱਥੇ ਸ਼ਰਈ ਕਿਸਮ ਦਾ ਸੂਫੀ ਸੀ ਅਤੇ ਸ਼ਾਹ ਹੁਸੈਨ ਦੀ ਤਰ੍ਹਾਂ ਸ਼ਰ੍ਹਾਂ ਦਾ ਵਿਰੋਧ ਕਰਦਾ ਸੀ ਅਤੇ ਨਾ ਹੀ ਪ੍ਰਚਾਰ, ਉੱਥੇ ਬੁੱਲੇ ਸ਼ਾਹ ਦੀ ਕਵਿਤਾਵਾਂ ਵਿੱਚ ਸ਼ਰ੍ਹਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਜਾਣੀ ਕਿ ਜਿਹੜਾ ਫਰੀਦ ਸੀ ਉਹ ਸ਼ਰਈ ਸਫਾਈ ਹੈਗਾ ਸੀ ਕਿਸਮ ਦਾ ਸੂਫੀ, ਸ਼ਰਾਹ ਨੂੰ ਮੰਨਣ ਵਾਲਾ ਸੀ। ਸ਼ਾਹ ਹੁਸੈਨ ਜਿਹੜਾ ਸੀ ਉਹ ਸ਼ਰਾਹ ਨੂੰ ਵਿਰੋਧ ਕਰਦਾ ਸੀ, ਬਟ ਬੁੱਲੇ ਸ਼ਾਹ ਨੇ ਆਪਣੇ ਮਤਲਬ ਪ੍ਰਚਾਰ ਰਾਹੀਂ ਜਿਹੜੀਆਂ ਸ਼ਰਾਹ ਦੀਆਂ ਧੱਜੀਆਂ ਉਡਾਈਆਂ, ਜਾਣੀ ਕਿ ਉਹਦਾ ਨਿੰਦਿਆ ਕੀਤੀ। ਕਹਿੰਦਾ ਡਾਕਟਰ ਦੀਵਾਨ ਸਿੰਘ ਤੇ ਡਾਕਟਰ ਬਿਕਰਮ ਸਿੰਘ ਘੁਮਾਨ ਨੇ ਇੱਕ ਸੰਗ੍ਰਹਿ ਵਿੱਚ ਬੁੱਲੇ ਸ਼ਾਹ ਦੀਆਂ 156 ਕਾਫੀਆਂ ਦਿੱਤੀਆਂ ਹਨ। ਟੋਟਲ ਇਹਦੀਆਂ ਕਾਫੀਆਂ ਹੈਗੀਆਂ ਸੀ 156। ਔਰ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ 99 ਕਾਫੀਆਂ ਦੱਸੀਆਂ। ਬਟ ਜੇਕਰ ਕੁਐਸਚਨ ਆ ਜਾਏ ਨਾ ਕਿ ਬੁੱਲੇ ਸ਼ਾਹ ਦੀਆਂ ਕਿੰਨੀਆਂ ਕਾਫੀਆਂ, ਤਾਂ ਤੁਸੀਂ 156 ਹੀ ਲਿਖਣੀਆਂ। ਇੱਕ 12ਵਾਂ, ਇੱਕ ਸਤਵਾਰਾਂ ਦੇ ਹਫ਼ਤੇ ਦੇ ਦਿਨ, ਕੁਝ ਦੋਹੜੇ ਦਿੱਤੇ ਹਨ। ਇਹਨਾਂ ਤੋਂ ਬਿਨਾਂ ਬੁੱਲੇ ਸ਼ਾਹ ਨੇ 3 ਸ਼ਿਹਰਫੀਆਂ ਤੇ ਗੰਢਾਂ ਦੀ ਰਚਨਾ ਵੀ ਕੀਤੀ। ਅਸਲ ਵਿੱਚ ਬੁੱਲੇ ਸ਼ਾਹ ਦੇ ਬਹੁਤ ਹਰਮਨ ਪਿਆਰਾ ਹੋਣ ਕਰਕੇ ਉਸ ਦੀ ਰਚਨਾ ਵਿੱਚ ਬਹੁਤ ਸਾਰਾ ਰਲਾ ਪੈ ਗਿਆ ਹੈ ਤੇ ਉਸ ਦੀਆਂ ਰਚਨਾਵਾਂ 'ਚ ਬਹੁਤ ਸਾਰਾ ਪਾਠ ਭੇਦ ਮਿਲਦਾ ਹੈ। ਪਰੰਤੂ ਸਾਡੀ ਪਾਠ ਪੁਸਤਕ ਦੇ ਸੰਪਾਦਕਾਂ ਨੇ ਇਸ ਪੁਸਤਕ ਵਿੱਚ ਕੇਵਲ 12 ਕਾਫੀਆਂ ਹੀ ਦਿੱਤੀਆਂ ਹਨ, ਯਾਨੀ ਕਿ 156 ਕਾਫੀਆਂ ਵਿੱਚੋਂ ਸਿਰਫ 12 ਕਾਫੀਆਂ ਪੁਸਤਕ ਦੇ ਵਿੱਚ ਨੇ। ਕਹਿੰਦਾ ਜਿਹੜੀ ਬੁੱਲੇ ਸ਼ਾਹ ਦੀ ਵਿਚਾਰਧਾਰਾ ਸੀ ਨਾ, ਇਹਦੇ 3 ਪੜਾਅ ਸੀਗੇ। ਪਹਿਲੇ ਪੜਾਅ ਵਿੱਚ ਉਹ ਸ਼ਰਾਹ ਦਾ ਪਾਬੰਦ ਸੀ ਤੇ ਉਸ ਦੇ ਨਿਯਮਾਂ ਦੀ ਪਾਲਣਾ ਸੰਬੰਧੀ ਵਿਚਾਰ ਪ੍ਰਗਟ ਕਰਦਾ, ਔਰ ਦੂਸਰੇ ਪੜਾਅ ਵਿੱਚ ਉਹ ਸ਼ੁਹਰਤ ਦੇ ਵਿਛੋੜੇ ਨਾਲ ਸੰਬੰਧਿਤ ਹੈ। ਉਸ ਦੀ ਕਵਿਤਾ ਉਸ ਦੇ ਮੁਰਸ਼ਦ ਦੇ ਮਿਲਾਪ ਲਈ ਤੜਫ ਤੇ ਮਿਲਾਪ ਦੀ ਖੁਸ਼ੀ ਦਾ ਵਰਣਨ ਹੈ। ਤੀਜੇ ਪੜਾਅ ਉਸ ਦੇ ਮੁਰਸ਼ਦ ਦੇ ਚਲਾਣੇ ਮਗਰੋਂ ਆਰੰਭ ਹੁੰਦਾ ਹੈ, ਜਦੋਂ ਉਹ ਰੱਬ ਦੀ ਇੱਕ ਮਿੱਕ ਦਾ ਅਨੁਭਵ ਕਰਦਾ ਹੈ ਤੇ ਸ਼ਰਾਹ ਦੀਆਂ ਧੱਜੀਆਂ ਉਡਾਉਂਦਾ ਹੈ। ਸਾਡੀ ਪਾਠ ਪੁਸਤਕ ਵਿੱਚ ਸੰਗ੍ਰਹਿਤ ਉਸ ਦੀਆਂ ਕਾਫੀਆਂ ਦੇ ਵਿਸ਼ਿਆਂ ਦੇ ਸੰਬੰਧ ਦਾ ਮੁੱਖ ਰੂਪ ਉਸ ਦੇ ਮੁਰਸ਼ਦ ਦੇ ਵਿਛੋੜੇ, ਜਿੰਨੀਆਂ ਵੀ ਕਾਫੀਆਂ ਬੁੱਕ ਵਿੱਚ ਦਿੱਤੀਆਂ ਉਹ ਮੁਰਸ਼ਦ ਦੇ ਵਿਛੋੜੇ ਦੀ ਤਾਂਘ, ਵਿਛੋੜੇ ਵਿੱਚ ਉਸਦੇ ਮਿਲਾਪ ਦੀ ਤਾਂਘ ਦੇ ਆਧਾਰ ਤੇ ਲਿਖੀਆਂ। ਕਹਿੰਦਾ ਇਹਦੀਆਂ ਜਿਹੜੀਆਂ ਵਿਸ਼ਾ ਕੀ ਸੀ, ਰੱਬੀ ਇਸ਼ਕ ਨੂੰ ਇਹਨੇ ਬਹੁਤ ਅਹਿਮੀਅਤ ਦਿੱਤੀ, ਜਿਹਨੂੰ ਆਪਾਂ ਇਸ਼ਕ ਹਕੀਕੀ ਕਹਿੰਦੇ ਹਾਂ। ਬੁੱਲੇ ਸ਼ਾਹ ਨੇ ਇੱਕ ਹੋਰ ਕਾਫੀ ਰੱਬੀ ਇਸ਼ਕ ਨੂੰ ਲਹੂ ਪੀਣ ਵਾਲਾ ਤੇ ਗੋਮਤ ਚਰਨ ਵਾਲਾ ਕਿਹਾ ਹੈ, ਕਿਉਂਕਿ ਜਿਹਦਾ ਪ੍ਰਮਾਤਮਾ ਨਾਲ ਇਸ਼ਕ ਪੈ ਜਾਂਦਾ ਵਾ ਉਹਦਾ ਦਿਨੋ ਦਿਨ ਲਹੂ ਜਿਹੜਾ ਪੀਤਾ ਜਾਂਦਾ ਉਹ ਤੜਫ ਵਿੱਚ ਰੋਜ਼ ਮਰਦਾ।
ਇਸ਼ਕ ਦੇ ਜਾਬਰ ਸ਼ੁਬਾ ਨੂੰ ਜਾਣਦਾ ਹੋਇਆ ਉਹ ਬੁੱਲੇ ਸ਼ਾਹ ਇਸ ਨੂੰ ਅਪਣਾ ਕੇ, ਇਸ ਨੂੰ ਛੁਪਾ ਕੇ ਨਹੀਂ ਰੱਖਦਾ। ਨਾਲ ਉਹਨੇ ਆਪਣੀ ਇੱਕ ਕਾਫੀ ਲਿਖੀ, ਹੁਣ ਕਹਿ ਥੈ ਆਪ ਛਪਾਈਦਾ, ਹੁਣ ਕਹਿ ਥਾ ਆਪ ਲੁਕਾਈਦਾ। ਅੱਗੇ ਹੈਗਾ ਵਾ ਮੁਰਸ਼ਿਦ ਵਿਛੋੜੇ ਦੇ ਮਿਲਾਪ ਦੀ ਤਾਂਘ। ਬੁੱਲੇ ਨੂੰ ਸ਼ਰਾਂ ਤੋਂ ਬਾਗੀ ਹੁੰਦਿਆਂ ਦੇਖ ਕੇ ਉਸਦੇ ਮੁਰਸ਼ਿਦ ਉਸ ਨਾਲ ਨਾਰਾਜ਼ ਹੋ ਗਿਆ ਤੇ ਉਸਨੇ ਬੁੱਲੇ ਸ਼ਾਹ ਨੂੰ ਮੂੰਹ ਲਾਉਣਾ ਬੰਦ ਕਰ ਦਿੱਤਾ। ਉਸਦੇ ਵਿਛੋੜੇ ਵਿੱਚ ਬੁੱਲੇ ਸ਼ਾਹ ਤੜਫ ਉੱਠਿਆ ਤੇ ਉਸਨੇ ਆਪਣੇ ਇਹਨਾਂ ਦੁੱਖਾਂ ਭਰੇ ਭਾਵਾਂ ਨੂੰ ਆਪਣੀਆਂ ਬਹੁਤ ਸਾਰੀਆਂ ਕਾਫੀਆਂ ਵਿੱਚ ਦਰਜ ਕੀਤਾ ਜਾਂ ਅੰਕਿਤ ਕੀਤਾ। ਇਹ ਇਹਦੀ ਕਾਫੀ ਬਹੁਤ ਹੀ ਫੇਮਸ ਜੋ ਬੱਸ ਕਰ ਜੀ ਹੁਣ ਬੱਸ ਕਰ ਜੀ, ਕਾਈ ਗੱਲ ਅਸਾਂ ਨਾਲ ਹੁਸ ਕਰ ਜੀ, ਤੁਸੀਂ ਮੋਇਆਂ ਨੂੰ ਮਾਰਨਾ ਮੁੱਕਦਾ ਸੈ, ਫੜ ਖੁੱਦੋ ਵਾਂਗ ਕੁੱਟਦਾ ਸੈ, ਹੁਣ ਤੀਰ ਲਗਾਇਓ ਕੱਸ ਕਰ ਜੀ। ਇਹਦੀ ਇੰਪੋਰਟੈਂਟ ਜੇ ਜੇਕਰ ਬਾਈ ਦਾ ਵੇ ਕੋਈ ਪ੍ਰਸੰਗ ਸਹਿਤ ਵਿਆਖਿਆ ਪੁੱਛਦੇ ਤੇ ਇਹਦੀ ਆ ਸਕਦੀ ਆ ਮੁਰਸ਼ਿਦ ਦੀ ਮਹਿਮਾ। ਇਹਨੇ ਮੁਰਸ਼ਿਦ ਦੀ ਬਹੁਤ ਜ਼ਿਆਦਾ ਮਹਿਮਾ ਗਾਈ ਹੈ। ਮੁਰਸ਼ਿਦ ਹੁੰਦਾ ਗੁਰੂ। ਮੁਰਸ਼ਿਦ ਤੋਂ ਬਿਨਾਂ ਮਨੁੱਖ ਭਟਕਦਾ ਰਹਿੰਦਾ ਹੈ। ਉਹ ਮਨੁੱਖ ਨੂੰ ਧਾਰਮਿਕ ਕਰਮਕਾਂਡ ਦੇ ਵਿੱਚ ਜਿਹੜਾ ਚਿੱਕੜ ਵਿੱਚੋਂ ਕੱਢ ਕੇ ਰੱਬ ਦੀ ਭਗਤੀ ਦਾ ਸਿੱਧਾ ਰਾਹ ਦਿਖਾ ਦਿੰਦਾ ਹੈ। ਉਸ ਦੇ ਗਿਆਨ ਉਪਦੇਸ਼ ਨਾਲ ਰੱਬ ਬੁੱਕਲ ਵਿੱਚ ਵਸਦਾ ਅਨੁਭਵ ਹੋਣ ਲੱਗਦਾ ਹੈ। ਇਹਦੇ ਵਿੱਚ ਵੀ ਉਹਨੇ ਇੱਕ ਕਵਿਤਾ ਬੋਲੀ ਹੈ, ਪੀਰ ਪੀਰਾਂ ਬਗਦਾਦ ਸਾਡਾ, ਮੁਰਸ਼ਿਦ ਤਖਤ ਲਾਹੌਰ, ਉਹ ਅਸੀਂ ਸਭ ਇੱਕੋ ਕੋਈ, ਆਪ ਗੁੱਡੀ ਆਪ ਡੋਰ। ਸਰਾਂ ਦੇ ਕਰਮਕਾਂਡ ਦਾ ਖੰਡਨ। ਕਹਿੰਦਾ ਆਪਣੀ ਬੁੱਕਲ ਵਿੱਚ ਚੋਰ ਨੂੰ ਪਾ ਲੈਣ ਨਾਲ ਬੁੱਲੇ ਸ਼ਾਹ ਸਰਾਂ ਅਤੇ ਧਾਰਮਿਕ ਕਰਮਕਾਂਡ ਦਾ ਵਿਰੋਧੀ ਹੋ ਜਾਂਦਾ ਤੇ ਕਹਿੰਦਾ ਹੈ, ਉਮਰ ਗਵਾਈ ਵਿੱਚ ਮਸੀਤੀ, ਅੰਦਰ ਭਰਿਆ ਨਾਲ ਪ੍ਰੀਤੀ, ਕਦੇ ਨਮਾਜ਼ ਵਹਿਦਤ ਨਾ ਕੀਤੀ, ਹੁਣ ਕਿਉਂ ਚਰਨਾਂ ਦੇ ਤਾੜੋ ਤਾੜ, ਇਸ਼ਕ ਦੀ ਨੀਵੀਓਂ ਨਵੀਂ ਬਹਾਰ। ਇਹ ਵੀ ਉਹਦੀ ਇੰਪੋਰਟੈਂਟ ਆ, ਰੱਬੀ ਵਿਛੋੜਾ ਤੇ ਮਿਲਾਪ ਦੀ ਤਾਂਘ। ਬੁੱਲਾ ਸਭ ਪ੍ਰਕਾਰ ਦੇ ਕਰਮਕਾਂਡ ਨੂੰ ਤਿਲਾਜਲੀ ਦੇ ਕੇ ਪ੍ਰਭੂ ਦੇ ਵਿਛੋੜੇ ਵਿੱਚ ਤੜਫਦਾ ਹੋਇਆ ਉਸਦੇ ਮਿਲਾਪ ਦੀ ਤਾਂਘ ਕਰਦਾ ਹੈ। ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਮੈਥੋਂ ਕੱਤਿਆ ਮੂਲ ਨਾ ਜਾਵੇ। ਇਹ ਵੀ ਉਹਦੀ ਇੰਪੋਰਟੈਂਟ ਆ। ਪ੍ਰਭੂ ਭਗਤੀ ਵਿੱਚ ਰੰਗਿਆ ਬੁੱਲਾ ਉਸ ਨਾਲ ਇੱਕਮਿਕ ਹੋ ਜਾਂਦਾ ਹੈ ਤੇ ਅਦਭੁਤਵਾਦ ਦੀ ਵਿਸਮਾਦੀ ਅਵਸਥਾ ਵਿੱਚ ਪੁੱਜ ਜਾਂਦਾ ਹੈ। ਜਦੋਂ ਉਹਨੂੰ ਲੱਗਦਾ ਹੈ ਕਿ ਮੈਂ ਮੁਰਸ਼ਿਦ ਨੂੰ ਮਿਲ ਲਿਆ ਤੇ ਫਿਰ ਉਹਨੇ ਕਵਿਤਾ ਜਿਹੜੀ ਆਪਣੀ ਕਾਫੀ ਸੀ ਉਹ ਇਸ ਤਰ੍ਹਾਂ ਲਿਖੀ, ਹੁਣ ਮੈਂ ਵਹਿਦਤ ਵਿੱਚ ਪਾਰ ਪਾਇਆ, ਵਾਸਾ ਹੈਰਤ ਦੇ ਸੰਗ ਆਇਆ, ਹੁਣ ਮੈਂ ਜੰਮਣ ਮਰਨ ਅੰਜਾਇਆ, ਆਪਣੀ ਸੁਧ ਬੁੱਧ ਰਹੀ ਨਾ ਕਾਈ, ਮੈਂ ਵਿੱਚ ਮੈਂ ਨਹੀਂ ਰਿਹਾ ਜਾਈ। ਕਹਿੰਦਾ ਇਸ ਤਰ੍ਹਾਂ ਉਹ ਸਭ ਪਾਸੇ ਰੱਬ ਦੀ ਹੋਂਦ ਨੂੰ ਅਨੁਭਵ ਕਰਦਾ ਤੇ ਉਸ ਨੂੰ ਮਨੁੱਖੀ ਜੀਵਨ ਦੀ ਸਾਰੀ ਅਸਲੀਅਤ ਦਾ ਗਿਆਨ ਹੋ ਜਾਂਦਾ, ਜਿਸ ਕਾਰਨ ਉਸ ਵਿੱਚੋਂ ਹਉਮੈ ਦਾ ਪੂਰਨ ਰੂਪ ਵਿੱਚ ਖਾਤਮਾ ਹੋ ਜਾਂਦਾ ਤੇ ਉਹ ਰੱਬ ਵਿੱਚ ਲੀਨ ਹੋ ਜਾਂਦਾ ਬੁੱਲੇ ਸ਼ਾਹ। ਕਹਿੰਦਾ ਇਸ ਪ੍ਰਕਾਰ ਅਸੀਂ ਆਪਣੀ ਪਾਠ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀਆਂ ਕਾਫੀਆਂ ਵਿੱਚ ਉਸਦੀ ਵਿਚਾਰਧਾਰਾ ਦੇ ਮੁੱਖ ਪੱਖਾਂ ਦੀ ਝਲਕ ਨੂੰ ਦੇਖਦੇ ਹਾਂ। ਇਸ ਵਿੱਚੋਂ ਸਾਨੂੰ ਉਸ ਦੀ ਸੂਫੀ ਰਹੱਸਵਾਦੀ ਦੇ ਵਿਚਾਰਧਾਰਾ ਦੇ ਵੱਖ-ਵੱਖ ਪੜਾਅ ਦਾ ਭਲੀ ਭਾਂਤ ਗਿਆਨ ਹੁੰਦਾ ਹੈ। ਇਸ ਤਰ੍ਹਾਂ ਜਿਹੜਾ ਬੁੱਲੇ ਸ਼ਾਹ ਸੀ ਇੱਕ ਸੁਧਾਰਵਾਦੀ ਹੈ। ਬੁੱਲੇ ਸ਼ਾਹ ਦੀ ਰਚਨਾ ਦੇ ਛੰਦ ਦਾ ਰੂਪ ਕਾਫੀ ਹੈ। ਇਸ ਵਿੱਚ ਕਵਾਲੀ ਦਾ ਸੰਗੀਤ ਹੈ ਔਰ ਬੁੱਲੇ ਦੇ ਖਿਆਲਾਂ ਵਿੱਚ ਗੰਭੀਰਤਾ ਦਾ ਇੱਕ ਤੀਬਰ ਵੇਗ ਹੈ, ਕਿਉਂਕਿ ਉਹਨੇ ਵਿਛੋੜੇ ਵਾਲੀਆਂ ਹੀ ਸਾਰੀਆਂ ਕਾਫੀਆਂ ਲਿਖੀਆਂ ਸੀ। ਔਰ ਜੂੰ ਤਿੰਨ ਪੜਾਅ, ਪਹਿਲੇ ਪੜਾਅ ਵਿੱਚ ਉਹ ਵਿਛੜਦਾ, ਦੂਜੇ ਨਾਲ ਉਹ ਮਿਲਣ ਦੀ ਕੋਸ਼ਿਸ਼ ਕਰਦਾ, ਤੀਸਰੇ ਦੇ ਵਿੱਚ ਉਹ ਮਿਲ ਪੈਂਦਾ। ਇਸ ਤਰ੍ਹਾਂ ਉਹਨੇ ਕਵਿਤਾਵਾਂ ਲਿਖੀਆਂ ਔਰ ਉਹ ਜੀਵਨ ਦਾ ਕੱਟੜ ਵਿਰੋਧੀ ਹੈ। ਅੱਗੇ ਹੈਗਾ ਵਜੀਦ। ਵਜੀਦ ਦੇ ਸਲੋਕਾਂ ਦੇ ਆਧਾਰ ਤੇ ਉਸਦੀ ਵਿਚਾਰਧਾਰਾ ਬਾਰੇ ਜਾਣਕਾਰੀ ਦਿਓ। ਜਾਂ ਫਿਰ ਕੁਐਸਚਨ ਐਵੇਂ ਹੁੰਦਾ ਕਿ ਤੁਹਾਡੀ ਪਾਠ ਪੁਸਤਕ ਵਿੱਚ ਵਜੀਦ ਦੇ ਜੋ ਸਲੋਕ ਦਰਜ ਹਨ ਉਹਨਾਂ ਦੇ ਆਧਾਰ ਤੇ ਉਸਦੀ ਰਚਨਾ ਦੀ ਵਿਸ਼ੇ ਵਸਤੂ ਨਾਲ ਜਾਣ ਪਹਿਚਾਣ ਕਰਾਓ। ਵਜੀਦ ਦਾ ਜਨਮ 1718 ਈਸਵੀ ਵਿੱਚ ਕਾਬਲ ਵਿਖੇ ਇੱਕ ਪਠਾਨ ਘਰਾਣੇ ਵਿੱਚ ਹੋਇਆ। ਉਹ ਪਹਿਲਾਂ ਫੌਜ ਵਿੱਚ ਰਿਹਾ ਤੇ ਫਿਰ ਕਿਸੇ ਦਾਦੂ ਦੇ ਸੰਪਰਕ ਵਿੱਚ ਆਉਣ ਕਰਕੇ ਉਹ ਤਿਆਗੀ ਬਣ ਗਿਆ। ਵਜੀਦ ਸੰਤ ਕਵੀ। ਕਹਿੰਦਾ ਕਿ ਜਿਹੜਾ ਵਜੀਦ ਹੈ ਉਹ ਮੱਧਕਾਲ ਦਾ ਹਰਮਨ ਪਿਆਰਾ ਸੰਤ ਕਵੀ ਹੋਇਆ। ਪੰਜਾਬੀ ਲੋਕ ਧਾਰਾ ਵਿੱਚ ਉਹਨਾਂ ਦਾ ਸਥਾਨ ਬੜਾ ਉੱਚਾ ਹੈ। ਆਪ ਦੁਆਰਾ 14 ਗ੍ਰੰਥ ਦੀ ਰਚਨਾ ਕੀਤੀ ਦੱਸੀ ਜਾਂਦੀ, ਯਾਨੀ ਕਿ ਇਹਨੇ 14 ਗ੍ਰੰਥ ਲਿਖੇ। ਫਿਰ ਬਾਅਦ ਵਿੱਚ ਇਹਨੇ ਪੰਜਾਬੀ ਵਿੱਚ ਸਲੋਕ, ਤੱਤੀਏ ਦੇ ਸ਼ਬਦਾਂ ਅਤੇ ਮਾਝ ਦੀ ਰਚਨਾ ਕੀਤੀ। ਮੱਧਕਾਲੀਨ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਵਿੱਚ ਆਪ ਦੇ ਕੁਝ ਸਲੋਕ ਤੇ ਤੱਤੀਏ ਦਰਜ ਹਨ। ਇਹਨਾਂ ਦੀ ਕੁੱਲ ਗਿਣਤੀ 30 ਹੈ। ਤੁੱਤੀਏ। ਇੱਥੇ ਸਲੋਕਾਂ ਵਿੱਚ ਵਜੀਦ ਜੀ ਨੇ ਆਪਣੀ ਬਾਣੀ ਦੇ ਵਿਸ਼ੇ ਵਿੱਚ ਭਿੰਨ ਭਿੰਨ ਪੱਖ ਦੀ ਸੁੰਦਰਤਾ
ਸਵ-ਸੰਦਤਾ, ਸੰਸਾਰ ਦੀ ਨਾਸ਼ਮਾਨਤਾ, ਪ੍ਰਭੂ ਭਗਤੀ, ਨੇਕ ਅਮਲਾਂ ਤੇ ਜੋਰ, ਹਉਮੈ ਦਾ ਤਿਆਗ ਤੇ ਸਰਬ ਸਾਂਝ ਆਦਿ ਉਸ ਦੀਆਂ ਰਚਨਾਵਾਂ ਦੇ ਵਿਸ਼ੇ ਹਨ। ਜਾਣੀ ਕਿ ਉਹ ਕੀ ਕਹਿਣਾ ਚਾਹੁੰਦਾ ਸੀ ਕਿ ਸੰਸਾਰ ਨੇ ਹਮੇਸ਼ਾ ਵਾਸਤੇ ਨਾਸ਼ਮਾਨ ਹੋ ਜਾਣਾ, ਖਤਮ ਹੋ ਜਾਣਾ, ਸਿਰਫ ਇੱਕ ਪਰਮਾਤਮਾ ਦਾ ਨਾਮ ਰਹਿਣਾ। ਇਸ ਕਰਕੇ ਪਰਮਾਤਮਾ ਦੀ ਭਗਤੀ ਕਰੋ, ਨੇਕ ਆਚਰਨ ਤੇ ਚੱਲੋ, ਨੇਕ ਕੰਮ ਕਰੋ ਔਰ ਆਪਣੇ ਵਿੱਚੋਂ ਹਉਮੈ ਦਾ ਤਿਆਗ ਕਰੋ ਔਰ ਸਾਰਿਆਂ ਨਾਲ ਸਾਂਝ ਬਣਾ ਕੇ ਰੱਖੋ, ਇੱਕ ਦੂਜੇ ਨਾਲ ਮਿਲ ਜੁਲ ਕੇ ਰੱਖੋ। ਰੱਬੀ ਭਾਣਾ ਕਹਿੰਦਾ ਕਿ ਜਿਹੜਾ ਸੰਤ ਵਜੀਦ ਸੀਗਾ, ਉਹਦੀ ਕਵਿਤਾ ਦਾ ਮੁੱਖ ਵਿਸ਼ਾ ਰੱਬ ਦੇ ਭਾਣੇ ਦੀ ਸਵ-ਸੰਦਤਾ ਅਰਥਾਤ ਆਪ ਮੁਹਾਰਾਪਨ ਹੈ। ਉਹਦੇ ਮੁਤਾਬਕ ਜੋ ਵੀ ਸਾਡੇ ਨਾਲ ਕੰਮ ਹੁੰਦੇ ਨੇ ਉਹ ਰੱਬ ਦਾ ਭਾਣਾ ਹੁੰਦਾ ਹੈ। ਰੱਬ ਦੇ ਭਾਣੇ ਦੇ ਵਿੱਚ ਹੀ ਸਾਨੂੰ ਰਹਿਣਾ ਚਾਹੀਦਾ ਹੈ। ਕਹਿੰਦਾ ਪ੍ਰਭੂ ਦੀ ਮਰਜ਼ੀ ਹੇਠ ਵਰਤ ਰਹੇ ਇਸ ਅਟੱਲ ਭਾਣੇ ਨੂੰ ਕੋਈ ਵੀ ਨਹੀਂ ਮੋੜ ਸਕਦਾ। ਕਹਿੰਦੇ ਕਿ ਪਰਮਾਤਮਾ ਦਾ ਜਿਹੜਾ ਭਾਣਾ ਉਹ ਵਰਤ ਕੇ ਰਹਿੰਦਾ, ਉਹਨੂੰ ਕੋਈ ਬਦਲ ਨਹੀਂ ਸਕਦਾ, ਉਹਨੂੰ ਕੋਈ ਆਪਣੀ ਮਰਜ਼ੀ ਨਾਲ ਢਾਲ ਨਹੀਂ ਸਕਦਾ। ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹ ਕਰਦਾ ਵਾ, ਉਹ ਬੇਪਰਵਾਹ ਹੋ ਕੇ ਕਰਦਾ, ਕਿਉਂਕਿ ਉਹਨੂੰ ਕਿਸੇ ਦਾ ਡਰ ਨਹੀਂ। ਭਾਵੇਂ ਸੰਸਾਰਕ ਜੀਵਾਂ ਲਈ ਉਹ ਚੰਗਾ ਹੈ ਜਾਂ ਬੁਰਾ ਹੈ, ਪਰ ਪਰਮਾਤਮਾ ਜੋ ਕਰਦਾ ਹੈ ਉਹ ਆਪਣੀ ਮਰਜ਼ੀ ਨਾਲ ਕਰਦਾ ਹੈ। ਉਸ ਨੂੰ ਐਸੀ ਸ਼ਕਤੀ ਦੀ ਵਰਤੋਂ ਕਰਨ ਤੇ ਕੋਈ ਰੋਕ ਨਹੀਂ ਲੱਗ ਸਕਦੀ ਔਰ ਨਾ ਹੀ ਉਹਦੀ ਇਸ ਸ਼ਕਤੀ ਦੀ ਕੋਈ ਦਿਸ਼ਾ ਬਦਲ ਸਕਦਾ ਹੈ। ਸੰਤ ਜਿਹੜਾ ਵਜੀਦ ਸੀ, ਉਹਨੇ ਇਹਨਾਂ ਭਾਵਾਂ ਨੂੰ ਦ੍ਰਿੜ ਕਰਨ ਲਈ ਕਿਧਰੇ ਤਾਂ ਪੁਰਾਤਨ ਹਿੰਦ ਅਤੇ ਮਿਥਿਹਾਸ ਦੇ ਹਵਾਲੇ ਦਿੱਤੇ, ਜਾਣੀ ਕਿ ਉਹਨੇ ਬਹੁਤ ਸਾਰੀਆਂ ਐਗਜ਼ਾਮਪਲਾਂ ਦਿੱਤੀਆਂ। ਕਿਧਰੇ ਰੱਬ ਦੇ ਭਾਣੇ ਅਧੀਨ ਮੌਤ ਦੇ ਵੱਜ ਰਹੇ ਨਗਾਰੇ ਵੱਲ ਸੰਕੇਤ ਕੀਤੇ, ਕਿਧਰੇ ਜਗਤ ਵਿੱਚ ਵਿਤਕਰਿਆਂ ਤੇ ਅਨਿਆਂ ਦੇ ਯਥਾਰਥਕ ਚਿੱਤਰ ਪੇਸ਼ ਕੀਤੇ, ਯਥਾਰਥਕ ਹੁੰਦੇ ਅਸਲੀ, ਅਤੇ ਕਿਧਰੇ ਰੱਬ ਦੇ ਭਾਣੇ ਅਧੀਨ ਆਪਣੇ ਜੀਵਨ ਵਿੱਚ ਆਏ ਪਲਟੇ ਦਾ ਜ਼ਿਕਰ ਕੀਤਾ। ਮਿਥਿਆ ਇਤਿਹਾਸ ਦੇ ਹਵਾਲਿਆਂ ਨਾਲ ਪ੍ਰਭੂ ਭਾਣੇ ਦੀ ਸਵ-ਸੰਦਤਾ, ਜਿਹੜਾ ਮਿਥਿਆ ਇਤਿਹਾਸ ਆ ਉਹਦੇ ਮੁਤਾਬਕ ਵੀ ਜਿਸ ਤਰ੍ਹਾਂ ਉਹਨੇ ਲਿਖਿਆ, ਪ੍ਰਹਲਾਦ ਭਗਤ ਕੀ ਰੱਖਿਆ ਕੀਨੀ ਆਪ ਹਰ, ਉਹਦੇ ਮੁਤਾਬਕ ਜਿਹੜਾ ਉਹਨੇ ਇਤਿਹਾਸ ਸੁਣਿਆ ਸੀ ਉਸ ਸਮੇਂ ਕਿ ਪ੍ਰਹਲਾਦ ਭਗਤ ਸੀ ਤੇ ਉਹ ਜਦੋਂ ਆਪਣੇ ਪਿਤਾ ਦੇ ਖਿਲਾਫ ਉਹ ਕਹਿੰਦਾ ਕਿ ਮੈਂ ਪਰਮਾਤਮਾ ਦਾ ਭਗਤ ਆ, ਤੇ ਉਸ ਸੰਬੰਧ ਵਿੱਚ ਉਹਦਾ ਪਿਤਾ ਰਾਜਾ ਜਿਹੜਾ ਉਹਨੂੰ ਸਜ਼ਾ ਦਿੰਦਾ ਕਿ ਉਹਦੀ ਆਪਣੀ ਭੈਣ ਨੂੰ ਕਹਿੰਦਾ ਇਹਨੂੰ ਲੈ ਕੇ ਹੋਲੀ ਦੇ ਅੱਗ ਵਿੱਚ ਬੈਠ ਜਾ ਤੇ ਇਹ ਸੜ ਜੂਗਾ, ਕਿਉਂਕਿ ਹੋਲਿਕਾ ਨੂੰ ਨਾ ਸੜਨ ਦਾ ਵਰਦਾਨ ਸੀ। ਬਟ ਉਲਟ ਹੁੰਦਾ, ਪ੍ਰਹਲਾਦ ਜਿਹੜਾ ਉਹ ਭਗਤ ਹੁੰਦਾ ਸੱਚਾ, ਇਸ ਕਰਕੇ ਉਹ ਬਲਦੀ ਅੱਗ ਵਿੱਚੋਂ ਬਚ ਜਾਂਦਾ ਤੇ ਉਹਦੀ ਜਿਹੜੀ ਭੂਆ ਉਹ ਮਰ ਜਾਂਦੀ ਹੈ। ਇਸ ਤਰ੍ਹਾਂ ਕਹਿੰਦਾ ਹਰਨਾਸ਼ਕ ਨਥੀ ਬਿਦਾਰਿਆ ਨਾਰ ਸਿੰਘ ਰੂਪ ਧਾਰ, ਪ੍ਰਹਲਾਦ ਨੇ ਬਾਅਦ ਵਿੱਚ ਸ਼ੇਰ ਦਾ ਰੂਪ ਧਾਰ ਕੇ ਉਹਨੂੰ ਆਪਣੇ ਪਿਤਾ ਨੂੰ ਮਾਰ ਦਿੱਤਾ। ਪੰਜ ਦ੍ਰੋਪਦੀ ਰਾਖੀ ਤਾਂ ਕੇ ਆਇਆ ਘਰ, ਵਜੀਦਾ ਕੌਣ ਸਾਈ ਨੂੰ ਆਖੇ ਐਓ ਨਹੀਂ ਅੰਜ ਕਰ, ਕਿ ਜਿੰਨਾ ਭਾਣਾ ਵਰਤਦਾ ਇਹ ਪਰਮਾਤਮਾ ਦੀ ਮਰਜ਼ੀ ਨਾਲ ਹੀ ਵਰਤਦਾ। ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੰਸਾਰ ਦੀ ਨਾਸ਼ਮਾਨਤਾ, ਹਾਂ ਜਿਹੜਾ ਸੰਤ ਵਜੀਦ ਸੀ ਉਹਨੇ ਸੰਸਾਰ ਦੀ ਨਾਸ਼ਮਾਨਤਾ ਦੇ ਬਹੁਤ ਜ਼ੋਰ ਦਿੱਤਾ। ਉਹਨੇ ਕਿਹਾ ਕਿ ਸਾਰਾ ਸੰਸਾਰ ਇੱਕ ਦਿਨ ਨਾਸ਼ ਹੋ ਜਾਣਾ, ਜਿੰਨੀਆਂ ਚੀਜ਼ਾਂ ਸਾਨੂੰ ਦਿਖਾਈ ਦੇ ਰਹੀਆਂ ਸਾਰੀਆਂ ਕਿਸੇ ਨਾ ਕਿਸੇ ਦਿਨ ਖਤਮ ਹੋ ਜਾਣੀਆਂ ਹੈ ਔਰ ਪ੍ਰਭੂ ਜਿਹੜਾ ਸਿਰਫ ਉਹ ਹੀ ਪਰਮਾਤਮਾ ਹੀ ਇੱਕ ਅਟੱਲ ਸੱਚਾਈ ਆ, ਉਹਦੇ ਤੋਂ ਇਲਾਵਾ ਸੰਸਾਰ ਵਿੱਚ ਕੋਈ ਵੀ ਇਨਸਾਨ ਜਿਹੜਾ ਨਹੀਂ ਰਹਿਣਾ। ਨੇਕ ਕੰਮਾਂ ਦਾ ਉਪਦੇਸ਼, ਵਜੀਦ ਦੇ ਅਨੁਸਾਰ ਸੰਸਾਰ ਨੂੰ ਨਾਸ਼ਵਾਨ ਮੰਨਦੇ ਹੋਏ ਉਹ ਕਹਿੰਦਾ ਕਿ ਮਨੁੱਖ ਸਾਰਿਆਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਸੰਸਾਰ ਸਾਰਾ ਜਿਹੜਾ ਉਹ ਨਾਸ਼ਵਾਨ ਹੈ, ਇਸ ਕਰਕੇ ਇਨਸਾਨ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ, ਕਿਉਂਕਿ ਉਹਦੇ ਮਨ 'ਚ ਇਹ ਗੱਲ ਬੈਠਣੀ ਚਾਹੀਦੀ ਕਿ ਉਹਨੇ ਸੰਸਾਰ 'ਤੇ ਬੈਠੇ ਨਹੀਂ ਰਹਿਣਾ, ਉਹਨੂੰ ਚੰਗੇ ਕੰਮ ਕਰਨੇ ਚਾਹੀਦੇ। ਜੇਕਰ ਉਹ ਚੰਗੇ ਕੰਮ ਕਰਦਾ ਤੇ ਉਹਨੂੰ ਚੰਗਾ ਫਲ ਮਿਲਦਾ, ਉਹਨੂੰ ਮੁਕਤੀ ਮਿਲ ਜਾਂਦੀ ਜੀਵਨ ਤੋਂ ਔਰ ਉਸਨੂੰ ਪਰ ਨਾਰੀ ਹਉਮੈ ਹੰਕਾਰ ਕਪਟ ਤੇ ਝੂਠ ਤੋਂ ਬਚਣਾ ਚਾਹੀਦਾ, ਸਾਧੂ ਦੀ ਸੰਗਤ ਕਰਨੀ ਚਾਹੀਦੀ ਹੈ, ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ। ਅੱਗੇ ਪ੍ਰਭੂ ਭਗਤੀ ਕਹਿੰਦਾ ਕਿ ਉਹ ਜਿਹੜਾ ਹੈਗਾ ਸੀ ਵਜੀਦ, ਉਹਦੇ ਮੁਤਾਬਕ ਸਾਰੇ ਮਨੁੱਖਾਂ ਨੂੰ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ, ਕਿਉਂਕਿ ਪ੍ਰਭੂ ਦੀ ਭਗਤੀ ਅਟੱਲ ਆ। ਉਹਦੀ ਭਗਤੀ ਧਾਰਨ ਕਰਨ ਨਾਲ ਸਾਰੇ ਸਰਬ ਸਮਰੱਥ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ। ਉਹਨੇ ਇੱਕ ਕਵਿਤਾ ਵਿੱਚ ਵੀ ਲਿਖਿਆ ਕਿ ਰਾਮ ਬਿਨਾ ਸਭ ਕਾਮ ਵਿਅਰਥ ਜਹਿੰਗੇ, ਕਿ ਰਾਮ ਤੋਂ ਬਿਨਾ ਸਾਰੇ ਕੰਮ ਵਿਅਰਥ ਨੇ, ਜਿੰਨੀ ਨਾ ਚੇਤਿਓ ਰਾਮ ਸਹੀ ਪਛਤਾਓਗੇ। ਜੇਕਰ ਤੁਸੀਂ ਅੱਜ ਰਾਮ ਨਹੀਂ ਚੇਤੇ ਕਰੋਗੇ, ਪ੍ਰਭੂ ਨੂੰ ਚੇਤੇ ਨਹੀਂ ਕਰੋਗੇ, ਤੁਸੀਂ ਪਛਤਾਓਗੇ। ਹੱਥ ਹੂੰ ਤਾੜੀ ਮਾਰ ਅੰਤ ਬਹੁ ਚੁਰਹਿੰਗੇ, ਵਜੀਦਾ ਗਲ ਮੈਂ ਫਾਸੀ ਡਾਰ ਕਾਲ ਲੈ ਤੁਰਹਿੰਗੇ। ਅੱਗੇ ਸਰਬ ਸਾਂਝ,
ਵਜੀਦ ਨੇ ਆਪਣੇ ਵਿਸ਼ੇ ਵਿੱਚ ਸਰਬਸ਼ਾਂਤ ਦੇ ਵਿਚਾਰ ਵੀ ਮਿਲਦੇ ਆ। ਉਹਨੇ ਸਾਰਿਆਂ ਨੂੰ ਇਹ ਕਿਹਾ ਸੀ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ। ਇਸ ਪ੍ਰਕਾਰ ਕਹਿੰਦਾ ਅਸੀਂ ਦੇਖਦੇ ਹਾਂ ਕਿ ਜਿਹੜੀ ਵਜੀਦ ਦੀ ਰਚਨਾ ਦੇ ਸ਼ਲੋਕ ਉੱਤੇ ਅਧਿਆਤਮਿਕ ਵਿਚਾਰਾਂ ਤੇ ਰਹੱਸਵਾਦੀ ਅਨੁਭਵ ਨਾਲ ਭਰਪੂਰ ਸੀ, ਕਿਉਂਕਿ ਉਹਨੇ ਪਰਮਾਤਮਾ ਦੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ, ਜਿਹਦੇ ਕਰਕੇ ਉਹ ਅਧਿਆਤਮਕ ਕਿਹਾ ਜਾਂਦਾ ਉਹਨੂੰ। ਪ੍ਰਭੂ ਦੇ ਭਾਣੇ ਦੀ ਅਟਲਤਾ, ਪ੍ਰਭੂ ਭਗਤੀ ਦੇ ਸਰਬ ਸਾਂਝ ਉਸ ਦੀ ਰਚਨਾ ਦੇ ਮੁੱਖ ਵਿਸ਼ੇ ਹਨ। ਅੱਗੇ ਇੱਕ ਕੁਐਸਚਨ ਹੈਗਾ ਇੰਪੋਰਟੈਂਟ, ਹੀਰ ਵਾਰਸ ਦਾ ਵਿਸ਼ਾ ਵਸਤੂ ਕੀ ਆ? ਵਾਰਿਸ ਸ਼ਾਹ ਦੇ ਮੱਧਕਾਲੀਨ ਪੰਜਾਬੀ ਕਾਵਿ ਪਾਠ ਪੁਸਤਕ ਵਿੱਚ ਵਾਰਿਸ ਸ਼ਾਹ ਦੀ ਜਿੰਨੀ ਰਚਨਾ ਦਰਜ ਹੈ, ਉਸ ਦੇ ਆਧਾਰ ਤੇ ਉਸਦੀ ਰਚਨਾ ਦਾ ਸਾਰ ਲਿਖੋ। ਵੈਰੀ ਵੈਰੀ ਇੰਪੋਰਟੈਂਟ ਜੋ ਵਾਰਿਸ ਸ਼ਾਹ ਦਾ। ਸੱਜਦ ਵਾਰਿਸ ਸ਼ਾਹ ਦਾ ਜਨਮ 1135 ਈਸਵੀ ਵਿੱਚ ਜੰਡਿਆਲਾ ਸ਼ੇਰ ਖਾਂ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ। 1735 ਉਹਨਾਂ ਦੇ। ਬਚਪਨ ਵਿੱਚ ਹੀ ਉਸ ਦੇ ਮਾਤਾ ਪਿਤਾ ਚਲਾਣਾ ਕਰ ਗਏ ਅਤੇ ਉਸ ਵਿੱਚ ਫਕੀਰਾਂ ਵਾਲੀ ਰੁਚੀ ਆਰੰਭ ਤੋਂ ਸੀ। 1795 ਈਸਵੀ ਵਿੱਚ ਵਾਰਿਸ ਸ਼ਾਹ ਦਾ ਦੇਹਾਂਤ ਹੋ ਗਿਆ। ਸਭ ਤੋਂ ਪਹਿਲਾਂ ਉਹਨੂੰ ਦਰਜਾ ਦਿੱਤਾ ਗਿਆ ਮਹਾਨ ਕਿੱਸਾਕਾਰ, ਕਿਉਂਕਿ ਉਹਨੇ ਹੀਰ ਰਾਂਝਾ ਲਿਖਿਆ ਸੀ ਇੱਕ ਕਿੱਸਾ, ਜਿਹਦੇ ਕਰਕੇ ਉਹ ਬਹੁਤ ਹੀ ਫੇਮਸ ਆ। ਕਹਿੰਦਾ ਕਿ ਮੱਧਕਾਲ ਦਾ ਇੱਕ ਮਹਾਨ ਕਿੱਸਾਕਾਰ ਹੈ। ਉਸ ਨੂੰ ਸਮੁੱਚੇ ਕਾਵਿ ਜਗਤ ਦਾ ਬਹੁਮੁੱਲਾ ਰਤਨ ਕਿਹਾ ਜਾਂਦਾ, ਤਾਂ ਵੀ ਕੋਈ ਅਤਿਕਥਨੀ ਨਹੀਂ। ਉਸਨੇ ਪੰਜਾਬੀ ਵਿੱਚ ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਆਪਣੀ ਮੌਲਿਕ ਸ਼ੈਲੀ ਨਾਲ ਅਜਿਹਾ ਨਿਵੇਕਲਾ ਰੂਪ ਦਿੱਤਾ ਕਿ ਉਹ ਪੰਜਾਬੀ ਸਾਹਿਤ ਦੀ ਇੱਕ ਅਦੁੱਤੀ ਰਚਨਾ ਹੋ ਨਿਬੜੀ। ਇਸ ਕਿੱਸੇ ਵਿੱਚ ਉਸ ਦੇ ਮਨੁੱਖੀ ਭਾਵਾਂ ਦੀ ਤਰਜਮਾਨੀ ਕਰਨ ਤੋਂ ਬਿਨਾਂ ਪੰਜਾਬੀ ਸੱਭਿਆਚਾਰ ਤੇ ਸੰਸਕ੍ਰਿਤੀ ਨੂੰ ਉਸਦੇ ਜਿਉਂਦੇ ਜਾਗਦੇ ਰੂਪ ਵਿੱਚ ਪੇਸ਼ ਕੀਤਾ, ਜਿਸ ਕਰਕੇ ਉਸਦੀ ਰਚਨਾ ਬੇਹੱਦ ਹਰਮਨ ਪਿਆਰੀ ਹੋਈ ਅਤੇ ਉਸਦੀ ਕਾਵਿ ਕਲਾ ਦੀ ਵਡਿਆਈ ਸਾਰੇ ਮੁਹੰਮਦ ਬਖਸ਼ ਜਿਹਲਮੀ ਲਿਖਦਾ ਹੈ ਬਾਰੇ। ਉਹਦੇ ਜਿਹੜੀ ਇਹ ਉਹਦੇ ਬਾਰੇ ਮੁਹੰਮਦ ਜਿਹਲਮੀ ਨੇ ਲਿਖਿਆ, ਵਾਰਿਸ ਸ਼ਾਹ ਸੁਖਨ ਦਾ ਵਾਰਸ ਨਿੰਦੇ ਕੌਣ ਉਹਨਾਂ ਨੂੰ, ਹਰ ਫੌਜ ਦੇ ਉਂਗਲ ਤੇ ਧਰਨੀ ਨਹੀਂ ਮਜਾਲ ਸਾਨੂੰ, ਕਿ ਉਹਦੇ ਆਪਾਂ ਲਿਖੇ ਹੋਏ ਤੇ ਉਂਗਲ ਨਹੀਂ ਕਰ ਸਕਦੇ, ਸਾਡੀ ਇੰਨੀ ਮਜਾਲ ਨਹੀਂ ਆ। ਅੱਗੇ ਕਹਿੰਦਾ ਕਿ ਇਹਦੇ ਜਿਹੜਾ ਕਾਵਿ ਸੰਗ੍ਰਹਿ ਦੇ ਵਿੱਚ ਥੋੜੇ ਹੀ ਅੰਸ਼ ਮਿਲਦੇ ਨੇ। ਪਾਠਕ ਜਿਹੜੇ ਹੀਰ ਰਾਂਝੇ ਦੀ ਵਾਰਿਸ ਸ਼ਾਹ ਦੁਆਰਾ ਵਰਣਨ ਪ੍ਰੀਤ ਕਹਾਣੀ ਤੋਂ ਜਾਣੂ ਹੋ ਸਕਣ। ਉਂਝ ਸੰਪਾਦਕਾਂ ਦੇ ਯਤਨ ਬਹੁਤੇ ਪ੍ਰਸ਼ੰਸਾਯੋਗ ਨਹੀਂ, ਜਦਕਿ ਵਾਰਿਸ ਸ਼ਾਹ ਦੀ ਵਿਸਤ੍ਰਿਤ ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਪੇਸ਼ ਕਰਨ ਵਿੱਚ ਨਹੀਂ, ਸਗੋਂ ਇਸ ਦੀ ਗੋਦ ਮਨੁੱਖੀ ਹਾਵਾਂ ਭਾਵਾਂ ਦੇ ਪ੍ਰਗਟਾਵੇ ਤੇ ਪੰਜਾਬੀ ਸੰਸਕ੍ਰਿਤੀ ਸੱਭਿਆਚਾਰ ਨੂੰ ਪੇਸ਼ ਕਰਨ ਵਿੱਚ ਹੈ। ਕਿੱਸੇ ਦਾ ਆਰੰਭ, ਇਹ ਸਾਰਾ ਅੱਗੋਂ ਉਹਨਾਂ ਨੇ ਕਿੱਸਾ ਲਿਖਿਆ, ਤੁਸੀਂ ਖੁਦ ਪੜ੍ਹ ਲੈਣਾ ਕਿ ਉਹਦਾ ਕਿੱਸਾ ਕੀ ਸੀ। ਕਿੱਸਾ ਪੜ੍ਹੋਗੇ ਉਹਦੇ ਵਿੱਚੋਂ ਕਾਫੀ ਸਾਰੇ ਕੁਐਸਚਨ ਵੀ ਆ ਸਕਦੇ ਆ। ਨੈਕਸਟ ਆ ਗਿਆ ਜੰਗਨਾਮਾ ਸ਼ਾਹ ਮੁਹੰਮਦ ਦੇ ਜਿੰਨੇ ਕੁ ਅੰਸ਼ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹਨ, ਉਹਨਾਂ ਦੇ ਆਧਾਰ ਤੇ ਜੰਗਨਾਮੇ ਦੇ ਵਿਚਾਰਾਂ ਦਾ ਸਾਰ ਲਿਖੋ। ਸ਼ਾਹ ਮੁਹੰਮਦ ਦਾ ਜਨਮ। ਸ਼ਾਹ ਮੁਹੰਮਦ ਦੇਸ਼ ਪਿਆਰ ਦਾ ਕਵੀ ਸੀ। ਉਹ ਵਡਾਲਾ ਪਿੰਡ ਦਾ ਵਸਨੀਕ ਸੀ। ਮੌਲਾ ਬਖਸ਼ ਕੁਸ਼ਤਾ ਨੇ ਉਸ ਦਾ ਜਨਮ 1782 ਵਿੱਚ ਮੰਨਿਆ ਗਿਆ ਹੈ। ਉਸ ਦਾ ਚਲਾਣਾ 1862 ਈਸਵੀ ਵਿੱਚ ਦੱਸਿਆ। ਉਹ ਜਾਤ ਦਾ ਕੁਰੈਸ਼ੀ ਸੀ। ਉਸ ਦਾ ਇੱਕ ਰਿਸ਼ਤੇਦਾਰ ਮਹਾਰਾਜਾ ਰਣਜੀਤ ਸਿੰਘ ਦਾ ਤੋਪਚੀ ਸੀ। ਉਸ ਦੀ ਕਾਵਿ ਕਿੱਤਾ ਹਿੰਦ ਪੰਜਾਬ ਦੀ ਜੰਗ, ਯਾਨੀ ਕਿ ਉਹਨੇ ਕਿਹੜਾ ਕਾਵਿ ਲਿਖਿਆ? ਹਿੰਦ ਪੰਜਾਬ ਦੀ ਜੰਗ, ਜਿਸ ਨੂੰ ਜੰਗਨਾਮਾ ਸਿੰਘਾਂ ਨੇ ਫਰੰਗੀਆਂ ਵੀ ਕਿਹਾ ਜਾਂਦਾ ਹੈ। ਇੱਕ ਕੌਮੀ ਅਤੇ ਦੇਸ਼ ਭਗਤ ਕਵੀ। ਕਹਿੰਦਾ ਜਿਹੜਾ ਸ਼ਾਹ ਮੁਹੰਮਦ ਸੀ ਨਾ, ਉਹ ਸਿੱਖ ਰਾਜਕਾਲ ਦਾ ਇੱਕ ਮਹੱਤਵਪੂਰਨ ਕੌਮੀ ਤੇ ਦੇਸ਼ ਭਗਤ ਕਵੀ ਹੋਇਆ। ਉਸ ਨੇ ਆਪਣੀ ਪ੍ਰਸਿੱਧ ਰਚਨਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਸਮੁੱਚੀ ਪੰਜਾਬੀ ਕੌਮ ਦੇ ਦੁਖਾਂਤ ਨੂੰ ਪੇਸ਼ ਕੀਤਾ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਸ਼ਾਗਰਦੀ ਦਾ ਜ਼ਿਕਰ ਕਰਦਿਆਂ 1845-46 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਹੋਈਆਂ ਲੜਾਈਆਂ ਦਾ ਉਲੇਖ ਕੀਤਾ, ਜਿਸ ਦੇ ਸਿੱਟੇ ਵਜੋਂ ਸਿੱਖ ਸਰਦਾਰਾਂ ਦੀ ਗੱਦਾਰੀ ਕਾਰਨ ਅੰਗਰੇਜ਼ਾਂ ਦੀ ਜਿੱਤ ਹੁੰਦੀ ਹੈ ਤੇ ਪੰਜਾਬ ਉਹਨਾਂ ਦੇ ਕਬਜ਼ੇ ਵਿੱਚ ਆ ਜਾਂਦਾ ਹੈ। ਕਵੀ ਦਾ ਮਨ ਇਸ ਘਟਨਾ ਕਾਰਨ ਬਹੁਤ ਦੁਖੀ ਹੁੰਦਾ ਹੈ। ਫਲਸਰੂਪ ਉਸਨੇ ਆਪਣੀ ਰਚਨਾ ਵਿੱਚ ਸਮੁੱਚੀ ਪੰਜਾਬੀ ਕੌਮ ਦੇ ਦੁੱਖ ਦਰਦ ਨੂੰ ਭਰ ਦਿੱਤਾ। ਇਸ ਕਾਰਨ ਉਹ ਇੱਕ ਸਾਂਝਾ
ਕੌਮੀ ਕਵੀ ਹੋ ਗਿਆ। ਜੰਗਨਾਮੇ ਦੇ ਅੰਸ਼ ਕਿੱਥੇ ਕਿੱਥੇ ਮਿਲਦੇ? ਮੱਧ ਕਲੀਨ ਪੰਜਾਬੀ ਕਾਵਿ ਸੰਗ੍ਰਹਿ ਵਿੱਚ ਇਸ ਜੰਗਨਾਮੇ ਵਿੱਚੋਂ ਕੁਝ ਮਹੱਤਵਪੂਰਨ ਅੰਸ਼ ਹੀ ਦਿੱਤੇ ਗਏ ਹਨ। ਇਸ ਦਾ ਪਹਿਲਾ ਬੰਦ ਇਸ ਦੇ ਮੰਗਲਾਚਰਨ ਦੇ ਰੂਪ ਵਿੱਚ, ਜਿਸ ਵਿੱਚ ਕਵੀ ਮੂਲ ਰਚਨਾ ਨੂੰ ਆਰੰਭ ਕਰਨ ਤੋਂ ਪਹਿਲਾਂ ਰੱਬ ਦੀ ਮਹਿਮਾ ਕਰਦਾ ਹੈ, ਇਸ ਦੀ ਕੁਦਰਤ ਦੇ ਵਰਤਾਰੇ ਦਾ ਜ਼ਿਕਰ ਕਰਦਾ ਹੈ। ਦੂਜੇ ਬੰਦ ਵਿੱਚ ਕਵੀ ਮਹਾਰਾਜਾ ਸਿੰਘ ਦੀ ਤਾਕਤ ਦੀ ਮਹਿਮਾ ਕਰਦਾ ਹੋਇਆ ਉਸ ਦੇ ਰਾਜ ਵਿਸਤਾਰ ਦਾ ਜ਼ਿਕਰ ਕਰਦਾ ਹੈ। ਨੈਕਸਟ ਤੀਜੇ ਵਿੱਚ 29ਵੇਂ ਬੰਦ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਵਿੱਚ ਬੁਰਸ਼ਾਗਰਦੀ ਫੈਲਣ ਮਗਰੋਂ ਅਤੇ ਅੰਤ ਸਿੱਖਾਂ ਦੇ ਅੰਗਰੇਜ਼ਾਂ ਵਿੱਚ ਲੜਾਈਆਂ ਛਿੜ ਪੈਣ ਦਾ ਜ਼ਿਕਰ ਕੀਤਾ। ਮਹਾਰਾਜਾ ਖੜਕ ਸਿੰਘ ਦੇ ਰਾਜ ਵਿੱਚ ਕੰਵਰ ਨੌਨਿਹਾਲ ਸਿੰਘ ਤੇ ਰਾਜੇ ਧਿਆਨ ਸਿੰਘ ਦੁਆਰਾ ਮਹਾਰਾਜੇ ਦੇ ਇੱਕ ਮਿੱਤਰ ਚੇਤ ਸਿੰਘ ਨੂੰ ਕਤਲ ਕਰ ਦਿੱਤਾ, ਜਿਸ ਨਾਲ ਸਿੱਖ ਦਰਬਾਰ ਵਿੱਚ ਬੁਰਸ਼ਾਗਰਦੀ ਆਰੰਭ ਹੋ ਜਾਂਦੀ ਹੈ। ਇਹ ਉਹਦਾ ਕਿੱਸਾ ਸੀਗਾ, ਅੱਗੋਂ ਤੁਸੀਂ ਖੁਦ ਰੀਡ ਕਰ ਲੈਣਾ। ਨੈਕਸਟ ਹੈਗਾ ਵਾ ਹਾਸ਼ਮ ਸ਼ਾਹ ਦੇ ਦੋਹੜਿਆਂ ਵਿੱਚ ਆਏ ਵਿਸ਼ਾ ਵਸਤੂ ਲਿਖੋ। ਜਾਂ ਕੁਐਸਚਨ ਇਵੇਂ ਹੁੰਦਾ, ਹਾਸ਼ਮ ਦੀ ਜਿੰਨੀ ਕਵਿਤਾ ਤੁਹਾਡੀ ਪਾਠ ਪੁਸਤਕ ਮੱਧ ਕਲੀਨ ਪੰਜਾਬੀ ਕਵਿਤਾ ਵਿੱਚ ਸੰਗ੍ਰਹਿਤ ਹੈ, ਆਧਾਰ ਤੇ ਕਵਿਤਾ ਦੇ ਵਿਸ਼ੇ ਵਸਤੂ ਲਿਖੋ। ਸਭ ਤੋਂ ਪਹਿਲਾਂ ਜਾਣ ਪਹਿਚਾਣ। ਹਾਸ਼ਮ ਸ਼ਾਹ ਸਿੱਖ ਰਾਜਕਾਲ ਦਾ ਇੱਕ ਮਹਾਨ ਕਿੱਸਾਕਾਰ ਅਤੇ ਸੂਫੀ ਕਵੀ ਹੋਇਆ। ਉਹਨੇ ਸੱਸੀ, ਜਿਹੜਾ ਹਾਸ਼ਮ ਸੀ ਨਾ, ਉਹਨੇ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਜੋ, ਜਿਸ ਤਰ੍ਹਾਂ ਵਾਰਿਸ ਸ਼ਾਹ ਨੇ ਲਿਖਿਆ ਨਾ ਹੀਰ ਰਾਂਝਾ, ਨੇ ਸੱਸੀ ਪੁੰਨੂ ਲਿਖਿਆ ਜੋ। ਸੱਸੀ ਪੁੰਨੂ ਦਾ ਕਿੱਸਾ ਉਹਨੇ ਲਿਖਿਆ। ਕਿੱਸਿਆਂ ਤੋਂ ਬਿਨਾਂ ਉਸਦੇ ਦੋਹੜਿਆਂ, ਡਿਉਢਾਂ ਤੇ ਸ਼ੀਰਫਿਆਂ ਦੀ ਰਚਨਾ ਵੀ ਕੀਤੀ। ਕਾਵਿ ਕਾਲ ਦੇ ਪੱਖੋਂ ਹੀ ਉੱਤਮ ਰਚਨਾਵਾਂ ਮੰਨੀਆਂ ਜਾਂਦੀਆਂ। ਕਹਿੰਦਾ ਕਿ ਮੱਧ ਕਲੀਨ ਪੰਜਾਬੀ ਕਵਿਤਾ ਪਾਠ ਪੁਸਤਕ ਵਿੱਚ ਉਸਦੇ ਕੇਵਲ 39 ਦੋਹੜੇ ਨੇ, ਔਰ ਜਿਨ੍ਹਾਂ ਵਿੱਚ ਉਸਦੀ ਸੂਫੀ ਵਿਚਾਰਧਾਰਾ ਅਤੇ ਕਾਵਿ ਪ੍ਰਵਾਪਤੀ ਦਾ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਿਨ੍ਹਾਂ ਵਿੱਚ ਹਾਸ਼ਮ ਨੇ ਇਸ਼ਕ, ਵਿਛੋੜਾ, ਮਿਲਾਪ ਦੀ ਉਮੰਗ, ਤਕਦੀਰ ਦੀ ਅਦਾਲਤਾਂ, ਨਾਸ਼ਮਾਨਤਾ, ਸਰਾਂ ਵੱਲੋਂ ਬੇਪਰਵਾਹੀ, ਪਖੰਡ ਕਰੇ, ਧਾਰਮਿਕ ਜੀਵਨ ਦਾ ਖੰਡਨ, ਫਕੀਰੀ, ਰੱਬ ਦੀਆਂ ਆਪਣੇ ਦੀ ਪਹਿਚਾਣ ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹਦੇ ਕੁਝ ਕੁ ਦੋਹੜੇ ਵੀ ਹੈਗੇ ਨੇ, ਜਿਨ੍ਹਾਂ ਦਾ ਵਿੱਚ ਕੋਈ ਨਾ ਕੋਈ ਉਪਦੇਸ਼ ਆ। ਔਰ ਇਹ ਵੀ ਇਹਦੇ ਵਾਂਗੂ ਬੁੱਲੇ ਸ਼ਾਹ ਵਾਂਗੂ ਸ਼ਰਾਂ ਦਾ ਵਿਰੋਧੀ ਸੀ, ਪਖੰਡਾਂ ਨੂੰ ਨਹੀਂ ਸੀ ਮੰਨਦਾ, ਪਰਮਾਤਮਾ ਵਿੱਚ ਵਿਸ਼ਵਾਸ ਕਰਦਾ ਸੀ। ਇਸ਼ਕ ਕਹਿੰਦਾ ਕਿ ਹਾਸ਼ਮ ਇਸ਼ਕ ਨੂੰ ਸਭ ਇਲਮਾਂ ਤੋਂ ਉੱਪਰ ਮੰਨਦਾ ਹੈ, ਰੱਬ ਨਾਲ ਉਹਦਾ ਇਸ਼ਕ ਉਹ ਸਭ ਤੋਂ ਉੱਪਰ ਮੰਨਦਾ। ਕਹਿੰਦਾ ਇਹ ਮਨੁੱਖ ਨੂੰ ਹਕੀਕਤ ਦੇ ਰਾਹ ਉੱਤੇ ਤੋਰਦਾ ਹੈ ਅਤੇ ਉਸ ਨੂੰ ਸ਼ਰਾਂ ਦੇ ਕਰਮ ਕਾਂਡ ਵਿੱਚੋਂ ਕੱਢ ਕੇ ਸਿੱਧਾ ਆਪਣੇ ਪਿਆਰ ਨਾਲ ਜੋੜਦਾ। ਹਾਸ਼ਮ ਇਸ਼ਕ ਨੂੰ ਲੱਖਾਂ ਅਵਗੁਣਾਂ ਤੋਂ ਭਰਪੂਰ ਮੰਨਦਾ ਕਿ ਜਿਹੜਾ ਇਸ਼ਕ ਹੈ ਉਹਦੇ ਵਿੱਚ ਕੋਈ ਅਵਗੁਣ ਨਹੀਂ ਹੁੰਦਾ। ਉਸ ਵਿੱਚ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਦਿਸਿਆ ਹੈ ਉਹ ਹੈ ਜਿਸ ਵਿੱਚ ਧਿਆਨ ਲਾ ਦਿੰਦਾ ਹੈ, ਉਸ ਵੱਲੋਂ ਹਟਦਾ ਨਹੀਂ। ਜੋ ਵੀ ਉਹਨੂੰ ਦਿਸਦਾ ਉਹਦੇ ਵੱਲ ਧਿਆਨ ਲਾ ਲੈਂਦਾ, ਨਿਸਵਾਰਥ ਹੋ ਕੇ ਉਸ ਅੱਗੇ ਆਪਣਾ ਸਿਰ ਝੁਕਾ ਦਿੰਦਾ। ਹਾਸ਼ਮ ਨੇ ਵੀ ਕਿਹਾ ਸੀ ਕਿ ਇਸ਼ਕ ਹਕੀਕੀ ਨਾਲੋਂ ਮਜਾਜੀ ਬਹੁਤ ਔਖਾ ਹੈ। ਇਸ਼ਕ ਹਕੀਕੀ ਹੁੰਦਾ ਰੱਬ ਨਾਲ, ਇਸ਼ਕ ਮਜਾਜੀ ਹੁੰਦਾ ਜਿਹੜਾ ਦੁਨਿਆਵੀ ਇਸ਼ਕ ਹੁੰਦਾ। ਔਰ ਇਸ਼ਕ ਬਹੁਤ ਹੀ ਦੁਖਦਾਈ ਚੀਜ਼ ਹੈ, ਭਾਵੇਂ ਹਕੀਕੀ ਹੋਵੇ ਭਾਵੇਂ ਮਜਾਜੀ ਹੋਵੇ। ਇਸ਼ਕ ਦਾ ਰਾਹ ਫਕੀਰੀ ਹੈ, ਜੋ ਕਿ ਬਹੁਤ ਮੁਸ਼ਕਿਲ ਹੈ। ਇਸ਼ਕ ਦੇ ਜਾਬਰ ਤੇ ਕਹਿਰ ਭਰੇ ਚਿੱਤਰ ਨੂੰ ਦੇਖ ਕੇ ਉਹ ਕੁਰਲਾ ਉੱਠਦਾ ਹੈ। ਵਿਛੋੜਾ ਤੇ ਬਿਰਾ, ਕਹਿੰਦਾ ਵਿਛੋੜਾ ਤੇ ਬਿਰਾ ਇਸ਼ਕ ਦੇ ਵੱਖ ਨਹੀਂ ਕੀਤੇ ਜਾ ਸਕਦੇ। ਇਸ਼ਕ ਦੇ ਵਿੱਚ ਵਿਛੋੜਾ ਤੇ ਬਿਰਾ ਬਹੁਤ ਜ਼ਿਆਦਾ ਹੈ, ਇਹ ਇਹਦੇ ਅਟੁੱਟ ਅੰਗ ਨੇ। ਕਿਉਂਕਿ ਜਦੋਂ ਕਿਸੇ ਨਾ ਕਿਸੇ ਨੂੰ ਇਸ਼ਕ ਹੁੰਦਾ ਤੇ ਜਦੋਂ ਉਹਦੀ ਵਿਛੋੜਾ ਪੈਂਦਾ ਤਾਂ ਉਹ ਬਿਰੋਂ ਵਿੱਚ ਚਲਾ ਜਾਂਦਾ, ਯਾਨੀ ਕਿ ਉਹਦੇ ਤੜਫਦਾ ਹੈ ਉਹਨੂੰ ਮਿਲਣ ਵਾਸਤੇ। ਮਿਲਾਪ ਦੀਆਂ, ਜਿਵੇਂ ਕਿ ਸੱਸੀ ਪੁੰਨੂ ਉਹਨੇ ਲਿਖਿਆ, ਮਿਲਾਪ ਦੀ ਉਮੰਗ। ਕਹਿੰਦਾ ਬਿਰੇ ਮਗਰੋਂ ਪਿਆਰੇ ਦੇ ਵਿਛੋੜੇ ਵਿੱਚ ਮਿਲਾਪ ਦੀ ਇੱਛਾ ਕਰਦਾ, ਔਰ ਉਹਨੂੰ ਆਪਣੇ ਪ੍ਰੀਤਮ ਨਾਲ ਮਿਲਾਪ ਦੀ ਉਮੰਗ ਰਹਿੰਦੀ। ਤਕਦੀਰਾਂ ਦੀ ਅਟਲਤਾ। ਹਾਸ਼ਮ ਅਨੁਸਾਰ ਤਕਦੀਰ ਵਿੱਚ ਜੋ ਲਿਖਿਆ ਹੋ ਕੇ ਰਹਿੰਦਾ, ਜੋ ਪਰਮਾਤਮਾ ਨੇ ਤਕਦੀਰ ਵਿੱਚ ਲਿਖਿਆ ਉਹਨੂੰ ਕੋਈ ਟਾਲ ਨਹੀਂ ਸਕਦਾ। ਇਸ ਕਰਕੇ ਉਹ ਲੇਖਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ।
ਅਤੇ ਉਸ ਤੇ ਜੇ ਪਰਮਾਤਮਾ ਜੇ ਉਹਦੀ ਤਕਦੀਰ ਵਿੱਚ ਲਿਖਿਆ ਕਿ ਉਹਨੇ ਭੀਖ ਮੰਗਣੀ ਹੈ ਤੇ ਉਹ ਭੀਖ ਵੀ ਮੰਗਵਾਉਂਦਾ। ਜੇ ਲੇਖਾਂ ਵਿੱਚ ਇਹ ਲਿਖਿਆ ਕਿ ਉਹਨੇ ਤਖਤ ਤੇ ਬੈਠਣਾ ਤੇ ਉਹ ਤਖਤ ਤੇ ਵੀ ਬਿਠਾ ਦਿੰਦਾ। ਇਸ ਕਰਕੇ ਜੋ ਵੀ ਤਕਦੀਰ ਵਿੱਚ ਲਿਖਿਆ ਹੁੰਦਾ ਉਹ ਹੀ ਇਨਸਾਨ ਦੀ ਜ਼ਿੰਦਗੀ ਵਿੱਚ ਬੀਤਦਾ। ਰੱਬ ਦੇ ਦੀਦਾਰ ਹਸ਼ਰਮਸਾਰ ਮਨੁੱਖ ਇਸ ਸੰਸਾਰ 'ਚ ਹੁਸਨ ਦੇ ਤਲਾਸ਼ ਨਾਲ ਆਉਂਦਾ ਹੈ ਤੇ ਉਹ ਸੰਸਾਰਿਕ ਹੁਸਨ ਨੂੰ ਪਿਆਰ ਕਰਦਾ ਹੋਇਆ ਰੱਬੀ ਹੁਸਨ ਦੇ ਦੀਦਾਰ ਕਰਨ ਦੀ ਲੋਚਦਾ ਹੈ। ਇਸ ਤੇ ਅਮਲ ਕਰਦੇ ਹੀ ਸ਼ੁਰੂ ਤੋਂ ਦੁੱਖ ਸਹਿੰਦੇ ਹਨ, ਪਰ ਰੱਬ ਦੇ ਦੀਦਾਰ ਉਹ ਕਰਦੇ ਹਨ ਜਿਹੜੇ ਆਪ ਹੀ ਪਛਾਣ ਕਰਦੇ ਹਨ। ਕਹਿੰਦਾ ਜਦੋਂ ਉਹਨਾਂ ਨੂੰ ਰੱਬ ਨਹੀਂ ਨਜ਼ਰ ਆਉਂਦਾ ਤੇ ਰੱਬ ਹੋਰ ਅੱਖੀ ਮਰਨ ਦਹਿ ਸਿਰ ਬਿੰਮਤ ਅੱਥੀ, ਇਹ ਉਹਦੀ ਕਵਿਤਾ ਸੀਗੀ। ਸਰਾਂ ਦੇ ਧਾਰਮਿਕ ਪਖੰਡ ਦਾ ਵਿਰੋਧ, ਹਾਸ਼ਮ ਵੀ ਸਰਾਂ ਦੇ ਧਾਰਮਿਕ ਕਰਮਕਾਂਡਾਂ ਦਾ ਵਿਰੋਧੀ ਆ। ਨੈਕਸਟ ਆ ਨਾਸ਼ਮਾਨਤਾ। ਬੁੱਲੇ ਸ਼ਾਹ ਵਾਂਗੂ ਇਹਨੇ ਵੀ ਕਿਹਾ ਵਾ ਕਿ ਜਿਹੜਾ ਸੰਸਾਰ ਹੈ ਉਹ ਨਾਸ਼ਮਾਨ ਹੈ, ਇੱਕ ਦਿਨ ਇਹਨੇ ਖਤਮ ਹੋਣਾ ਹੈ। ਇਸ ਕਰਕੇ ਪਰਮਾਤਮਾ ਨੂੰ ਮਨੁੱਖ ਨੂੰ ਚੰਗੇ ਕੰਮ ਕਰਨੇ ਚਾਹੀਦੇ ਤਾਂ ਕਿ ਉਹਨੂੰ ਮੁਕਤੀ ਮਿਲੇ। ਨੈਕਸਟ ਫੇਰ ਆ ਗਿਆ ਬੁੱਲੇ ਸ਼ਾਹ ਦੇ ਜੀਵਨ ਤੇ ਉਸਦੀਆਂ ਕਾਫੀਆਂ ਹੀ ਆਪਾਂ ਪਿੱਛੇ ਪੜ੍ਹ ਲਿਆ ਬੁੱਲੇ ਸ਼ਾਹ ਦਾ। ਇਹਦੇ ਵਿੱਚ ਇੱਕ ਬੁੱਲੇ ਸ਼ਾਹ ਦੀ ਹੈਗੀ ਆ ਕਵਿਤਾ, ਹੁਣ ਕੇ ਹੱਥ ਆਪ ਛਪਾਈ ਦਾ। ਇਹ ਉਹਦੇ ਆ ਸਕਦੀ ਵਿਸ਼ਾ ਵਸਤੂ ਉਹਦਾ ਮੇਰੀ ਬੁੱਕਲ ਦੇ ਵਿੱਚ ਚੋਰ, ਚੋਰ ਉਹਨੇ ਰੱਬ ਨੂੰ ਕਿਹਾ ਵਾ। ਇਸ ਜਿਹੜੀ ਕਵਿਤਾ ਵਾ ਉਹਦਾ ਵੀ ਵਿਸ਼ਾ ਵਸਤੂ ਆ ਸਕਦਾ ਹੈ। ਵੈਰੀ ਵੈਰੀ ਇੰਪੋਰਟੈਂਟ ਜੋ ਬੁੱਲੇ ਸ਼ਾਹ ਦਾ, ਵਾਰਿਸ ਸ਼ਾਹ ਦਾ ਵੈਰੀ ਵੈਰੀ ਇੰਪੋਰਟੈਂਟ ਜੋ। ਇੱਕ ਹੋਰ ਹੈਗਾ ਇਸ਼ਕ ਦੀ ਨਵੀਂ ਨਵੀਂ ਬਹਾਰ, ਕਾਫੀ ਦਾ ਵਿਸ਼ਾ ਵਸਤੂ ਲਿਖੋ। ਇਹ ਵੀ ਬੁੱਲੇ ਸ਼ਾਹ ਦੀ ਲਿਖੀ ਆ, ਇਸ਼ਕ ਦੀ ਨਵੀਂ ਨਵੀਂ ਬਹਾਰ, ਵੈਰੀ ਵੈਰੀ ਇੰਪੋਰਟੈਂਟ। ਇਹਦਾ ਵੀ ਵਿਸ਼ਾ ਵਸਤੂ ਆਊਗਾ ਕਿ ਆ ਸਕਦਾ ਤਿੰਨਾਂ ਚੋਂ। ਤੇਰਾ ਨਾਮ ਤਿਹਾਈ ਦਾ ਕਾਫੀ ਦਾ ਵਿਸ਼ਾ ਵਸਤੂ। ਹੱਥੀ ਟਿਲਕ ਗਈ ਮੇਰੇ ਚਰਖੇ ਦੀ, ਇਹ ਵੀ ਕਾਫੀ ਆ ਉਹਦੀ, ਇਹਦਾ ਵੀ ਵਿਸ਼ਾ ਵਸਤੂ। ਅੱਗੇ ਆ ਗਿਆ ਬਲਵੰਤ ਗਾਰਗੀ। ਬਲਵੰਤ ਗਾਰਗੀ ਦਾ ਜੀਵਨ ਔਰ ਉਹਦੀ ਵਿਦਿਆ, ਉਹਨੇ ਕਿਹੜੀਆਂ ਕਿਹੜੀਆਂ ਰਚਨਾਵਾਂ ਦੀ ਰਚਨਾ ਕੀਤੀ। ਜਿਹੜਾ ਬਲਵੰਤ ਗਾਰਗੀ ਸੀ ਉਹਦਾ ਜਨਮ 4 ਦਸੰਬਰ 1816 ਈਸਵੀ ਨੂੰ ਪਿੰਡ ਮਹਿਣਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਉਹਦਾ ਜਨਮ ਬਾਬੂ ਸ਼ਿਵ ਚੰਦ ਅਤੇ ਮਾਤਾ ਸ਼੍ਰੀਮਤੀ ਉੱਨੀ ਦੇ ਘਰ ਹੋਇਆ। ਪੜ੍ਹਾਈ ਤੇ ਵਿਦਿਆ, ਬਲਵੰਤ ਗਾਰਗੀ ਨੇ ਆਪਣੀ ਪੜ੍ਹਾਈ ਅੰਗਰੇਜ਼ੀ ਅਤੇ ਪੋਲੀਟੀਕਲ ਸਾਇੰਸ ਵਿੱਚ ਕੀਤੀ। ਆਲ ਇੰਡੀਆ ਰੇਡੀਓ 'ਚ ਬਤੌਰ ਅਰਿਸਟ ਦੇ ਵਿੱਚ ਨੌਕਰੀ ਕੀਤੀ। ਅਮਰੀਕਾ ਦੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾਉਂਦੇ ਸਨ ਅਤੇ ਨਾਟਕ ਨਿਰਦੇਸ਼ਨ ਵੀ ਕੀਤਾ। ਪੰਜਾਬ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਦਾ ਕੰਮ ਕੀਤਾ, ਜਿੱਥੇ ਉਹਨਾਂ ਦੀ ਹੇਠ ਕਈ ਡਿਪਾਰਟਮੈਂਟ ਸੀ। ਡਿਪਾਰਟਮੈਂਟ ਆਫ ਇੰਡੀਆ ਥੀਏਟਰ ਕਾਇਮ ਹੋਇਆ। ਨਾਟਕਕਾਰ ਵਜੋਂ ਉਹਨਾਂ ਨੇ ਟੈਗੋਰ ਅਤੇ ਗੁਰਬਖਸ਼ ਸਿੰਘ ਦੇ ਪ੍ਰਭਾਵ ਅਧੀਨ ਪੰਜਾਬੀ ਵਿੱਚ ਲਿਖਣਾ ਆਰੰਭ ਕੀਤਾ, ਕਿਉਂਕਿ ਇੱਕ ਟੈਗੋਰ ਹੀ ਨਾ, ਰਵਿੰਦਰਾ ਨਾਥ ਟੈਗੋਰ, ਉਹਨੇ ਵੀ ਬੜੇ ਨਾਟਕ ਲਿਖੇ, ਜਿਵੇਂ ਚਿੱਤਰਾ ਨਾਟਕ ਸੀ ਉਹਦਾ। ਕਹਿੰਦਾ ਉਸਨੇ ਤਕਨੀਕ ਤੇ ਸਟੇਜ ਪੱਖੋਂ ਪੰਜਾਬੀ ਨਾਟਕ ਸਭ ਤੋਂ ਵੱਧ ਤਜਰਬੇ ਕੀਤੇ। ਰੂਸ, ਅਮਰੀਕਾ ਸਭ ਤੋਂ ਵੱਧ ਤਜਰਬੇ, ਵਾਕੀਆ ਇੰਗਲੈਂਡ, ਫਰਾਂਸ, ਮੁੰਬਈ, ਦਿੱਲੀ ਵਿੱਚ, ਪਟਿਆਲਾ ਆਦਿ ਵਿੱਚ ਸਟੇਜ ਉੱਤੇ ਨਾਟਕਾਂ ਦਾ ਭਰਪੂਰ ਪ੍ਰਯੋਗ ਕੀਤਾ। ਇਸ ਕਰਕੇ ਇਹਨੂੰ ਅੰਤਰਰਾਸ਼ਟਰੀ ਨਾਟਕਕਾਰ ਵੀ ਕਿਹਾ ਜਾਂਦਾ ਹੈ ਬਲਵੰਤ ਗਾਰਗੀ ਨੂੰ। ਅੱਗੇ ਆ ਗਿਆ ਸਾਹਿਤ ਨੂੰ ਦੇਣ। ਇਹਨੇ ਕੁੱਟ, ਸੈਲ ਪੱਥਰ, ਵਿਸ਼ਵੇਦਾਰ, ਕੇਸੋਨ, ਧੂਣੀ ਦੀ ਅੱਗ, ਬੱਲੀ, ਛੌਂਕਣ ਆਦਿ ਨਾਟਕ ਲਿਖੇ। ਹੋਰ ਵੀ ਵਿੱਚ ਹੈਗੇ ਜੀ, ਤੁਸੀਂ ਖੁਦ ਪੜ੍ਹਨੇ ਆ। ਗਾਰਗੀ ਦੇ ਰਚਨਾਵਾਂ ਦੇ ਵਿਸ਼ੇ ਇਹ ਤੁਸੀਂ ਖੁਦ ਕਰਨਾ। ਵਿਧੀਆਂ,
ਕਹਿੰਦਾ ਕਿ ਨਾਟਕ ਦੀ ਤਰਤੀਬ ਦੀ ਜਿਹੜੀ ਗਾਰਗੀ ਨੂੰ ਡੂੰਘੀ ਸਮਝ ਸੀ, ਉਹ ਪਾਤਰਾਂ ਦੇ ਤਿੱਖੇ ਕਾਟਵੇ ਸੁਚੱਜਾ ਪ੍ਰਯੋਗ ਤਿੱਖੇ ਕਾਟਵੇ ਅਤੇ ਭਖਵੇਂ ਵਾਰਤਾਲਾਪ ਦਾ ਲੇਖਕ ਹੈ। ਮਲਵਈ ਭਾਸ਼ਾ ਦਾ ਸੁਚੱਜਾ ਪ੍ਰਯੋਗ ਕਰਦਾ ਹੈ ਤੇ ਉਸਨੇ ਆਪਣੇ ਨਾਟਕ ਦੇ ਵਿੱਚ ਪੱਛਮੀ ਅਤੇ ਰੂਸੀਆ ਦੀ ਕਈ ਨਾਟਕਾਂ ਦੀਆਂ ਪ੍ਰਯੋਗ ਕੀਤਾ, ਨਾਟਕੀ ਵਿਧੀਆਂ ਦਾ। ਪਾਤਰਾਂ ਦੇ ਮਾਨਸਿਕ ਭਾਵ ਨੂੰ ਹਟਾਉਣ ਸਮੇਂ ਗਾਰਗੀ ਚਿੰਤਾਤਮਕ ਕਵਿਤਾਵਾਂਮਈ ਵਾਰਤਾਲਾਪ ਦਾ ਪ੍ਰਯੋਗ ਕਰਦਾ। ਨਿਸ਼ਾਨ ਅਤੇ ਪੁਰਸਕਾਰ। ਬਲਵੰਤ ਗਾਰਗੀ ਨੂੰ ਸਾਰੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। 1962 ਵਿੱਚ ਉਹਨਾਂ ਨੂੰ ਪੁਸਤਕ ਰੰਗਮੰਚ ਉੱਤੇ ਸਾਹਿਤ ਅਕੈਡਮੀ ਪੁਰਸਕਾਰ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਭਾਰਤ ਸਰਕਾਰ ਵੱਲੋਂ 1973 ਵਿੱਚ ਪਦਮ ਸ਼੍ਰੀ ਉਪਾਧੀ ਮਿਲੀ ਔਰ ਧਾਲੀਵਾਲ ਅਵਾਰਡ ਕਰਤਾਰ ਸਿੰਘ ਨੇ ਉਹਨਾਂ ਨੂੰ ਧਾਲੀਵਾਲ ਅਵਾਰਡ ਦਿੱਤਾ ਔਰ 21 ਅਪ੍ਰੈਲ 2003 ਨੂੰ ਉਹਦੀ ਮੌਤ ਹੋ ਗਈ। ਇਹਨਾਂ ਦਾ ਲਿਖਿਆ ਨਾਟਕ ਕਣਕ ਦੀ ਬੱਲੀ ਬਹੁਤ ਫੇਮਸ ਆ। ਇਹ ਜਦੋਂ ਤੁਸੀਂ ਸਾਰਾ ਪੜ੍ਹੋਗੇ ਤੇ ਇਹਦੇ ਵਿੱਚ ਸਾਰੇ ਤੁਹਾਨੂੰ ਵਾਰਤਾਲਾਪ ਵੀ ਪਤਾ ਲੱਗ ਜੂਗੀ ਔਰ ਵਾਰਤਾਲਾਪ ਦੇ ਇਹਦੇ ਵਿੱਚ ਆਉਣੇ ਜੇ ਪ੍ਰਸੰਗ ਸਹਿਤ ਵਿਆਖਿਆ ਔਰ ਜਿਹੜਾ ਕਰੈਕਟਰ ਨੇ ਉਹਨਾਂ ਦਾ ਚਿੱਤਰਨ ਕਰੈਕਟਰ ਸਕੈਚ ਆਪਾਂ ਜਿਹਨੂੰ ਕਹਿ ਸਕਦੇ ਆ ਉਹ ਆ ਸਕਦਾ ਹੈ। ਇੱਕ ਕੁਐਸਚਨ ਇਵੇਂ ਵੀ ਆਉਂਦਾ ਵਾ ਕਿ ਕਣਕ ਦੀ ਬੱਲੀ ਨਾਟਕ ਨੂੰ ਖੇਡਣ ਵਾਸਤੇ ਕਿਹੜੀਆਂ ਸਮੱਸਿਆਵਾਂ ਆਈਆਂ, ਇਹ ਵੀ ਕੁਐਸਚਨ ਆ ਸਕਦਾ ਹੈ। ਨੈਕਸਟ ਹੈਗਾ PBI 203 ਇਲੈਕਟਿਵ ਪੰਜਾਬੀ ਦਾ ਯਾਨੀ ਕਿ ਪਾਰਟ B। ਇਹਦੇ ਵਿੱਚ ਇੰਪੋਰਟੈਂਟ ਕੁਐਸਚਨ ਹੈਗਾ ਸਮਾਜਿਕ ਅਤੇ ਸਾਹਿਤਕ ਵਿਸ਼ੇਸ਼ਤਾਵਾਂ ਦੱਸੋ। ਵੈਰੀ ਇੰਪੋਰਟੈਂਟ ਕੁਐਸਚਨ। ਸਭ ਤੋਂ ਪਹਿਲਾਂ ਸਮਾਜਿਕ ਵਿਸ਼ੇਸ਼ਤਾਵਾਂ, ਉਸ ਤੋਂ ਬਾਅਦ ਸਾਹਿਤਕ ਵਿਸ਼ੇਸ਼ਤਾਵਾਂ, ਕਹਿੰਦਾ ਕਿ ਸਮਾਜਿਕ ਆਪਾਂ ਪਰਿਸਥਿਤੀਆਂ ਜਿਹੜੇ ਹਾਲਾਤ ਸੀ ਉਹਨਾਂ ਨੇ ਪ੍ਰਤੱਖ ਤੇ ਅਪ੍ਰਤੱਖ ਤੌਰ ਤੇ ਜਿਹੜਾ ਸਾਹਿਤ ਨਾ ਉਹਦੇ ਉੱਤੇ ਬਹੁਤ ਆਪਣਾ ਪ੍ਰਭਾਵ ਪਾਇਆ। ਉਹਦੇ ਵਿੱਚ ਜਿੰਨੀਆਂ ਵੀ ਪ੍ਰਵਿਰਤੀਆਂ ਆਈਆਂ ਸਮਾਜਿਕ ਕਾਰਨਾਂ ਕਰਕੇ ਆਈਆਂ। ਮੱਧਕਾਲ ਦੇ ਆਰੰਭ ਵਿੱਚ ਭਾਰਤ ਵਿੱਚ ਕਈ ਪੁਸ਼ਤਾਂ ਤੋਂ ਮੁਗਲ ਰਾਜ ਕਾਇਮ ਸੀ। ਇਹ ਕਹਿੰਦਾ ਇਸ ਦੌਰ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਵਿੱਚ ਕੋਈ ਅੰਦਰਲੀ ਵੱਡੀ ਬਗਾਵਤ ਹੋਈ, ਨਾ ਹੀ ਕੋਈ ਬਾਹਰੋਂ ਹਮਲਾ ਹੋਇਆ, ਪਰ ਔਰੰਗਜ਼ੇਬ ਦੇ ਗੱਦੀ ਉੱਪਰ ਬੈਠਣ ਅਤੇ ਉਸ ਦੁਆਰਾ ਅਪਣਾਈ ਧਰਮ ਪੱਖੀ ਨੀਤੀ ਅਤੇ ਅਤਿਆਚਾਰਾਂ ਨੇ ਹਿੰਦੂ ਜਨਤਾ ਦੇ ਵਿੱਚ ਅਸੰਤੋਸ਼ ਦੀ ਭਾਵਨਾ ਭਰ ਦਿੱਤੀ। ਸਿੱਟੇ ਵਜੋਂ ਵੱਖ-ਵੱਖ ਇਲਾਕਿਆਂ ਵਿੱਚ ਲੋਕ ਨਾਇਕ ਉੱਠ ਖੜੋਤੇ। ਇੱਧਰ ਪੰਜਾਬ ਵਿੱਚ ਸਿੱਖ ਭਗਤੀ ਅੰਦੋਲਨ ਚੰਗੀ ਤਰ੍ਹਾਂ ਕਾਇਮ ਹੋਇਆ ਅਤੇ ਸੰਗਠਿਤ ਹੋਇਆ। ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਚਾਂਦਨੀ ਚੌਂਕ ਵਿੱਚ ਬੜੀ ਬੇਰਹਿਮੀ ਨਾਲ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਤਾਂ ਸਿੱਖ ਅੰਦੋਲਨ ਵਿੱਚ ਆਤਮ ਰੱਖਿਆ ਦੀ ਸਮੱਸਿਆ ਪੈਦਾ ਹੋਈ। ਆਤਮ ਰੱਖਿਆ ਭਗਤੀ ਦੇ ਨਾਲ ਸ਼ਕਤੀ ਨੂੰ ਇਕੱਠਾ ਕਰਨਾ ਵੀ ਜ਼ਰੂਰੀ ਹੋ ਗਿਆ। ਇਸ ਦੌਰਾਨ 1699 ਈਸਵੀ ਵਿੱਚ ਦਸ਼ਮ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਔਰ ਅਰਜੀਵਾੜਿਆਂ ਦੀ ਇੱਕ ਨਵੀਂ ਸੈਨਾ ਸਾਹਮਣੇ ਆਈ, ਜਿਸ ਦਾ ਉਦੇਸ਼ ਧਰਮ ਵਿੱਚ ਫੈਲੇ ਹੋਏ ਭੈੜਾਂ ਨੂੰ ਦੂਰ ਕੀਤਾ, ਜਾਣੀ ਕਿ ਬੁਰਾਈਆਂ ਨੂੰ ਦੂਰ ਕੀਤਾ। ਕਹਿੰਦਾ ਇਸ ਕਾਲ ਦੇ ਸ਼ੁਰੂ ਹੁੰਦਿਆਂ ਹੀ ਪਹਿਲਾਂ 1707 ਈਸਵੀ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਔਰ 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ। ਔਰੰਗਜ਼ੇਬ ਤੋਂ ਬਾਅਦ ਉਸਦਾ ਵੱਡਾ ਪੁੱਤਰ ਮੁਆਜ਼ੂ ਭਾਰਤ ਦੀ ਗੱਦੀ ਦੇ ਕਾਬਜ਼ ਹੋ ਗਿਆ ਅਤੇ ਬਹਾਦਰ ਸ਼ਾਹ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਉਧਰ ਖਾਲਸੇ ਨੂੰ ਬੰਦਾ ਬਹਾਦਰ ਦੇ ਰੂਪ ਇੱਕ ਬਹਾਦਰ ਜਰਨੈਲ ਦੀ ਅਗਵਾਈ ਕੀਤੀ ਗਈ। ਫਿਰ ਮੁਗਲਾਂ ਅਤੇ ਸਿੱਖ ਸੈਨਾ ਵਿਚਕਾਰ ਯੁੱਧ ਹੋਏ ਔਰ ਬੰਦਾ ਬਹਾਦਰ ਨੇ
ਸਰਹੰਦ ਦੀ ਇੱਟ ਨਾਲ ਇੱਟ ਵਜਾਈ ਔਰ 1716 ਈਸਵੀ ਵਿੱਚ ਉਸ ਨੂੰ ਬੜੀ ਬੇਦਰਦੀ ਨਾਲ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ। ਬੰਦੇ ਦੀ ਮੌਤ ਤੋਂ ਬਾਅਦ 30 ਵਰ੍ਹਿਆਂ ਵਿੱਚ ਸਿੱਖਾਂ ਉੱਪਰ ਆਹ ਕਹਿ ਤੇ ਆਹ ਸਹਿ ਅਤਿਆਚਾਰ ਹੋਏ, ਪਰ ਕੌਮੀ ਪਰਵਾਨੇ ਮੁਗਲ ਹਕੂਮਤ ਨਾਲ ਟੱਕਰ ਲੈਣ ਦੀ ਸ਼ਕਤੀ ਅਰਜਿਤ ਕਰਦੇ ਸੀ। ਇਹਦੀ ਡਿਟੇਲ ਆ, ਅੱਗੋਂ ਤੁਸੀਂ ਖੁਦ ਪੜ੍ਹਨੀ ਆ, ਬਹੁਤ ਲੰਬੀ ਚੌੜੀ। ਅੱਗੇ ਆ ਗਿਆ ਸਾਹਿਤਕ ਵਿਸ਼ੇਸ਼ਤਾਵਾਂ। ਸਾਹਿਤਕ ਵਿਸ਼ੇਸ਼ਤਾਵਾਂ ਕਿ ਸਾਹਿਤ ਵਿੱਚ ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਸੀ। ਉਸ ਤੋਂ ਬਾਅਦ ਗੁਰਮਤਿ ਕਾਵਿਧਾਰਾ। ਗੁਰਮਤਿ ਕਾਵਿਧਾਰਾ ਦਾ ਜੇਕਰ ਆਪਾਂ ਆਰੰਭ ਸੋਚੀਏ, ਕੁਐਸਚਨ ਇਵੇਂ ਆ ਜਾਏ ਕਿ ਗੁਰਮਤਿ ਕਾਵਿਧਾਰਾ ਦਾ ਆਰੰਭ ਕਦੋਂ ਹੋਇਆ, ਤੇ ਗੁਰਮਤਿ ਕਾਵਿਧਾਰਾ ਦਾ ਆਰੰਭ ਗੁਰੂ ਨਾਨਕ ਦੇਵ ਤੋਂ ਹੋਇਆ। ਜਗਤ ਲਈ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤੇ, ਉਸ ਨੂੰ ਗੁਰਮਤਿ ਕਿਹਾ ਗਿਆ। ਉਹਨਾਂ ਦੀ ਬਾਣੀ ਵਿੱਚ ਗੁਰਮਤਿ ਦੀਆਂ ਸਿਧਾਂਤਕ ਅਤੇ ਧਾਰਮਿਕ ਵਿਆਖਿਆ ਹੋਈ। ਜਿਹੜੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਨੇ ਲੋੜ ਅਨੁਸਾਰ ਇਸ ਧਾਰਮਿਕ ਅੰਦੋਲਨ ਦੇ ਸੰਗਠਨ ਲਈ ਵੱਧ ਤੋਂ ਵੱਧ ਕੰਮ ਕੀਤੇ। 10 ਗੁਰੂਆਂ ਵਿੱਚ ਪਹਿਲੇ 5 ਗੁਰੂਆਂ ਅਤੇ 9ਵੇਂ ਗੁਰੂ ਨੇ ਬਾਣੀ ਦੀ ਰਚਨਾ ਕੀਤੀ। 10ਮ ਗੁਰੂ ਨਾ ਕੇਵਲ ਆਪ ਹੀ ਮਹਾਨ ਕਵੀ ਸਨ, ਸਗੋਂ ਉਹਨਾਂ ਨੇ ਆਪਣੇ ਦਰਬਾਰ ਵਿੱਚ 52 ਕਵੀਆਂ ਨੂੰ ਸ਼ਰਨ ਦੇ ਕੇ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਭਾਰਤੀ ਵਿਰਸੇ ਦਾ ਭਾਸ਼ਾ ਇੱਕ ਰੂਪਾਂਤਰ ਕਰਵਾਇਆ। ਉਸ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿੱਚ ਆ ਜਾਂਦਾ ਕਿ ਉਹਨਾਂ ਨੇ ਪਹਿਲੇ 4 ਗੁਰੂਆਂ ਦੀ ਬਾਣੀ ਨੂੰ ਇਕੱਠਾ ਕਰਕੇ 1604 ਈਸਵੀ ਵਿੱਚ ਗ੍ਰੰਥ ਦੀ ਬੀੜ ਬੰਨੀ। ਇਸ ਵਿੱਚ ਅਨੇਕਾਂ ਭਗਤਾਂ, ਸੰਤਾਂ, ਫਕੀਰਾਂ, ਭੱਟਾਂ ਦੀ ਵੀ ਬਾਣੀ ਇਸ ਵਿੱਚ ਸ਼ਾਮਲ ਕੀਤੀ। ਔਰ ਗੁਰਮਤਿ ਦੇ ਅਨੁਕੂਲ, ਜਿਹੜਾ ਕਿ ਗੁਰਮਤਿ ਦੇ ਅਨੁਕੂਲ ਸੀ, ਇਸ ਦੀ ਪਹਿਲੀ ਬੀੜ ਭਾਈ ਗੁਰਦਾਸ ਨੇ ਲਿਖ ਕੇ ਮੁਕੰਮਲ ਕੀਤੀ। ਇਹ ਗ੍ਰੰਥ ਮੱਧ ਯੁੱਗ ਦੀ ਨਿਰਗੁਣ ਸਾਧਨਾ ਅਤੇ ਭਗਤੀ ਭਾਵਨਾ ਦਾ ਇੱਕ ਵਿਸ਼ਾਲ ਕੋਸ਼ ਹੈ। ਲੋਕ ਕਾਵਿ ਰੂਪਾਂ, ਲੋਕ ਮੁਹਾਵਰਿਆਂ ਤੇ ਲੋਕ ਪਰੰਪਰਾਵਾਂ ਦੀ ਬੜੀ ਉੱਤਮ ਪ੍ਰਤੀਨਿਧੀ ਇਸ ਗ੍ਰੰਥ ਵਿੱਚ ਮਹੱਤਵਪੂਰਨ ਵਿਸ਼ੇਸ਼ਤਾ ਹੈ। ਅੱਗੇ ਸੂਫੀ ਕਾਵਿਧਾਰਾ, ਜਿਹੜੀ ਹੁਣੇ ਅਸੀਂ ਪੜ੍ਹੇ ਸਾਰੇ, ਬੁੱਲੇ ਸ਼ਾਹ, ਫਰੀਦ, ਬਾਬਾ ਫਰੀਦ, ਇਹ ਸਾਰਾ ਸੂਫੀ ਕਾਵਿ ਹੈ। ਬਾਬੇ ਫਰੀਦ ਤੋਂ ਸ਼ੁਰੂ ਹੋਈ ਸੀ ਔਰ ਬਹੁਤ ਸਾਰੇ ਸੂਫੀ ਕਵੀਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ। ਇਹ ਤੁਸੀਂ ਖੁਦ ਵੀ ਪੜ੍ਹਨੀ ਡਿਟੇਲ। ਔਰ ਕਿੱਸਾ ਕਾਵਿਧਾਰਾ ਕਦੋਂ ਸ਼ੁਰੂ ਹੋਈ? ਦਮੋਦਰ। ਇਹਦੇ ਕੌਣ ਕੌਣ ਹੈਗੇ ਨੇ ਲੇਖਕ? ਦਮੋਦਰ, ਪੀਲੂ, ਹਾਫਿਜ਼ ਬਖਤਿਆਰ, ਅਹਿਮਦ ਗੁੱਜਰ, ਇਹਨਾਂ ਨੇ ਕਿੱਸਾਕਾਰ ਲਿਖੇ। ਔਰ ਮਕਬੂਲ, ਵਾਰਿਸ, ਹਾਮਦ, ਦੂਜੇ ਹੈਗੇ ਕਿੱਸਾਕਾਰ ਚਿਰਾਗ ਅਵਾਨ, ਆਡਤ, ਸਦੀਕ ਲਾਲੀ, ਸੁੰਦਰਦਾਸ, ਆਰਾਮ, ਅਬਦੁਲ ਹਕੀਮ ਅਤੇ ਬੇਬਲ। ਮਕਬੂਲ ਦੀਆਂ ਜਿਹੜੀਆਂ ਰਚਨਾਵਾਂ ਉਹਦੇ ਵਿੱਚ ਜੰਗਨਾਮਾ ਤੇ ਹੀਰ ਆ। ਔਰ ਵਾਰਿਸ ਸ਼ਾਹ ਦੀਆਂ ਜਿਹੜੀਆਂ ਹੈਗੀਆਂ ਆਪਾਂ ਪਿੱਛੇ ਪੜ੍ਹ ਚੁੱਕੇ, ਵੈਸੇ ਕਿੱਸੇ ਸੀ ਇਹਨਾਂ ਦੇ, ਇਸ਼ਕ ਗੱਲ ਇਜ਼ਹਾਰ ਹੋਈ, ਵਾਰਿਸ ਦੀ ਹੀਰ ਵੀ ਹੈਗੀ ਆ। ਹਾਮਦ ਨੇ ਵੀ ਕਿੱਸੇ ਲਿਖੇ, ਹੀਰ ਦਾ ਕਿੱਸਾ ਲਿਖਿਆ, ਜੰਗ ਹਾਮਦ ਲਿਖਿਆ। ਅੱਗੇ ਹੈਗਾ ਵਾ ਚਿਰਾਗਵਾਨ ਦਾ ਪਿੰਡ ਜਿਹੜਾ ਖਟੇੜ ਜ਼ਿਲ੍ਹਾ ਗਾਜੀ ਖਾਂ ਦਾ ਰਹਿਣ ਵਾਲਾ ਸੀ। ਔਰ ਇਸ ਨੇ ਵੀ ਕਿੱਸੇ ਵਿੱਚ ਲਹਿੰਦੀ ਤੇ ਉਪਭਾਸ਼ਾ ਦਾ ਅੰਸ਼ ਜ਼ਿਆਦਾ ਮਿਲਦਾ ਇਹਦੇ ਵਿੱਚ। ਔਰ ਸੱਸੀ ਪੁੰਨੂ ਇਹਨੇ ਲਿਖਿਆ, ਚਿਰਾਗਵਾਨ ਨੇ। ਇੱਕ ਤਾਂ ਦਮੋਦਰ ਨੇ ਵੀ ਲਿਖਿਆ ਸੀ ਨਾ, ਇੱਕ ਇਹਨੇ ਵੀ ਲਿਖਿਆ ਸੀ। ਸਦੀਕ ਲਾਲੀ, ਯੂਸਫ ਜੁਲੇਖਾ ਦਾ ਜਿਹੜਾ ਕਿੱਸਾ ਹੈ ਨਾ, ਉਹ ਸਦੀਕ ਲਾਲੀ ਨੇ ਲਿਖਿਆ ਜੀ। ਸੁੰਦਰਦਾਸ, ਇਹਨੇ ਵੀ ਸੱਸੀ ਪੁੰਨੂ ਦਾ ਲਿਖਿਆ, ਪਰ ਇਹਨੇ ਆਪਣੀ ਸ਼ੈਲੀ ਵਿੱਚ ਲਿਖਿਆ, ਆਪਣੀ ਸ਼ੈਲੀ ਕਿ ਆਪਣੇ ਢੰਗ ਤਰੀਕੇ ਨਾਲ ਲਿਖਿਆ। ਬਿਲਕੁਲ ਸਦੀਕ ਲਾਲੀ ਵਰਗਾ ਨਹੀਂ ਆ, ਆਪਣੇ ਢੰਗ ਤਰੀਕੇ ਨਾਲ ਲਿਖਿਆ। ਦੂਸਰਾ ਖੰਡ, ਇਹਦੇ ਵਿੱਚ ਹਾਸ਼ਮ, ਕਿਹੜੇ ਕਵੀ ਹੁੰਦੇ ਸੂਫੀ ਕਵੀ? ਹਾਸ਼ਮ ਦਾ ਅੱਗੇ ਅਸੀਂ ਪੜ੍ਹ ਲਿਆ। ਅਹਿਮਦ ਯਾਰ ਦਾ ਵੀ ਆਪਾਂ ਪੜ੍ਹ ਲਿਆ। ਨਹੀਂ, ਅਹਿਮਦ ਯਾਰ ਦਾ ਨਹੀਂ ਪੜ੍ਹਿਆ। ਅਹਿਮਦ ਯਾਰ ਦਾ ਜਿਹੜਾ ਜਨਮ ਸੀ ਗੁਜਰਾਤ ਦੇ ਇੱਕ ਪਿੰਡ ਇਸਲਾਮਗੜ੍ਹ ਵਿੱਚ ਹੋਇਆ। ਉਹ ਆਪਣੇ ਪਿੰਡ ਦੀ ਇੱਕ ਕੁੜੀ ਨਾਲ ਇਸ਼ਕ ਕਰ ਬੈਠਾ, ਜੋ ਸਿਰੇ ਨਾ ਚੜਿਆ ਅਤੇ ਲੋਕਾਂ ਦੀ ਲਾਜ ਤੋਂ ਡਰਦਾ ਮੁਗਲਾਂ ਪਿੰਡ ਵਿੱਚ ਆ ਗਿਆ ਵਸਿਆ। ਇਹ ਅਰਬੀ, ਫਾਰਸੀ ਤੇ ਇਸਲਾਮੀ ਸਾਹਿਤ ਦਾ ਚੰਗਾ ਜਾਣਕਾਰ ਸੀ। ਕਵੀ ਨੇ ਫਿਰਦੌਸੀ ਤੇ ਸ਼ਾਹਨਾਮੇ ਦੀਆਂ ਲੀਹਾਂ ਤੇ ਫਾਰਸੀ ਕਵਿਤਾ ਵਿੱਚ ਫਤੂਹਾਤ ਖਾਲਸਾ ਯਾਨੀ ਕਿ ਸ਼ਹਿਨਸ਼ਾਹਨਾਮਾ ਲਿਖਿਆ। ਅਹਿਮਦ ਯਾਰ ਨੇ ਪੰਜਾਬੀ ਵਿੱਚ ਸਭ ਨਾਲੋਂ ਜ਼ਿਆਦਾ ਕਿੱਸੇ ਲਿਖੇ।
ਇਹਦੇ ਪਰ ਜਿਹੜੇ ਲਿਖੇ ਤੇ ਨੇ ਬਹੁਤ ਸਾਰੇ ਕਿੱਸੇ ਆ, ਬਟ ਇਹਦੇ ਜਿਹੜੇ ਮਸ਼ਹੂਰ ਹੋਏ ਆ, ਫੇਮਸ ਹੋਏ ਹੈਗੇ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ, ਲੈਲਾ ਮਜਨੂ, ਕਾਸਰੂ, ਚੰਦਰ ਬਦਨ, ਰਾਜ ਬੀਬੀ ਸੈਫਲ, ਮਲੂਕ ਯੂਸਫ, ਜ਼ੁਲੈਖਾ। ਇਹ ਇਹਦੇ ਫੇਮਸ ਹੈਗੇ ਨੇ। ਮੀਆਂ ਇਮਾਮ ਬਖਸ਼, ਇਹਦਾ ਜਿਹੜਾ ਜਨਮ ਸੀਗਾ ਉਹ 1778 ਈਸਵੀ ਵਿੱਚ ਪਿੰਡ ਪੱਸਿਆਂ ਵਾਲਾ, ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ ਵਿੱਚ ਹੋਇਆ। ਇਹ ਜਾਤ ਦਾ ਜਿਹੜਾ ਸੀ ਕੁਰੈਸ਼ੀ ਸੀ, ਤਰਖਾਣ ਦਾ ਕੰਮ ਕਰਦਾ ਸੀ। ਔਰ ਇਹਦੀ ਜਿਹੜੀ ਮੌਤ ਹੈ 1863 ਵਿੱਚ ਹੋਈ। ਇਹਦੀਆਂ ਜਿਹੜੀਆਂ ਰਚਨਾਵਾਂ ਉਹ ਨੋਟ ਕਰ ਲਓ। ਕਈ ਵਾਰੀ ਕਿਸੇ ਕਵੀ ਦੀਆਂ ਰਚਨਾਵਾਂ ਹੀ ਇਕੱਲੀਆਂ ਪੁੱਛਦੇ ਨੇ, ਜਿਵੇਂ ਕਿ ਬਹਿਰਾਮ, ਕਿੱਸਾ ਲੈਲਾ ਮਜਨੂ, ਕਿੱਸਿਆਂ ਦੇ ਬਦਨ, ਕਿੱਸਾ ਗੁਲ ਸਨੋਬਰ ਸ਼ਾਹ, ਬਹਿਸ ਦਾ ਕਿੱਸਾ ਕਵੀ ਦੇ ਦੋ ਸਾਰਿਆਂ ਕਿੱਸਿਆਂ ਵਿੱਚ ਅਧਿਕ ਪ੍ਰਸਿੱਧ ਹੈ। ਇਹਨੇ ਅਰਬੀ ਤੇ ਫਾਰਸੀ ਨੂੰ ਆਪਣਾ ਵਿਸ਼ਾ ਬਣਾਇਆ। ਔਰ ਅੱਗੇ ਹੈਗਾ ਤੀਸਰੇ ਖੰਡ ਵਿੱਚ ਸੈਯਦ ਫਜ਼ਲ ਸ਼ਾਹ। ਸੈਯਦ ਫਜ਼ਲ ਸ਼ਾਹ ਜਿਹੜਾ ਵੀ ਕਿੱਸਾਕਾਰ ਹੈ, ਇਹਦਾ ਜਨਮ ਲਾਹੌਰ ਦੇ ਨੇੜੇ ਪਿੰਡ ਨਵਾਂਕੋਟ ਵਿੱਚ ਹੋਇਆ ਅਤੇ ਸਾਰੀ ਉਮਰ ਇਸਨੇ ਲਾਹੌਰ ਵਿੱਚ ਸਰਕਾਰੀ ਨੌਕਰੀ ਬਤੀਤ ਕੀਤੀ। ਇਹ ਅਰਬੀ ਫਾਰਸੀ ਦਾ ਚੰਗਾ ਵਿਦਵਾਨ ਸੀ ਅਤੇ ਇਸਲਾਮੀ ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਦਾ ਇਸਨੂੰ ਗੰਭੀਰ ਗਿਆਨ ਸੀ, ਜਾਣੀ ਕਿ ਡੂੰਘਾ ਗਿਆਨ ਸੀ। ਇਸ ਦੀਆਂ 5 ਕਿੱਸੇ ਨੇ ਜਿਹੜੇ ਕਿ ਸੋਹਣੀ ਮਹੀਵਾਲ ਲਿਖਿਆ ਨੇ, ਸੱਸੀ ਪੁੰਨੂ, ਹੀਰ ਰਾਂਝਾ, ਲੈਲਾ ਮਜਨੂ ਤੇ ਯੂਸਫ ਜ਼ੁਲੈਖਾ। ਸੋਹਣੀ ਮਹੀਵਾਲ ਇਹਨੇ 20 ਵਰ੍ਹਿਆਂ ਦੀ ਉਮਰ ਵਿੱਚ ਲਿਖਿਆ ਸੀ। ਕਹਿੰਦਾ ਮਜ਼ੇਦਾਰ ਗੱਲ ਇਹ ਹੈ ਕਿ ਇਹੀ ਉਸਦੀ ਅਤ ਉੱਤਮ ਰਚਨਾ ਹੈ, ਜਿਹੜੀ ਕਿ ਸਭ ਤੋਂ ਜਿਹੜੀ ਪਸੰਦ ਕੀਤੀ ਜਾਣ ਵਾਲੀ ਇਹਦੀ ਰਚਨਾ ਵਾ ਸੋਹਣੀ ਮਹੀਵਾਲ ਆ। ਮੀਆਂ ਮੁਹੰਮਦ ਬਖਸ਼, ਇਹ ਜਿਹੜਾ ਕਵੀ ਸੀ ਇਹਦਾ ਜਨਮ ਜੇਹਲਮ ਜ਼ਿਲ੍ਹੇ ਦੇ ਠਾਕੁਰ ਪਿੰਡ ਵਿੱਚ ਹੋਇਆ। ਇਸਨੇ ਆਪਣੀ ਪਿੱਤਰ ਗੱਦੀ ਜਿਹੜੀ ਪਿਓ ਵੱਲੋਂ ਮਿਲੀ ਗੱਦੀ ਸੀ, ਆਪਣੇ ਭਰਾ ਨੂੰ ਦੇ ਕੇ ਬਚਪਨ ਤੋਂ ਹੀ ਵਿਰਾਗ ਧਾਰਨ ਕਰ ਲਿਆ। ਵੱਖ-ਵੱਖ ਪੀਰਾਂ ਫਕੀਰਾਂ ਦੇ ਡੇਰਿਆਂ ਤੇ ਫਿਰ ਕੇ ਦੀਨੀ ਅਤੇ ਸਾਹਿਤਕ ਪ੍ਰਾਪਤੀ ਕੀਤੀ। ਅਰਬੀ ਫਾਰਸੀ ਦੇ ਵਿੱਚ ਚੰਗਾ ਵਿਦਵਾਨ ਸੀ। ਔਰ ਇਹਨੇ ਜਿਹੜੇ ਕਿੱਸੇ ਲਿਖੇ ਉਹ ਹੈਗੇ ਆ ਸੈਫੀ ਮਲੂਕ, ਸ਼ੀਰੀ ਫਰਹਾਦ, ਗੁਲਜ਼ਾਰੇ ਫਕਰ, ਤੋਹਫਾ ਬਦਹ, ਅਲਜਮ ਮਾਲ, ਕਿੱਸਾ ਸ਼ੇਖ ਸਨਿਆ ਦੇ ਇਲਾਵਾ ਇਹਨੇ ਸ਼ੀਰਫੀਆਂ, ਗਜ਼ਲਾਂ ਵੀ ਲਿਖੀਆਂ ਤੇ ਦੋਹਰੇ ਵੀ ਲਿਖੇ। ਉਸ ਤੋਂ ਆ ਗਿਆ ਕਿਸ਼ਨ ਸਿੰਘ ਆਰਿਫ, ਇਹਦਾ ਜਨਮ ਨਰੈਣ ਸਿੰਘ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ। ਇਹਨੇ 1 ਦਰਜਨ ਤੋਂ ਵੱਧ ਰਚਨਾਵਾਂ ਰਚੀਆਂ। ਹੀਰ ਰਾਂਝਾ, ਸ਼ੀਰੀ ਫਰਹਾਦ, ਪੂਰਨ ਭਗਤ, ਰਾਜਾ ਭਰਥਰੀ, ਰਾਜਾ ਰਸਾਲ, ਔਰ ਇਸ ਤੋਂ ਇਲਾਵਾ ਇਹਦੀਆਂ ਹੋਰ ਵੀ ਕਈ ਰਚਨਾਵਾਂ ਨੇ। ਮੀਆਂ ਮੁਹੰਮਦ ਬੂਟਾ ਗੁਜਰਾਤੀ, ਇਹ ਇੱਕ ਚੰਗਾ ਪੜ੍ਹਿਆ ਲਿਖਿਆ ਗੁਜਰਾਤ ਦਾ ਰਹਿਣ ਵਾਲਾ ਸੀ। ਇਸ਼ਕੀਆਂ ਕਿਸੇ ਲਿਖਣ ਵੇਲੇ ਯਾਰਾਂ ਦੀ ਫਰਮਾਇਸ਼ ਨੂੰ ਮਹੱਤਵ ਦਿੰਦਾ, ਪਰ ਅਸਲ ਕਾਰਨ ਇਸਦੇ ਆਪਣੇ ਜੀਵਨ ਵਿੱਚ ਵਾਪਰੀ ਪ੍ਰੇਮ ਦੀ ਘਟਨਾ ਹੈ, ਜਾਣੀ ਕਿ ਇਹਨੂੰ ਵੀ ਕਿਸੇ ਨਾਲ ਪ੍ਰੇਮ ਹੋਇਆ ਸੀ, ਜਿਸ ਬਾਰੇ ਉਲੇਖ ਇਸਦੇ ਕਿੱਸਿਆਂ ਵਿੱਚ ਮਿਲ ਜਾਂਦਾ ਹੈ। ਇਸਦੇ ਨਾਮ ਨਾਲ ਸੰਬੰਧਿਤ 22 ਰਚਨਾਵਾਂ, ਯਾਨੀ ਕਿ ਇਹਨੇ ਟੋਟਲ ਕਿੰਨੀਆਂ ਰਚਨਾਵਾਂ ਲਿਖੀਆਂ? 22। ਔਰ ਇਸ ਕਾਲ ਵਿੱਚ ਰਚੇ ਗਏ ਕਿੱਸੇ ਤੇ ਕਾਵਿ ਰਚਨਾਵਾਂ ਵਿੱਚ ਇਹਦੀਆਂ ਹੈਗੀਆਂ ਸ਼ੀਰੀ ਫਰਹਾਦ, ਪੰਜਗੰਜ, ਚੰਦਰ ਬਦਨ, ਰੋਡਾ ਜਲਾਲੀ, ਮਿਰਜ਼ਾ ਸਾਹਿਬਾ, ਕਿੱਸਾ ਸੁਲਤਾਨ ਮਹਿਮੂਦ। ਹਦਾਇਤਲਾ ਨਾਂ ਦਾ ਇੱਕ ਕਵੀ ਸੀਗਾ। ਇਹਦਾ ਜਨਮ ਜਿਹੜਾ ਵਾ ਲਾਹੌਰ ਵਿੱਚ ਹੋਇਆ ਔਰ ਇਹਨੇ ਸਟੇਜੀ ਕਵਿਤਾ ਨੂੰ ਵਿਕਸਿਤ ਕੀਤਾ। ਇਹਨੇ 11 ਸ਼ੇਰਫੀਆਂ ਲਿਖੀਆਂ, 12 ਮਾਹ ਲਿਖਿਆ, ਦੋੜੇ ਲਿਖੇ ਔਰ ਮੁਅੱਜਜ਼ ਅਤੇ ਮਦਹ ਲਿਖੇ। ਮੌਲਵੀ ਗੁਲਾਮ ਰਸੂਲ, ਕਹਿੰਦਾ ਇਹਦਾ ਜਨਮ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿੱਚ ਆਲਮਪੁਰ ਕੋਟਲਾ ਦਾ ਨਿਵਾਸੀ ਹੈ। ਇਹਨੇ ਫਾਰਸੀ ਤੇ ਉਰਦੂ ਵਿੱਚ ਇਹ ਬਹੁਤ ਵੱਡਾ ਵਿਦਵਾਨ ਸੀ। ਇਹਨੇ ਅਮੀਰ ਹਮਜ਼ਾ ਨਾਂ ਦੀ ਇੱਕ ਵੱਡੀ ਰਚਨਾ ਕਾਵਿ ਜਗਤ ਨੂੰ ਦਿੱਤੀ। ਇਹ ਸਭ ਤੋਂ ਸ਼੍ਰੇਸ਼ਟ ਰਚਨਾ ਅਹਿਸਨੁਲ ਕਾਸਿਮ ਹੈ। ਇਸ ਯੂਸਫ ਜ਼ੁਲੈਖਾ ਦੇ ਅਖਿਆਨ ਦਾ ਢੰਗ ਦੇ ਵਿੱਚ ਵਰਣਨ ਕੀਤਾ, ਆਸਾਨ ਢੰਗ ਵਿੱਚ ਵਰਣਨ ਕੀਤਾ।
ਅੱਗੇ ਆ ਗਿਆ ਸੂਫੀ ਕਾਵਿਧਾਰਾ। 18ਵੀਂ ਸਦੀ ਦੇ ਵਿੱਚ ਸੂਫੀ ਕਾਵਿਧਾਰਾ ਵੀ ਲਗਾਤਾਰ ਚੱਲਦੀ ਰਹੀ। ਇਹ ਜਿਹੜੀ ਸਦੀ ਸੀ ਸੂਫੀ ਕਾਵਿਧਾਰਾ ਵਾਲੀ ਹੀ, ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਸੂਫੀ ਕਵੀ ਅਲੀ ਹੈਦਰ। ਅਲੀ ਹੈਦਰ ਦਾ ਜਨਮ ਜਿਹੜਾ ਸੀ 1690 ਈਸਵੀ ਵਿੱਚ ਹੋਇਆ। ਇਹਦੇ ਪਿਤਾ ਦਾ ਨਾਂ ਸ਼ੇਖ ਮੁਹੰਮਦ ਅਸੀਮ ਸੀ ਅਤੇ ਇਹ ਮੁਲਤਾਨ ਜ਼ਿਲ੍ਹੇ ਦੇ ਚੌਂਤਰਾ ਨਾਂ ਦੇ ਪਿੰਡ ਦਾ ਵਸਨੀਕ ਸੀ। ਅਲੀ ਹੈਦਰ ਫਾਰਸੀ ਦਾ ਵੀ ਵਿਦਵਾਨ ਸੀ ਅਤੇ ਮੁਕੰਮਲ ਮਜਮੂਆਏ ਅਬਿਆਤ ਅਲੀ ਹੈਦਰ ਅਨੁਸਾਰ ਇਸ ਦੀਆਂ 6 ਸ਼ੇਰਫੀਆਂ, 12 ਮਾਹ, ਫੁਟਕਲ ਬੈਂਤ ਔਰ ਹੋਰ ਕਈ ਰਚਨਾਵਾਂ ਨੇ। ਇਹਨੇ ਹੀਰ ਰਾਂਝਾ, ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾ ਦੀ ਰਚਨਾ ਵੀ ਕੀਤੀ ਹੈ। ਬੁੱਲੇ ਸ਼ਾਹ ਦਾ ਆਪਾਂ ਪਿੱਛੇ ਪੜ੍ਹ ਲਿਆ ਵਾ, ਦੁਬਾਰਾ ਨਹੀਂ ਮੈਂ ਪੜੂੰਗੀ। ਸੈਯਦ ਗੁਲਾਮ ਕਾਦਰ ਸ਼ਾਹ, ਇਹ ਵੀ ਇੱਕ ਸੂਫੀ ਕਵੀ ਸੀਗਾ। ਇਹਦਾ ਜਨਮ ਜਿਹੜਾ ਸੀ ਉਹ ਬਟਾਲੇ ਸ਼ਹਿਰ ਵਿੱਚ 1707 ਈਸਵੀ ਵਿੱਚ ਸੈਯਦ ਮੁਹੰਮਦ ਫਾਜ਼ਿਲ ਸ਼ਾਹ ਦੇ ਘਰ ਹੋਇਆ। ਇਸ ਦਾ ਪੂਰਾ ਨਾਂ ਸੈਯਦ ਗੁਲਾਮ ਕਾਦਰ ਸ਼ਾਹ ਸੀ ਅਤੇ ਉਪਨਾਮ ਇਹਦਾ ਨਾਮ ਗੁਲਾਮ ਸੀ। ਇਹਦੀਆਂ ਜਿਹੜੀਆਂ ਸੂਫੀਕਾਰ ਰਚਨਾਵਾਂ ਨੇ ਹੈਗੀਆਂ ਮਸਨਵੀ, ਹਮਜੂਰ ਇਸ਼ਕ, ਸ਼ੇਰਫੀ, ਗਜ਼ਲਾਂ ਅਤੇ ਸਾਂਝਾਂ ਨੂੰ ਜਵਾਹਰ ਤਵਸਤਾ ਦੇ ਨਾਂ ਨਾਲ ਅਧੀਨ ਪ੍ਰਕਾਸ਼ਿਤ ਕੀਤਾ। ਇਹਦੀ ਜਿਹੜੀ ਭਾਸ਼ਾ ਸੀ ਉਹ ਅਰਬੀ ਤੇ ਫਾਰਸੀ। ਨੈਕਸਟ ਹੈਗਾ ਫੁਰਦ ਫਕੀਰ। ਇਹਦਾ ਜਨਮ 1720 ਈਸਵੀ ਵਿੱਚ ਫੁਰਦ ਫਕੀਰ ਦਾ ਜਨਮ ਗੁਜਰਾਤ ਵਿੱਚ ਹੋਇਆ। ਕਵੀ ਦੇ ਜੀਵਨ ਬਾਰੇ ਹੋਰ ਕੋਈ ਵਾਕਫੀ ਨਹੀਂ ਮਿਲਦੀ। ਇਸ ਦੀਆਂ ਜਿਹੜੀਆਂ ਰਚਨਾਵਾਂ ਸੀ ਉਹ ਹੈਗੀਆਂ ਰੋਸ਼ਨ ਦਿਲ, ਕਸਬਨਾਮਾ, ਬਾਫਿੰਦਗਾ, 12 ਮਾਹ, ਸ਼ੇਰਫੀ ਆਦਿ। ਕਹਿੰਦਾ ਕਿ ਇਹਨੇ ਉਸ ਚੀਜ਼ ਦਾ ਖੁੱਲ੍ਹ ਕੇ ਵਿਖਾਵਾ ਦਾ ਵਿਰੋਧ ਕੀਤਾ ਜਿਹੜੀ ਵਿਖਾਵੇ ਵਾਸਤੇ, ਜਿਹੜੇ ਧਰਮ ਦੇ ਨਾਂ ਤੇ ਲੋਕ ਵਿਖਾਵਾ ਕਰਦੇ ਉਹਨਾਂ ਦਾ ਇਹਨੇ ਬਹੁਤ ਜ਼ਿਆਦਾ ਵਿਰੋਧ ਕੀਤਾ, ਬਟ ਇੱਕ ਸੱਚੇ ਧਰਮ ਦੀ ਸਥਾਪਨਾ ਉੱਤੇ ਜ਼ੋਰ ਵੀ ਦਿੱਤਾ। ਵਜੀਦ ਫਰਦ ਦੀ ਬੋਲੀ ਸਰਲ ਤੇ ਸਧਾਰਨ ਸੀ। ਇਹਨੂੰ ਅਰਬੀ ਤੇ ਫਾਰਸੀ ਦਾ ਚੰਗਾ ਗਿਆਨ ਸੀ ਔਰ ਇਹਦੀਆਂ ਜਿਹੜੀਆਂ ਰਚਨਾਵਾਂ ਦੇ ਵਿੱਚ ਦਲੇਰੀ, ਆਤਮ ਵਿਸ਼ਵਾਸ ਤੇ ਸੋਚ ਦੀ ਰੰਗਤ ਵੇਖਣ ਨੂੰ ਮਿਲਦੀ। ਨੈਕਸਟ ਆ ਗਿਆ ਵਜੀਦ ਮੌਲਾ ਬਖਸ਼। ਕੁਸ਼ਤਾ ਅਨੁਸਾਰ ਵਜੀਦ ਦਾ ਜਨਮ 1130 ਹਿਜਰੀ ਵਿੱਚ ਕਾਬਲ ਵਿੱਚ ਹੋਇਆ। ਇਹ ਜਾਤ ਦੇ ਪਠਾਨ ਮੁਸਲਮਾਨ ਸੀ। ਵਜੀਦ ਹਿੰਦੀ ਵਿੱਚ ਲਿਖੀਆਂ 14 ਪੁਸਤਕਾਂ ਦੱਸੀਆਂ, ਪਰ ਪੰਜਾਬੀ ਵਿੱਚ ਕੁਝ ਸ਼ਬਦ ਹਨ ਜਿਨ੍ਹਾਂ ਦੀ ਕੁੱਲ ਗਿਣਤੀ 77 ਹੈ। ਬਾਬਾ ਵਜੀਦ ਦੀ ਕਵਿਤਾ ਦਾ ਜਿਹੜਾ ਸਾਰਿਆ ਪ੍ਰਮੁੱਖ ਗੁਣ ਇਹ ਹੈ ਕਿ ਉਸਨੇ ਬੜੀ ਦ੍ਰਿੜਤਾ, ਹਿੰਮਤ ਨਾਲ ਸਮਾਜ ਦੀ ਕਾਣੀ ਵੰਡ ਨੂੰ ਬਿਆਨ ਕੀਤਾ। ਵਿਅੰਗ ਅਤੇ ਕਟਾਖ ਦੇ ਕਾਰਨ ਇਸ ਦੀ ਰਚਨਾ ਵਿੱਚ ਨਿੰਮਾ ਹਾਸ ਰਸ ਵੀ ਆ। ਉੱਚੇ ਅਤੇ ਨੀਵੇਂ, ਦੁਖੀ ਅਤੇ ਸੁਖੀ, ਗਰੀਬ ਦਾ ਚਿਤਰਨ ਕਰਦਿਆਂ ਇਸਨੇ ਸੁੰਦਰ ਤੁਲਨਾ ਦੇ ਨਮੂਨੇ ਪੇਸ਼ ਕੀਤੇ। ਅੱਗੇ ਆ ਗਿਆ ਗੁਲਾਮ ਜਿਲਾਨੀ ਰੋਹਤਕੀ। ਕਹਿੰਦਾ ਇੱਕ ਚਿਸ਼ਤੀ ਕਾਦਰੀ ਸੰਪਰਦਾਇ ਦਾ ਸੂਫੀ ਸੀ। ਇਸ ਦਾ ਜਨਮ 1749 ਈਸਵੀ ਵਿੱਚ ਸੈਯਦ ਬਦਨਦੀਨ ਚਿਸ਼ਤੀ ਦੇ ਘਰ ਹੋਇਆ। ਇਸ ਦੀ ਮ੍ਰਿਤੂ 1819 ਵਿੱਚ ਹੋਈ ਔਰ ਇਸਨੇ ਫਕੀਰ ਰੰਗ ਖੂਬ ਚੜਿਆ। ਸ਼ੇਖ ਫਰੀਦ ਵਾਂਗ ਚਿਲੇ ਕੱਟੇ, ਮੱਕੇ ਗਿਆ, ਕਰਬਲਾ ਦੀ ਯਾਤਰਾ ਕੀਤੀ। ਇਸ ਦੀਆਂ ਰਚਨਾਵਾਂ ਵਿੱਚੋਂ ਚੁਪਈਆਂ ਅਤੇ ਚੌਬਰਗੀਆਂ ਮਿਲਦੀ ਆ, ਜਿਸ ਵਿੱਚ ਕਵੀ ਨੇ ਇਸ਼ਕ ਦੀ ਲੋੜ ਤੋਂ ਭਗਤੀ, ਦਰਸ਼ਨ, ਯੋਗ ਆਦਿ ਸਾਧਨਾ ਸੰਬੰਧੀ ਪੱਖਾਂ ਤੇ ਪ੍ਰਕਾਸ਼ ਪਾਇਆ ਔਰ ਇਹਦੀ ਜਿਹੜੀ ਸ਼ੈਲੀ ਲਿਖਣ ਦਾ ਢੰਗ ਤਰੀਕਾ ਵਿਰਾਗਮਈ ਹੈ। ਔਰ ਇਹਦੀਆਂ ਜਿਹੜੀਆਂ ਰਚਨਾਵਾਂ ਉਹਦੇ ਵਿੱਚ ਸੱਚਲ, ਹਬੀਬ, ਸ਼ਾਹ ਮੁਰਾਦ, ਜਾਨਾ, ਬਖਸ਼, ਸਿਸਕੀ, ਰਸ਼ੀਦ ਆਦਿ। ਔਰ ਇਸ ਤੋਂ ਇਲਾਵਾ ਇਹਦੀਆਂ ਕਾਫੀਆਂ, 12 ਮਾਹ, ਸ਼ੇਰਫੀਆਂ, ਮਾਝਾਂ ਆਦਿ ਦਾ ਖਜ਼ਾਨਾ ਭਰਪੂਰ ਮਿਲਦਾ ਇਹਦੇ ਰਚਨਾਵਾਂ ਵਿੱਚ। ਦੂਜਾ ਖੰਡ, ਸੂਫੀ ਕਵੀਆਂ ਦਾ ਜਿਹੜਾ ਦੂਜਾ ਖੰਡ, ਹਾਸ਼ਮ ਦੇ ਜੀਵਨ ਅਤੇ ਰਚਨਾ ਕਿੱਸਾਕਾਰ। ਹਾਸ਼ਮ ਆਪਾਂ ਪੜ੍ਹ ਲਿਆ ਹੈ, ਇਹਦਾ ਆਪਾਂ ਨਹੀਂ ਪੜਾਂਗੇ ਕਿਉਂਕਿ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਅੱਗੇ ਆ ਗਿਆ ਤੀਜਾ ਖੰਡ। ਤੀਜੇ ਖੰਡ ਵਿੱਚ ਹੈਗਾ ਮੀਰ ਸ਼ਾਹ ਜਲੰਧਰੀ। ਕਹਿੰਦਾ ਕਿ ਇਹ ਜਲੰਧਰ
ਦੇ ਰਹਿਣ ਵਾਲਾ ਸੀ, ਇਸ ਕਰਕੇ ਇਹਨੂੰ ਜਲੰਧਰੀ ਕਿਹਾ ਜਾਂਦਾ। ਔਰ ਇਹ ਸੈਯਦ ਵਲੀ ਮੁਹੰਮਦ ਦਾ ਪੁੱਤਰ ਸੀ। ਇਹ ਪੀਰ ਮਸਤਾਨ ਸ਼ਾਹ ਦਾ ਕਾਬਲੀ ਚੇਲਾ ਸੀ ਔਰ ਕਿੱਸਾਕਾਰਾਂ ਵਿੱਚ ਇਹਨੂੰ ਗਿਣਿਆ ਜਾਂਦਾ, ਕਿਉਂਕਿ ਇਸਨੇ 3 ਕਿੱਸਿਆਂ ਦੀ ਰਚਨਾ ਕੀਤੀ। ਇਸ ਦੀ ਅਧਿਕ ਪ੍ਰਸਿੱਧੀ ਰਚਨਾ ਹੈਗੀ ਆ ਕੁਲੀਅਤ ਮੀਰਾ ਸ਼ਾਹ, ਜਿਸ ਵਿੱਚ ਇਸ਼ਕ ਹਕੀਕੀ ਦੀ ਸ਼੍ਰੇਸ਼ਟਤਾ ਨੂੰ ਸਪਸ਼ਟ ਕੀਤਾ ਔਰ ਪ੍ਰੀਤਮ ਦੇ ਗੁੱਝੇ ਅਨੁਭਵ ਨੂੰ ਪ੍ਰਗਟ ਕੀਤਾ। ਮੀਰ ਸ਼ਾਹ ਦਾ ਸੂਫੀ ਅਨੁਭਵ ਸੱਚਾ ਹੈ। ਨਫਸ ਨੂੰ ਮਾਰ ਕੇ ਆਪਣੇ ਪ੍ਰੀਤਮ ਨਾਲ ਪ੍ਰੀਤ ਦਾ ਸਵਾਦ ਮਾਣਿਆ। ਇਸ ਦੇ ਜਿਹੜੇ ਬਿਆਨ ਨੇ ਵਿੱਚ ਤਾਜ਼ਗੀ, ਤੜਫ ਹੈ ਤੇ ਪ੍ਰੀਤਮ ਨੂੰ ਮਿਲਣ ਦੀ ਬੜੀ ਰੀਝ ਹੈ। ਇਹਨੇ ਜਿਹੜੀ ਭਾਸ਼ਾ ਦਾ ਉਪਯੋਗ ਕੀਤਾ ਬੜੀ ਸਰਲ ਸੀ। ਖਵਾਜਾ ਗੁਲਾਮ ਫਰੀਦ ਤੀਜੇ ਖੰਡ ਦਾ ਵੀ, ਦੂਜੇ ਖੰਡ ਦਾ ਸਿਰਫ ਇੱਕ ਹੀ ਜਿਹਨਾਂ ਲਿਖਿਆ, ਜਿਹੜਾ ਹਾਸ਼ਮ ਸੀਗਾ, ਉਸ ਤੋਂ ਇਲਾਵਾ ਕੋਈ ਹੋਰ ਨਹੀਂ ਹੈਗਾ। ਖਵਾਜਾ ਗੁਲਾਮ ਫਰੀਦ ਦਾ ਜਨਮ ਬਹਾਵਲਪੁਰ ਰਿਆਸਤ ਵਿੱਚ ਚਾਚੜਾ ਨਾਂ ਦੇ ਕਸਬੇ ਵਿੱਚ ਹੋਇਆ। ਇਸਦਾ ਖਾਨਦਾਨ ਸਰਕਾਰੀ ਦਰਬਾਰੇ ਚੜਿਆ ਹੋਇਆ ਬਹੁਤ ਪ੍ਰਤਿਸ਼ਿਸ਼ਟ ਸੀ, ਜਾਣੀ ਕਿ ਇਹਨਾਂ ਦਾ ਜਿਹੜਾ ਖਾਨਦਾਨ ਉੱਚਾ ਸੀਗਾ। ਅਰਬੀ ਫਾਰਸੀ ਤੋਂ ਇਲਾਵਾ ਗੁਲਾਮ ਫਰੀਦ ਨੂੰ ਉਰਦੂ, ਹਿੰਦੀ, ਸਿੰਧੀ ਅਤੇ ਪੰਜਾਬੀ ਦਾ ਗੰਭੀਰ ਗਿਆਨ ਸੀ, ਜਾਣੀ ਕਿ ਡੂੰਘਾ ਗਿਆਨ ਸੀ। ਇਸ ਨੇ ਕੁਝ ਕੁ ਅੰਗਰੇਜ਼ੀ ਦੀ ਜਾਣਕਾਰੀ ਵੀ ਹਾਸਲ ਕੀਤੀ ਔਰ ਇਹਦੀਆਂ ਜਿਹੜੀਆਂ ਰਚਨਾਵਾਂ ਨੇ ਉਹਦੇ ਵਿੱਚ ਕਾਫੀਆਂ, ਦੋਹੜੇ ਤੇ ਕਾਫੀਆਂ ਨੇ ਔਰ ਕੁਲੀਆਤ ਖਵਾਜਾ ਫਰੀਦ ਵਿੱਚ 271 ਕਾਫੀਆਂ। ਇਹਨਾਂ ਕਾਫੀਆਂ ਬਾਰੇ ਅਬਦੁਲ ਗਫੂਰ ਕੁਰੈਸ਼ੀ ਨੇ ਲਿਖਿਆ ਹੈ ਕਿ ਕਾਫੀ ਵਿੱਚ ਖਵਾਜਾ ਸਾਹਿਬ ਇਮਾਮ ਦਾ ਦਰਜਾ ਰੱਖਦੇ ਹਨ। ਉਹ ਅਸਲ ਵਿੱਚ ਕਾਫੀ ਦਾ ਬਾਦਸ਼ਾਹ ਹੈ। ਗੁਲਾਮ ਫਰੀਦ ਦਾ ਕਲਾਮ ਬਹੁਤ ਸਾਦਾ ਅਤੇ ਸਪਸ਼ਟ ਹੈ। ਲਹਿੰਦੀ ਪੰਜਾਬੀ ਦਾ ਚੋਖਾ ਪ੍ਰਭਾਵ ਹੈ। ਵਿਯੋਗ ਦੀ ਪੀੜ ਨੂੰ ਇਹ ਢੁਕਵੇਂ ਢੰਗ ਨਾਲ ਬਿਆਨ ਕੀਤਾ ਇਹਨੇ ਔਰ ਇਹਨੇ ਇਸ਼ਕ ਮਜਾਜੀ ਅਤੇ ਇਸ਼ਕ ਹਕੀਕੀ ਦੀ ਇੱਕ ਸੁਰ ਹੋ ਕੇ ਇਸ ਦੀਆਂ ਕਾਫੀਆਂ ਵਿੱਚ ਚਿੱਤਰੇ ਨੇ। ਹੋਤ ਨਾਂ ਦੀ ਕੁੜੀ ਨਾਲ ਉਹਨਾਂ ਦਾ ਮਜਾਜੀ ਇਸ਼ਕ ਸੀ ਔਰ ਪ੍ਰੇਮ ਦੀ ਅੰਤ ਵਿੱਚ ਹਕੀਕੀ ਵਿੱਚ ਬਦਲ ਜਾਂਦਾ। ਉਹਨੇ ਕਿਹਾ ਸੀ ਕਿ ਜਿਹੜਾ ਮਜਾਜੀ ਇਸ਼ਕ ਹੈ ਉਹ ਹਕੀਕੀ ਵਿੱਚ ਬਦਲ ਜਾਂਦਾ। ਇਹਦਾ ਆਪਣਾ ਨਿੱਜੀ ਅਨੁਭਵ ਸੀ, ਇਸ ਕਰਕੇ ਇਹਨੇ ਜਿਹੜਾ ਇਸ਼ਕ ਮਜਾਜੀ ਉਹਨੂੰ ਇਸ਼ਕ ਹਕੀਕੀ ਵਿੱਚ ਕੀਤਾ। ਇਸ ਤੋਂ ਇਲਾਵਾ ਇਹਦੇ ਤੋਂ ਇਲਾਵਾ ਹੋਰ ਵੀ 2 ਕਵੀ ਨੇ, ਗੁਲਾਮ ਮੁਸਤਫਾ ਮਾਸੂਮ, ਗੁਲਾਮ ਹੁਸੈਨ ਕੈਲੀਆਂ ਵਾਲਾ, ਮੁਹੰਮਦ ਦੀਨ, ਮੁਹੰਮਦ ਅਸ਼ਰਮ, ਹੋਰ ਵੀ ਇਸ ਖੰਡ ਦੇ ਕਵੀ ਹੈਗੇ ਨੇ। ਨੈਕਸਟ ਆ ਜਾਓ ਵੀਰ ਕਾਵ ਧਾਰਾ। ਵੀਰ ਕਾਵ ਧਾਰਾ ਕੀ ਆ? ਇਹਦਾ ਜਿਹੜਾ ਯੁੱਗ ਆ ਉਹ 1701 ਤੋਂ ਲੈ ਕੇ 1900 ਕਾਲ ਤੱਕ ਦਾ, ਜਿਹਦੇ ਵਿੱਚ ਆਉਂਦੀਆਂ ਨੇ ਵਾਰਾਂ, ਜੰਗਨਾਮੇ, ਗੁਰਬਿਲਾਸ। ਜ਼ਿਆਦਾਤਰ ਹਿੰਦੂਆਂ ਸਿੱਖਾਂ ਨੇ ਲਿਖੀਆਂ ਏ ਔਰ ਜੰਗਨਾਮੇ ਜਿਹੜੇ ਉਹ ਮੁਸਲਮਾਨ ਕਵੀਆਂ ਨੇ ਲਿਖੇ ਆ। ਕਹਿੰਦਾ ਵਾਰਾਂ ਦਾ ਪਹਿਲਾਂ ਆਪਾਂ ਦੱਸਾਂਗੇ ਵਾਰਾਂ ਕੀ ਹੁੰਦੀਆਂ ਨੇ। ਵਾਰਾਂ ਰਸ ਦੇ ਸੁੰਦਰ ਅਤੇ ਢੁਕਵੇਂ ਪ੍ਰਗਟਾਵੇ ਲਈ ਵਾਰ ਪੰਜਾਬੀ ਸਾਹਿਤ ਦਾ ਇੱਕ ਪ੍ਰਭਾਵਸ਼ਾਲੀ ਕਾਵਿ ਰੂਪ ਹੈ, ਜਿਹਨੂੰ ਰਾਗੀ ਢਾਡੀ ਨਹੀਂ ਬੋਲਦੇ। ਵਾਰਾਂ ਜਿਹੜੀਆਂ ਗੁਰਦੁਆਰਿਆਂ 'ਚ ਬੋਲੀ ਜਾਂਦੇ ਉਹ ਵਾਰਾਂ ਹੁੰਦੀਆਂ ਜੀ। ਵਾਰ ਸ਼ਬਦ ਦੇ ਅਨੇਕ ਵਿਦਵਾਨਾਂ ਨੇ ਅਨੇਕ ਤਰ੍ਹਾਂ ਦੇ ਅਰਥ ਕੀਤੇ, ਜਿਸ ਕਰਕੇ ਉਸ ਦਾ ਅਰਥ ਬੜਾ ਵਿਆਪਕ ਜਿਹਾ ਹੋ ਗਿਆ। ਸਮੁੱਚੇ ਤੌਰ ਤੇ ਵਾਰ ਦਾ ਅਰਥ ਇਹ ਕੀਤਾ ਜਾ ਸਕਦਾ ਹੈ ਕਿ ਉਹ ਵਾਰਤਾ ਜੋ ਆਪਣੇ ਵਿੱਚ ਕਿਸੇ ਯੁੱਧ ਜਾਂ ਟੱਕਰ ਦਾ ਜ਼ਿਕਰ ਰੱਖਦੀ ਹੈ, ਪਾਠਕਾਂ ਜਾਂ ਸਰੋਤਿਆਂ ਨੂੰ ਉਤਸ਼ਾਹਿਤ ਕਰਦੀ ਹੈ। ਔਰ ਬਹੁਤ ਸਾਰੀਆਂ ਵਾਰਾਂ ਲਿਖੀਆਂ ਗਈਆਂ। ਵਾਰ ਭੈੜੇ ਕੀ ਪਾਤਸ਼ਾਹੀ ਇਹ ਵਾਰ ਦਾ ਨਾਮ ਹੈ। ਕਹਿੰਦਾ ਜਿਹੜੀ ਵਾਰ ਭੈੜੇ ਦੀ ਪਾਤਸ਼ਾਹੀ ਆ ਉਹ ਅਗਿਆਤ ਸ਼ਰਧਾਲੂ ਦੁਆਰਾ ਲਿਖੀ। ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਵਿਚਲੇ ਅੰਤਿਮ ਯੁੱਧ ਅਤੇ ਕਿਲੇ ਨੂੰ ਤਿਆਗਣ ਤੋਂ ਬਾਅਦ ਚਮਕੌਰ ਵਿੱਚ ਹੋਈ ਭਿੜੰਤ ਤੱਕ ਦਾ ਪ੍ਰਸੰਗ ਹੈ, ਤੱਕਿਆ ਹੋਇਆ ਪ੍ਰਸੰਗ। ਇਹ 1704 ਈਸਵੀ ਦੀ ਘਟਨਾ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਕਿਹਾ ਜਾਂਦਾ ਵਾ। ਜਿਹੜੀ ਵਾਰ ਭੈੜੇ ਕੀ ਪਾਤਸ਼ਾਹੀ ਇਹਨੂੰ 10ਵੀਂ, ਇਹਨੂੰ ਗੁਰੂ ਗੋਬਿੰਦ ਸਿੰਘ ਦੀ ਵਾਰ ਵੀ ਕਿਹਾ ਜਾਂਦਾ ਜੇ। ਔਰ ਇਸ ਵਾਰ ਦਾ ਆਰੰਭ
ਕਰਤਾ ਪੁਰਖ ਦੀ ਆਰਾਧਨਾ ਤੇ ਮੰਗਲ ਨਾਲ ਹੁੰਦਾ ਹੈ। ਕਾਲ ਨਾਰਦ ਦੇ ਪਰਸਪਰ ਝਗੜੇ ਦੇ ਪਰੰਪਰਾਗਤ ਪਿਛੋਕੜ ਨਾਲ ਵੀ ਇਸਦਾ ਵਾਸਤਾ ਹੈ। ਔਰ ਉਸ ਤੋਂ ਬਾਅਦ ਹੈਗੀ ਚੰਡੀ ਦੀ ਵਾਰ। ਇਹਦੇ ਵਿੱਚ ਅਲੰਕਾਰ ਦੀ ਬੜੀ ਸੁੰਦਰ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ। ਅੱਗੇ ਉਸ ਤੋਂ ਬਾਅਦ ਲਵ ਕੁਸ਼ ਦੀ ਵਾਰ। ਇਹ ਜਿਹੜੀ ਵਾਰ ਆ ਇਹ 70 ਪੌੜੀਆਂ ਦੀਆਂ ਔਰ 66 ਤੋਂ ਲੈ ਕੇ 70 ਪੌੜੀ ਤੱਕ ਦੋਹਰੇ ਦੀ ਵਰਤੋਂ ਕੀਤੀ ਗਈ ਆ। ਔਰ ਜੇਕਰ 65 ਵਾਰ ਸੋਚੀਏ 65 ਤੋਂ ਲੈ ਕੇ ਪੌੜੀਆਂ ਦਾ ਆਰੰਭ ਸੋਰਠੇ ਤੋਂ ਹੁੰਦਾ ਔਰ 66 ਤੋਂ ਲੈ ਕੇ 70 ਤੱਕ ਦੋਹਰੇ ਤੋਂ ਆਰੰਭ ਹੁੰਦਾ ਹੈ। ਇਹਦੇ ਵਿੱਚ ਲਵ ਕੁਸ਼ ਦਾ ਜਨਮ ਅਸ਼ਵਮੇਧ ਯੱਗ ਦੇ ਘੋੜੇ ਨੂੰ ਫੜਨ ਕਰਕੇ ਰਾਮਚੰਦਰ ਜੀ ਦੇ ਭਰਾਵਾਂ ਦਾ ਲਵ ਕੁਸ਼ ਨਾਲ ਯੁੱਧ, ਮੂਰਛਿਤ ਲਛਮਣ ਆਦਿ ਨੂੰ ਵਾਲਮੀਕ ਦੁਆਰਾ ਪੁਨਰ ਜੀਵਤ ਕਰਨਾ, ਸੀਤਾ ਦਾ ਧਰਤੀ ਵਿੱਚ ਸਮਾਉਣਾ ਅਤੇ ਰਾਮਚੰਦਰ ਜੀ ਦਾ ਪੁੱਤਰਾਂ ਸਾਹਿਤ ਅਯੋਧਿਆ ਨੂੰ ਪਰਤਣਾ ਆਦਿ ਪ੍ਰਸੰਗਾਂ ਨੂੰ ਚਿਤਰਿਆ ਗਿਆ। ਲਵ ਕੁਸ਼ ਦੀ ਵਾਰ ਕ੍ਰਿਤ ਕਵੀ ਯਸ਼ੋਦਾ ਨੰਦਨ। ਪਹਿਲੀ ਜਿਹੜੀ ਲਵ ਕੁਸ਼ ਦੀ ਵਾਰ ਸੀ ਉਹ ਕ੍ਰਿਤ ਕਵੀ ਦੇਵੀ ਨੇ ਲਿਖੀ ਸੀ। ਹੁਣ ਦੂਸਰੀ ਜਿਹੜੀ ਯਸ਼ੋਦਾ ਨੰਦਨ ਨੇ ਲਿਖੀ ਤੇ ਤੇਜਭਾਨ ਨੇ। ਵਾਰ ਪਾਤਸ਼ਾਹੀ 10ਵੀਂ ਕੀ ਕਵੀ ਗੁਰਦਾਸ ਨੇ ਲਿਖੀ ਆ। ਜਿਹੜੀ ਇਹ ਵਾਰ ਹੈ ਨਾ ਭਾਈ ਗੁਰਦਾਸ ਦੀ, ਇਹਦਾ ਜੋ ਰੂਪ ਹੁਣ ਤੱਕ ਉਸ ਵਿੱਚ ਕੁੱਲ 28 ਪੌੜੀਆਂ ਨੇ। 20 ਪੌੜੀਆਂ ਦਾ ਤੋਲ ਅਖੀਰਲੀਆਂ 8 ਪੌੜੀਆਂ ਨਾਲੋਂ ਵੱਖਰਾ ਹੈ ਔਰ 20 ਪੌੜੀਆਂ ਵਿੱਚ ਪਹਿਲੇ ਹਿੱਸੇ ਦਾ ਮਹੱਤਮ ਹੋਇਆ ਵਾ ਜਹ ਵਾਰ ਭਗਉਤੀ ਜੋ ਪੜੇ ਅਮਰਾਪਦ ਪਾਏ। ਵਾਰ ਨਾਦਰ ਸ਼ਾਹ। ਕ੍ਰਿਤ ਕਵੀ ਨਿਜ਼ਾਮ। ਇਸ ਕਵੀ ਦੇ ਕਈ ਨਾਂ ਪ੍ਰਚਲਿਤ ਹਨ ਜਿਵੇਂ ਵਾਰ ਨਾਦਰ ਸ਼ਾਹ, ਨਜਾਬਤ ਦੀ ਵਾਰ, ਯਾਨੀ ਕਿ ਕੁਝ ਲੇਖਕ ਮੰਨਦੇ ਕਿ ਨਾਦਰ ਸ਼ਾਹ ਦੀ ਵਾਰ ਆ, ਕੁਝ ਕਹਿੰਦੇ ਆ ਕਿ ਨਜਾਬਤ ਦੀ ਵਾਰ ਆ। ਇਸ ਵਾਰ ਵਿੱਚ ਕਈ ਥਾਵਾਂ ਤੇ ਨਜਾਬਤ ਦਾ ਨਾਮ ਆਉਂਦਾ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਦਾ ਕਰਤਾ ਨਜਾਬਤ ਹੈ। ਕਹਿੰਦਾ ਨਜਾਬਤ ਰਾਲਾ ਅਗਲੀਆਂ ਵੱਡੀ ਹੋਣ ਮਾਰੀ ਸਤਰੰਜ ਦੀ, ਗੋਟ ਮਾਰੀ ਸਤਰੰਜ ਦੀ, ਜਜ਼ਬੇਕਾਰ ਅਮੀਰ ਨਜਾਬਤ ਮਾਨ ਜਤਨ ਪਾਤਸ਼ਾਹ। ਇਸ ਵਾਰ ਦਾ ਕਥਾਨਕ ਇਤਿਹਾਸਕ ਭਾਰਤ ਉੱਤੇ ਹੋਏ ਨਾਦਰ ਸ਼ਾਹ ਦੇ ਪ੍ਰਸਿੱਧ ਹਮਲੇ ਨੂੰ ਵਾਰ ਦਾ ਵਿਸ਼ਾ ਬਣਾਇਆ ਗਿਆ ਹੈ ਅਤੇ ਹਿੰਦੁਸਤਾਨੀ ਵੀਰਾਂ ਦੀ ਬਹਾਦਰੀ ਨੂੰ ਸਲਾਹਿਆ ਗਿਆ ਹੈ। ਅਸਲ ਇਸ ਵਾਰ ਵਿੱਚ ਸਾਹਿਤਿਕਤਾ ਅਤੇ ਇਤਿਹਾਸਿਕਤਾ ਦਾ ਸੁੰਦਰ ਸੁਮੇਲ ਹੈ। ਕਵੀ ਨੇ ਬੜੀ ਸੁਚੱਜਤਾ ਨਾਲ ਯੁੱਧ ਵਰਣਨ ਕਰਕੇ ਵੀਰ ਰਸ ਦਾ ਵਾਤਾਵਰਨ ਬੰਨਿਆ ਹੈ। ਚੱਠਿਆਂ ਦੀ ਵਾਰ ਜਿਹੜੀ ਪੀਰ ਮੁਹੰਮਦ ਨੇ ਲਿਖੀ। ਇਸ ਵਾਰ ਵਿੱਚ ਪੀਰ ਮੁਹੰਮਦ ਦੀ ਥਾਂ ਤੇ ਚੱਠੇ ਸਰਦਾਰ ਦੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਨਾਲ ਰਸੂਲ ਨਗਰ ਅਤੇ ਮੰਚਰ ਵਿਖੇ ਹੋਈਆਂ ਲੜਾਈਆਂ ਦਾ ਚਿੱਤਰਨ ਹੈ। ਇਸ ਵਾਰ ਦਾ ਲੇਖਕ ਪਿੰਡ ਨੂਨਾਵਾਲੀ ਜ਼ਿਲ੍ਹਾ ਗੁਜਰਾਤ ਦਾ ਵਸਨੀਕ ਅਤੇ ਚੱਠੇ ਸਰਦਾਰਾਂ ਪਾਸ ਨੌਕਰ ਸੀ। ਉਸ ਨੇ ਸਿੱਖਾਂ ਦੇ ਵੈਰੀ ਚੱਠੇ ਸਰਦਾਰਾਂ ਦੀ ਭਰਪੂਰ ਉਪਮਾ ਕੀਤੀ। ਇਸ ਵਾਰ ਵਿੱਚ ਪੰਜਾਬ ਦੀਆਂ ਜੱਟ ਜਾਤੀਆਂ ਦੀ ਉਸਤਤ ਗਾਈ ਗਈ। ਚੱਠਿਆਂ ਦੀ ਵਾਰ ਇਤਨੀ ਲੋਕ ਪ੍ਰਸਿੱਧ ਹੋਈ ਕਿ ਉਸਦੀ ਲੀਹ ਉੱਤੇ ਜੱਟ ਜਾਤੀਆਂ ਦੇ ਵੀ ਗੁਣ ਗਾਏ ਜਾਣ ਲੱਗ ਪਏ। ਅਗਲੀ ਹੈਗੀ ਜੰਗਨਾਮੇ। ਇਹ ਵੀ ਇੱਕ ਵਾਰ ਜੇ। ਕਹਿੰਦਾ ਜਿਹੜੀ ਜੰਗਨਾਮੇ ਆ ਨਾ ਉਹ 17ਵੀਂ ਸਦੀ ਦੇ ਅੰਤ ਵਿੱਚ ਪੀਰ ਮੁਹੰਮਦ ਕਾਸਬੀ ਨੇ ਜੰਗਨਾਮਾ ਇਮਾਨ ਹੁਸੈਨ ਲਿਖ ਕੇ ਕੀਤਾ ਔਰ ਬਾਅਦ ਵਿੱਚ ਇਹਨੂੰ ਹਾਫਿਜ਼ ਬਰਖੁਰਦਾਰ ਨੇ ਇਸ ਵਿਸ਼ੇ ਉੱਤੇ ਇੱਕ ਹੋਰ ਜੰਗਨਾਮਾ ਲਿਖਿਆ ਜਿਹੜਾ ਕਿ ਸਿੱਖ ਸੂਰਬੀਰਾਂ ਨਾਲ ਸੰਬੰਧਿਤ ਸੀਗਾ। ਨੈਕਸਟ ਹੈਗਾ ਮੁਕਬਲ ਰਚਿਤ ਜੰਗਨਾਮਾ। ਮੁਕਬਲ ਨੇ ਵੀ 18ਵੀਂ ਸਦੀ ਦੇ ਆਰੰਭ ਵਿੱਚ ਇੱਕ ਜੰਗਨਾਮੇ ਦੀ ਰਚਨਾ ਕੀਤੀ। ਪੰਜਾਬੀ ਦਾ ਸਭ ਤੋਂ ਪਹਿਲਾ ਵਿਵਸਥਿਤ ਜੰਗਨਾਮਾ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਇਸੇ 680 ਵਿੱਚ ਹੋਈ ਇਮਾਮ ਹੁਸੈਨ ਦੀ ਅਦੁੱਤੀ ਸ਼ਹਾਦਤ ਨਾਲ ਸੰਬੰਧਿਤ ਕਰਤਵ ਦੀ ਲਹੂ ਡੋਲਵੀਂ ਲੜਾਈ ਦਾ ਜ਼ਿਕਰ ਕੀਤਾ। ਇਹ ਸਾਲ 1680 ਹੋਣਾ ਜਿੱਥੇ ਗਲਤ ਲਿਖਿਆ, ਸਗੋਂ ਇਸ ਘਟਨਾ ਤੋਂ ਪਹਿਲਾਂ ਪਿੱਛੋਂ ਵਾਪਰੀਆਂ ਘਟਨਾਵਾਂ ਨੂੰ ਵੀ ਸ਼ਾਮਿਲ ਕਰਕੇ ਇਸ ਦਾ ਬਿਰਤਾਂਤ ਜ਼ਿਆਦਾ ਵਿਸ਼ਾਲ ਬਣਾਇਆ। ਅੱਗੇ ਹੈਗਾ ਹਾਮਦ ਰਚਿਤ ਜੰਗਨਾਮਾ। ਹਾਮਦ ਸ਼ਾਹ ਨੇ ਆਪਣਾ ਜੰਗਨਾਮਾ 1181 ਵਿੱਚ ਸ਼ੁਰੂ ਕਰਕੇ 1191 ਵਿੱਚ ਸਮਾਪਤ ਕੀਤਾ।
ਇਹਦੀ ਜਿਹੜੀ ਰਚਨਾ ਇਮਾਮ ਹਸਨ ਅਤੇ ਹੁਸੈਨ ਦੋਨਾਂ ਦੀ ਸ਼ਹਾਦਤ ਦਾ ਬੜਾ ਹਿਰਦੇ ਬੰਧਕ ਵਰਣਨ ਹੈ। ਇਹ ਜੰਗਨਾਮਾ ਕਵੀ ਦੀ ਮੁੱਢਲੀ ਰਚਨਾ ਹੋਣ ਕਾਰਨ ਕੋਈ ਸੁਲਝੀ ਹੋਈ ਕਿਰਤ ਪ੍ਰਤੀਤ ਨਹੀਂ ਹੁੰਦੀ। ਬੋਲੀ ਉੱਤੇ ਕਵੀ ਦਾ ਅਧਿਕਾਰ ਨਹੀਂ। ਕਈ ਥਾਵਾਂ ਦੀ ਉਰਦੂ ਦੇ ਮਰਸੀਹੇ ਦੀ ਸ਼ੈਲੀ ਤੇ ਕਈ ਜਗ੍ਹਾ ਤੇ ਕਿਸੇ ਹੋਰ ਭਾਸ਼ਾ ਦਾ ਦਰਸ਼ਨ ਵੀ ਮਿਲਦਾ। ਯੁੱਧ ਵਰਣਨ ਵਿੱਚ ਵੀਰਤਾ ਦੀ ਥਾਂ ਕਰੁਣਾਮਈ ਵਾਤਾਵਰਨ ਨਹੀਂ ਸਿਰਜਿਆ ਗਿਆ। ਮੌਲਵੀ ਰੁਕਨੁਦੀਨ ਰਚਿਤ ਜੰਗਨਾਮਾ, ਇਹ ਮੁਸਲਮਾਨਾਂ ਦਾ ਜੰਗਨਾਮਾ ਸੀਗਾ। ਇਸਲਾਮੀ ਧਰਮ ਸਾਹਿਤ ਸਦੀ ਦਾ ਇੱਕ ਹੋਰ ਮਹੱਤਵਪੂਰਨ ਜੰਗਨਾਮਾ ਹੈ। ਇਮਾਮ ਹੁਸੈਨ ਦੀ ਸ਼ਹਾਦਤ ਨੂੰ ਬੜੀ ਸ਼ਰਧਾਪੂਰਵਕ ਸ਼ੈਲੀ ਵਿੱਚ ਇਸ ਜੰਗਨਾਮੇ ਵਿੱਚ ਵਿਖਾਇਆ ਗਿਆ। ਇਹ ਜਿਹੜਾ ਜੰਗਨਾਮਾ ਇਹਨੂੰ ਰਜਾਤਲ ਸ਼ੁਹਦਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਅੱਗੇ ਹੈਗਾ ਦੂਜਾ ਖੰਡ, ਵੀਰ ਕਾਵਧਾਰਾ ਦਾ ਦੂਜਾ ਖੰਡ, ਸੋਢੀਆਂ ਦੀ ਵਾਰ। ਇਹਦੀ ਪਹਿਲੀ ਵਾਰ ਹੈਗੀ ਸੋਢੀਆਂ ਦੀ ਵਾਰ। ਇਹ ਰਚਨਾ ਭਾਈ ਰਾਮ ਸਿੰਘ ਦੀ ਹੈ, ਜੋ ਅਨੰਦਪੁਰ ਦੇ ਸੋਢੀ ਸੁਰਜਣ ਸਿੰਘ ਸ਼ਰਧਾਲੂ ਅਤੇ ਨੌਕਰ ਸੀ। ਇਸ ਵਾਰ ਵਿੱਚ ਕੁੱਲ 38 ਪੌੜੀਆਂ ਹਨ, ਪਰ ਪੌੜੀਆਂ ਦੀ ਗਿਣਤੀ ਇੱਕ ਸਮਾਨ ਨਹੀਂ ਹੈ। 9 ਤੋਂ ਲੈ ਕੇ 19 ਤੱਕ ਤੁਕਾਂ ਮਿਲਦੀਆਂ ਹਨ। ਤੁਕਾਂਤ ਅੰਤ ਉੱਤੇ ਮੇਲ ਖਾਂਦਾ ਹੈ, ਪਰ ਪੌੜੀ ਦੇ ਨਿਸ਼ਾਨੀ ਛੰਦ ਵਾਂਗ ਨਹੀਂ। ਫਿਰ ਆ ਗਈ ਚੰਡੀ ਦੀ ਵਾਰ, ਜੰਗਨਾਮਾ ਸਰਦਾਰ ਹਰੀ ਸਿੰਘ। ਜਿਹੜਾ ਜੰਗਨਾਮਾ ਹਰੀ ਸਿੰਘ ਆ, ਇਹਦੀ ਜਿਹੜੀ ਭਾਸ਼ਾ ਬੜੀ ਸਰਲ ਤੇ ਠੇਠ ਫਾਰਸੀ ਆ। ਸ਼ਿਰਪਈ ਗੁਰੂ ਖਾਲਸੇ ਸ਼ਾਹ ਕੀ। ਇਹ ਹਾਕਮ ਸਿੰਘ ਦਰਵੇਸ਼ ਦੀ ਰਚਨਾ ਲੁਧਿਆਣੇ ਜ਼ਿਲ੍ਹੇ 'ਚ ਰਾਏਪੁਰ ਕਸਬੇ ਦਾ ਸੀ। ਇਹ ਸ਼ਿਰਪੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਉਦੋਂ ਤੱਕ ਹੋਈਆਂ ਜਿੱਤਾਂ ਦਾ ਬਿਰਤਾਂਤ ਹੈ। ਬੈਂਤ ਛੰਦ ਵਿੱਚ ਲਿਆ ਸ਼ਿਰਪੀ ਕਈ ਥਾਵਾਂ ਤੇ ਤੁਕਾਂਤਨ। ਵਾਰ ਸਰਦਾਰ ਹਰੀ ਸਿੰਘ ਨਲੂਆ। ਹਰੀ ਸਿੰਘ ਨਲੂਏ ਦੀਆਂ ਵਾਰਾਂ ਬਹੁਤ ਫੇਮਸ ਜੋ ਇਹ ਨਾ ਗਾਏ ਜਾਂਦੇ, ਰਾਗੀ ਢਾਡੀ ਵੀ ਇਹਨਾਂ ਨੂੰ ਬੋਲਦੇ ਨੇ। ਇਹਦੇ ਕੋਈ ਕੁਐਸਚਨ ਵੱਖਰਾ ਆ ਸਕਦਾ ਵਾ। ਇਹ ਵਾਰ ਇਸ ਕਾਲ ਦੇ ਪ੍ਰਸਿੱਧ ਕਿੱਸਾਕਾਰ ਕਾਜੀ ਦੀ ਰਚਨਾ ਹੈ। ਇਸ ਵਿੱਚ ਸਰਦਾਰ ਹਰੀ ਸਿੰਘ ਦੀ ਜਮਰੋਦ ਵਾਲੀ ਲੜਾਈ ਦਾ ਵਰਣਨ ਹੈ। ਕਵੀ ਨਲਵੇ ਸਰਦਾਰ ਪ੍ਰਤੀ ਅੱਗਿਆ ਅਸਾਹ ਸ਼ਰਧਾ ਇਸਨੇ ਬੜੀ ਭਾਵਨਾ ਭਰੀ ਮਈ ਸ਼ੈਲੀ ਵਿੱਚ ਕੀਤੀ ਆ। ਉਹਨੂੰ ਇੱਕ ਕਿਸਮ ਦੀ ਸ਼ਰਧਾਂਜਲੀ ਅਰਪਿਤ ਕੀਤੀ ਆ, ਔਰ ਉਸ ਸਮੇਂ ਦਾ ਸਾਰਾ ਸਾਕਾ ਇਹਦੇ ਵਿੱਚ ਵਰਣਨ ਕੀਤਾ। ਬੈਂਤਾਂ ਸ਼ੇਰ ਸਿੰਘ ਕੀਆਂ। ਇਹ ਨਿਹਾਲ ਸਿੰਘ ਦੀ ਰਚਨਾ। ਕਹਿੰਦਾ ਨਿਹਾਲ ਸਿੰਘ ਕੌਣ ਸੀ, ਇਹਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ, ਪਰ ਇੰਨਾ ਪਤਾ ਲੱਗਦਾ ਵਾ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਸੀ, ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਦਾ ਸੀ। ਇਸ ਦੀ ਰਚਨਾ ਵਿੱਚ ਸੰਧਾ ਵਾਲੀਏ ਸਰਦਾਰ ਅਜੀਤ ਸਿੰਘ ਅਤੇ ਲਹਿਣਾ ਸਿੰਘ ਦੁਆਰਾ ਸ਼ੇਰ ਸਿੰਘ ਅਤੇ ਪ੍ਰਤਾਪ ਸਿੰਘ ਦੇ ਕਤਲ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਹੈ। ਅੱਗੇ ਆ ਗਿਆ ਸਿੱਖ ਰਾਜ ਦੇ ਦੁਖਾਂਤ ਸੰਬੰਧੀ ਲਿਖੀ ਕਵਿਤਾ। ਕਹਿੰਦਾ ਕਿ ਇਹ ਵਾਲੀ ਜਿਹੜੀ ਵਾਰ ਆ ਨਾ ਕਵਿਤਾ, ਇਹ ਮਹਾਰਾਜਾ ਰਣਜੀਤ ਸਿੰਘ ਦੇ ਤੋਂ ਬਾਅਦ ਗੱਦੀਦਾਰਾਂ ਦੀ ਅਯੋਗਤਾ ਤੇ ਸਰਦਾਰਾਂ ਦੇ ਆਪਸੀ ਵੈਰ ਵਿਰੋਧ ਨੇ ਸਿੱਖ ਰਾਜ ਦੀਆਂ ਨੀਹਾਂ ਝੰਜੋੜ ਦਿੱਤੀਆਂ ਅਤੇ ਅੰਤ ਵਿੱਚ ਰਾਣੀ ਜਿੰਦਾਂ ਨੂੰ ਅੰਗਰੇਜ਼ਾਂ ਦੀ ਮਦਦ ਲੈਣੀ ਪਈ। ਭਾਵੇਂ ਅੰਤ ਵਿੱਚ ਕਿਸੇ ਦਾ ਦਾ ਵਿੱਚ ਬੈਠੇ ਵਿਉਂਤਾ ਸੋਚ ਰਹੇ ਸਨ। ਆਖਰ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ ਹੋਈ, ਜਿਸ ਵਿੱਚ ਸਿੰਘ ਹਾਰ ਕੇ ਰਾਜ ਗੁਆ ਬੈਠੇ। ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ ਤੋਂ ਲੈ ਕੇ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ ਵਿੱਚ ਹਾਰ ਦੇ ਭਿਆਨਕ ਦੁਖਾਂਤ ਨੂੰ 3 ਕਵੀਆਂ ਨੇ ਚਿਤਰਿਆ। ਇੱਕ ਸ਼ਾਹ ਮੁਹੰਮਦ ਮਟਕ ਰਾਏ ਔਰ ਬੰਗਿਆਵਾਲਾ, ਭਾਈ ਕਾਹਨ ਸਿੰਘ ਬੰਗਿਆਵਾਲਾ, ਇਹਨਾਂ ਨੇ ਤਿੰਨਾਂ ਨੇ ਲਿਖਿਆ। ਅੱਗੇ ਆ ਗਿਆ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਦਾ। ਇਹ ਜਿਹੜਾ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਦੇ ਵਿਚਕਾਰ ਹੋਈ ਲੜਾਈਆਂ ਦਾ, ਇਹਦੇ 105 ਬੰਦ ਨੇ, ਔਰ ਇਹ ਲੜਾਈ 1845-46 ਵਿੱਚ ਹੋਈ ਸੀ, ਔਰ ਕਵੀ ਨੇ ਬੜੇ ਸੁੰਦਰ ਤਰੀਕੇ ਨਾਲ ਇਹਨੂੰ ਲਿਖਿਆ ਹੈ। ਜੰਗ ਸਿੰਘਾਂ ਫਰੰਗੀਆਂ ਦਾ ਦੂਸਰਾ, ਇਹ ਕਵੀ ਮਟਕ ਰਾਏ ਦੀ ਰਚਨਾ।
ਔਰ ਇਸ ਰਚਨਾ ਵਿੱਚ ਕਵੀ ਨੇ ਮੁਦਕੀ, ਫੇਰੂ ਸ਼ਹਿਰ, ਅਲੀਵਾਲ ਅਤੇ ਸਭਰਾਂ ਵਿੱਚ ਹੋਈਆਂ ਲੜਾਈਆਂ ਦਾ ਬੜਾ ਅਸਲੀ ਚਿੱਤਰਨ ਕੀਤਾ। ਯਥਾਰਥ ਹੁੰਦਾ ਅਸਲੀ। ਇਸ ਜੰਗਨਾਮੇ ਦੀ ਮੂਲ ਭਾਸ਼ਾ ਤਾਂ ਭਾਵੇਂ ਪੰਜਾਬੀ ਹੈ, ਪਰ ਕਿਤੇ ਕਿਤੇ ਬ੍ਰਜ ਭਾਸ਼ਾ ਦੀ ਮਿਸਾਲ ਵੀ ਮਿਲਦੀ ਹੈ। ਔਰ ਇਹਦੇ ਵਿੱਚ ਜਿਹੜਾ ਕਵੀ ਆ ਨੇ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਣਨ ਕੀਤਾ ਇਸਲਾਮੀ ਜੰਗਨਾਮੇ। ਇਸ ਤੋਂ ਇਲਾਵਾ ਕਹਿੰਦਾ ਹੋਰ ਵੀ ਕਈ ਜੰਗਨਾਮੇ ਜਿਹੜੇ ਇਸਲਾਮੀ ਨੇ, ਜਿਵੇਂ ਕਿ ਜੰਗਨਾਮਾ ਉਮਰ, ਹਾਤਮ ਅਲੀ ਦਾ ਰਚਿਆ ਜੰਗਨਾਮਾ, ਜੰਗਨਾਮਾ ਇਮਾਮ ਅਲੀ, ਅਹਿਮਦ ਜਾਰ ਦੇ ਲਿਖੇ ਜੰਗ ਬਦਰ, ਜੰਗ ਉਹਦ, ਜੰਗ ਖੰਦਕ। ਅੱਗੇ ਆ ਗਿਆ ਤੀਜਾ ਖੰਡ। ਤੀਜਾ ਖੰਡ ਜਿਹੜਾ 1851 ਤੋਂ ਲੈ ਕੇ 1900 ਤੱਕ ਦਾ ਚੱਲਦਾ। ਇਹਦੇ ਵਿੱਚ ਸਭ ਤੋਂ ਫੇਮਸ ਹੈਗੀ ਗਦਰ ਦੀ ਵਾਰ, ਜੰਗਨਾਮਾ ਦਿੱਲੀ, ਮੰਗਲਾਚਰਨ, ਇਹ ਸਾਰੇ ਜੰਗਨਾਮੇ ਆ। ਕਹਿੰਦਾ ਇਹਦੇ ਵਿੱਚ ਕਵੀ ਖਜਾਨ ਸਿੰਘ ਪਟਿਆਲੇ ਦਾ ਰਹਿਣ ਵਾਲਾ ਸੀ ਤੇ ਗਦਰ ਵੇਲੇ ਪਟਿਆਲਾ ਦੇ ਮਹਾਰਾਜਾ ਨਰਿੰਦਰ ਸਿੰਘ ਨੇ ਉਚੇਚੀ ਭਰਤੀ ਕਰਕੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। ਇਹਦੇ ਵਿੱਚ ਬੇਮਿਸਾਲ ਕੁਰਬਾਨੀਆਂ ਦਾ ਜ਼ਿਕਰ ਆ। ਜੰਗਨਾਮਾ ਕਾਬਲ ਕੰਧਾਰ ਦਾ, ਜੰਗਨਾਮਾ ਕਾਬਲ, ਜੰਗਨਾਮਾ ਮੁਹਿੰਮ ਚਿਤਰਾਲ, ਜੰਗ ਚਿਤਰਾਲ। ਇਹਦਾ ਹੁਣ ਵਾਰਤਕ ਧਾਰਾ, ਵਾਰਤਕ ਧਾਰਾ ਕੀ ਹੁੰਦੀ ਆ? ਕਹਿੰਦਾ 18ਵੀਂ ਸਦੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਵਿੱਚ ਵਾਰਤਕ ਲਿਖਣ ਦੀ ਪਰੰਪਰਾ ਪਾਈ ਗਈ। ਇਹ ਸਾਰੀ ਵਾਰਤਕ ਕੁਝ ਕੁ ਵਿਸ਼ੇਸ਼ ਤੱਕ ਸੀਮਤ ਆ, ਵਿਸ਼ਿਆਂ ਤੱਕ ਸੀਮਤ ਆ। ਜਨਮ ਸਾਖੀਆਂ, ਜਿਹੜੀਆਂ ਵਾਰਤਕ ਧਾਰਾ ਉਹਦੇ ਵਿੱਚ ਜਨਮ ਸਾਖੀਆਂ ਹੁੰਦੀਆਂ, ਪੁਰਸ਼ਾਂ ਦੇ ਵਚਨ, ਗੋਸ਼ਟਾਂ, ਟੀਕੇ, ਪਰਮਾਰਥਨਾਮੇ ਆਦਿ। ਜਨਮ ਸਾਖੀਆਂ ਬਹੁਤ ਸਾਰੇ ਮਹਾਂਪੁਰਸ਼ਾਂ ਦੀਆਂ ਜਿਹੜੀਆਂ ਜਨਮ ਸਾਖੀਆਂ ਲਿਖੀਆਂ ਜਾਂਦੀਆਂ ਨੇ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੀਆਂ ਹੋ ਗਈਆਂ, ਬਾਬੇ ਫਰੀਦ ਦੀਆਂ ਹੋ ਗਈਆਂ, ਔਰ ਹੋਰ ਵੀ ਕਈ। ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, ਕਹਿੰਦਾ ਸਾਖੀ ਦਾ ਆਧਾਰ ਭਾਈ ਗੁਰਦਾਸ ਜੀ ਦੀ ਗਿਆਨ ਰਤਨਾਵਲੀ ਜਨਮ ਸਾਖੀ ਆ। ਭਾਈ ਮਨੀ ਸਿੰਘ ਸਿੱਖ ਜੱਤੂ 'ਚ ਮਹੱਤਵਪੂਰਨ ਸਥਾਨ ਹੈ। ਇਹਦੀ ਜਿਹੜੀ ਰਚਨਾਕਾਰ 1730 ਤੋਂ 1735 ਮੰਨੀ ਗਈ। 5 ਸਾਲਾਂ 'ਚ ਤਿਆਰ ਕੀਤਾ ਇਹਨੂੰ। 225 ਪ੍ਰਸੰਗ ਤੇ ਸਾਖੀਆਂ ਨੇ। ਚੂਚਕ ਇਹ ਵਾਰ ਉੱਤੇ ਆਧਾਰਿਤ ਹੈ। ਔਰ ਸਾਖੀਆਂ ਦੇ ਪਰਚੀਆਂ, ਸਿੱਖਾਂ ਦੀ ਭਗਤਮਾਲਾ, ਸਿੱਖਾਂ ਦੀ ਭਗਤਮਾਲਾ ਵੀ ਇੱਕ ਵਾਰਤਕ ਆ। ਇਸ ਨੂੰ ਭਗਤ ਰਤਨਾਵਲੀ ਵੀ ਕਹਿੰਦੇ ਆ। ਇਹ ਭਾਈ ਗੁਰਦਾਸ ਦੀ 11ਵੀਂ ਵਾਰ ਆ। ਔਰ ਉਸ ਤਰ੍ਹਾਂ ਭਾਈ ਗੁਰਦਾਸ ਦੀਆਂ ਜਿਹੜੀਆਂ ਸੀ ਉਹ 40 ਵਾਰਾਂ ਮੰਨੀਆਂ ਗਈਆਂ। ਅੱਗੇ ਹੈਗਾ ਵਾ ਪਰਚੀ ਭਾਈ ਕਨ੍ਹਈਆ। ਪਰਚੀ ਭਾਵ ਸਾਖੀ ਹੈ, ਵਾਰਤਕ ਹੈ। ਇਹ ਭਾਈ ਕਨ੍ਹਈਆ ਜੀ ਨੇ ਲਿਖੀ ਹੈ। ਭਾਈ ਕਨ੍ਹਈਆ ਜੀ ਦੀ ਆ। ਇਹਦੇ ਵਿੱਚ ਕਨ੍ਹਈਏ ਦੇ ਜੀਵਨ ਨੂੰ ਇਹਨੂੰ ਦੱਸਿਆ ਗਿਆ, ਭਾਈ ਕਨ੍ਹਈਆ ਜੀ ਦਾ ਜੀਵਨ ਕਿਵੇਂ ਸੀ, ਉਦੋਂ ਉਸ ਸਮੇਂ ਦੇ ਕਿਹੜੀਆਂ ਕਿਹੜੀਆਂ ਘਟਨਾਵਾਂ ਸੀ। ਪਰਚੀ ਪਾਤਸ਼ਾਹੀ 10ਵੀਂ, ਇਹ ਪਾਤਸ਼ਾਹ 10ਵਾਂ ਬਾਰੇ ਲਿਖੀ ਗਈ ਹੈ। ਇਹਦੇ ਵਿੱਚ 50 ਸਾਖੀਆਂ, 8 ਸਾਖੀਆਂ ਜਿਹੜੀਆਂ ਪਹਿਲੇ 8 ਗੁਰੂਆਂ ਨਾਲ ਸੰਬੰਧਿਤ, ਤੇ ਜਿਹੜੀਆਂ 4 ਸਾਖੀਆਂ ਵਾ ਉਹ 9ਵੇਂ ਗੁਰੂ ਤੇ 10ਵੇਂ ਗੁਰੂ ਨਾਲ ਸੰਬੰਧਿਤ ਨੇ। ਟੀਕੇ 18ਵੀਂ ਸਦੀ ਵਿੱਚ ਵਾਰਤਕ ਦਾ ਇੱਕ ਹੋਰ ਪ੍ਰਮੁੱਖ ਵਰਗ ਹੋਇਆ ਟੀਕਿਆਂ ਦਾ। ਟੀਕੇ ਮੁੱਖ ਤੌਰ ਤੇ ਗੁਰਬਾਣੀ ਦੀਆਂ ਕੁਝ ਹੀ ਚੋਣਵੀਆਂ ਰਚਨਾਵਾਂ ਹਨ। ਇਹਨਾਂ ਦੇ ਲਿਖਣ ਦੀ ਪਿਰਤ ਗੁਰੂ ਅਰਜਨ ਦੇਵ ਜੀ ਦੇ ਭਤੀਜੇ ਸੋਢੀ ਮਿਹਰਬਾਨ ਦੀ ਲਿਖੀ ਜਨਮ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਤੋਂ ਪੈ ਗਈ। ਇਹਦੇ ਵਿੱਚ ਹੈਗੇ ਨੇ ਟੀਕਾ ਜਪਜੀ, ਟੀਕਾ ਆਸਾ ਦੀ ਵਾਰ, ਟੀਕਾ ਸਿੱਧ ਗੋਸ਼ਟ, ਟੀਕਾ ਪੱਟੀ। ਉਸ ਤੋਂ ਅੱਗੇ ਹੈਗੇ ਆ, ਇਸ ਤਰ੍ਹਾਂ ਕੁੱਲ ਜਿਹੜੇ ਆ 6 ਟੀਕੇ ਮਿਲਦੇ ਆ, ਜਿਹਦੇ ਵਿੱਚੋਂ ਜਪਜੀ, ਆਰਤੀ, ਓਂਕਾਰ ਅਤੇ ਆਸਾ ਦੀ ਵਾਰ ਦੇ ਵੀ ਟੀਕੇ ਨੇ। ਹੋਰ ਵੀ ਇਹਦੀਆਂ 2 ਰਚਨਾਵਾਂ ਨੇ, ਜਿਵੇਂ ਕਿ ਟੀਕਾ ਭਗਤ, ਟੀਕਾ ਸਪਤ ਸਲੋਕੀ ਗੀਤਾ, ਟੀਕਾ ਵਿਵੇਕ ਦੀ ਭਗਤਮਾਲ ਆਦਿ। ਉਥਾਨਿਕਤਾ, ਇਸ ਕਾਲ ਵਿੱਚ ਜਨਮੀ ਇਹ ਨਵੀਂ ਵਾਰਤਕ ਵੰਨਗੀ ਹੈ। ਇਹਦਾ ਨਾਂ ਉਥਾਨਿਕਤਾ ਸੀ। ਇਹ ਪਰਮਾਰਥ ਜਾਂ ਟੀਕੇ ਤੋਂ ਵੱਖਰੀ ਸੀ।
ਰਹਿਤਨਾਮਾ ਦਾ ਭਾਵ ਰਚਨਾ ਜਿਸ ਵਿੱਚ ਸਿੱਖ ਧਰਮ ਦੀ ਮਰਿਆਦਾ ਨੂੰ ਚਿਤਰਿਆ ਗਿਆ ਹੈ। ਇਹਨਾਂ ਦੇ ਲਿਖਣੇ ਦੀ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਚੱਲ ਪਈ ਅਤੇ ਇਹਨਾਂ ਨੂੰ ਲਿਖਣ ਵਾਲੇ ਦਸ਼ਮ ਗੁਰੂ ਦੇ ਨਿਕਟਵਰਤੀ ਨੇੜੇ ਦੇ ਸਿੱਖ ਸਨ, ਜਿਨ੍ਹਾਂ ਨੂੰ ਸਿੱਖ ਮਰਿਆਦਾ ਦਾ ਠੀਕ ਤਰ੍ਹਾਂ ਗਿਆਨ ਸੀ। ਇਹਨਾਂ ਵਿੱਚ ਲੇਖਕ ਗੁਰੂ ਜੀ ਵੱਲੋਂ ਉਪਦੇਸ਼ ਰੂਪ ਵਿੱਚ ਮਰਿਆਦਾ ਜਾਂ ਰਹਿਤ ਦੀ ਗੱਲ ਕਹਿ ਕੇ ਉਸ ਦੀ ਪਾਲਣਾ ਲਈ ਬਲ ਦਿੰਦਾ। ਮੁੱਢਲੇ ਰਹਿਤਨਾਮਾ ਲੇਖਕਾਂ ਵਿੱਚੋਂ ਭਾਈ ਪ੍ਰਹਲਾਦ ਸਿੰਘ, ਭਾਈ ਨੰਦ ਲਾਲ, ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵੀ ਮਿਲਦੇ ਨੇ, ਭਾਈ ਚੋਪਾ ਸਿੰਘ, ਦਇਆ ਸਿੰਘ। ਹੁਕਮਨਾਮੇ, ਹੁਕਮ ਤੋਂ ਭਾਵ ਆਦੇਸ਼, ਫਰਮਾਇਸ਼, ਨਾਮਾ ਦਾ ਅਰਥ ਹੈ ਪੱਤਰ, ਚਿੱਠੀ। ਇਸ ਤਰ੍ਹਾਂ ਹੁਕਮਨਾਮੇ ਦਾ ਭਾਵ ਹੈ ਉਹ ਪੱਤਰ ਜਿਸ ਰਾਹੀਂ ਕੋਈ ਆਦੇਸ਼ ਜਾਂ ਫਰਮਾਇਸ਼ ਕੀਤੀ ਹੋਵੇ। ਸਿੱਖ ਗੁਰੂਆਂ ਵੱਲੋਂ ਜੋ ਆਦੇਸ਼ ਜਾਂ ਫਰਮਾਇਸ਼ਾਂ ਜਿਨ੍ਹਾਂ ਪੱਤਰਾਂ ਰਾਹੀਂ ਸਿੱਖਾਂ ਜਾਂ ਸ਼ਰਧਾਲੂਆਂ ਨੂੰ ਘੱਲੀਆਂ ਜਾਂਦੀਆਂ, ਉਹਨਾਂ ਨੂੰ ਪੱਤਰਾਂ ਨੂੰ ਸਤਿਕਾਰ ਵਜੋਂ ਹੁਕਮਨਾਮੇ ਕਿਹਾ ਜਾਂਦਾ। ਇਹ ਹੁਕਮਨਾਮੇ ਵਾਰਤਕ ਵਿੱਚ ਹੁੰਦੇ ਆ ਔਰ ਇਹਨਾਂ ਦੀ ਚੜ੍ਹਤ ਅਤੇ ਦਸਵੰਧ ਦੇ ਧਨ ਆਦਿ ਇਲਾਵਾ ਜੰਗੀ ਹਥਿਆਰਾਂ ਤੇ ਘੋੜਿਆਂ, ਹਾਥੀਆਂ ਦੀਆਂ ਫਰਮਾਇਸ਼ਾਂ ਵੀ ਦਰਜ ਨੇ। ਅੱਗੇ ਅਨੁਵਾਦ ਤੁਸੀਂ ਆਪੇ ਕਰਨਾ। ਵਾਰਤਾਕਾਰ ਖੰਡ ਦੂਜਾ, ਵਾਰਤਕ ਧਾਰਾ ਖੰਡ ਦੂਜਾ। ਕਹਿੰਦਾ ਖੰਡ ਦੂਜੇ ਵਿੱਚ ਇਹ ਜਿਹੜੀਆਂ ਵਾਰਤਕ ਧਾਰਾ ਸੀ ਆਪਣੀ ਸਿਖਰ ਤੇ ਪਹੁੰਚ ਚੁੱਕੀਆਂ। ਸਾਖੀਆਂ, ਇਹਦੇ ਵਿੱਚ ਵਿਸ਼ੇਸ਼ ਸਾਖੀਆਂ ਨੇ। ਠੱਤੀਆਂ ਦਾ ਸੰਬੰਧ ਜਿਹੜਾ ਵਾ ਵਰਣਿਤ ਕੁਲਾਂ ਨਾਲ, ਤੇਗ ਬਹਾਦਰ ਨਾਲ। 80 ਜਿਹੜੀਆਂ ਨੇ ਉਹ ਗੁਰੂ ਗੋਬਿੰਦ ਸਿੰਘ ਬਾਰੇ ਜਾਣਕਾਰੀ ਦਿੰਦੀਆਂ ਨੇ। ਟੀਕੇ, ਇਸ ਕਾਲ ਵਿੱਚ ਵੀ ਬਹੁਤ ਸਾਰੇ ਟੀਕਿਆਂ ਦਾ ਲਿਖੇ ਗਏ ਰਚਨਾਵਾਂ ਕੀਤੀਆਂ ਗਈਆਂ ਉਹਦੀਆਂ। ਅਨੁਵਾਦ ਤੁਸੀਂ ਖੁਦ ਕਰਨਾ। ਨੈਕਸਟ ਸਾਡਾ ਕੁਐਸਚਨ ਹੁੰਦਾ ਨਾਟਕ ਦੀ ਪਰਿਭਾਸ਼ਾ ਦੱਸੋ। ਨਾਟਕ ਕੀ ਹੁੰਦਾ ਵਾ? ਜਿਹੜੀਆਂ ਲੰਬੀਆਂ ਕਹਾਣੀਆਂ ਜਦੋਂ ਸਟੇਜ ਦੇ ਉੱਤੇ ਉਹਨਾਂ ਦੀ ਪਰਫੋਰਮੈਂਸ ਕੀਤੀ ਜਾਂਦੀ ਉਹਨੂੰ ਕਹਿੰਦੇ ਨਾਟਕ। ਕਹਿੰਦਾ ਨਾਟਕ ਸ਼ਬਦ ਸੰਸਕ੍ਰਿਤੀ ਦੇ ਨਾਮ ਸ਼ਬਦ ਦਾ ਬਦਲਿਆ ਰੂਪ ਹੈ ਨਾਟਿਆ। ਸੰਸਕ੍ਰਿਤ ਦੇ ਨਟ ਤੋਂ ਬਣਿਆ ਹੈ। ਨਟ ਸ਼ਬਦ ਦਾ ਅਰਥ ਹੈ ਵਿਖਾਇਆ ਜਾਣਾ, ਨੱਚਣਾ, ਟੱਪਣਾ ਜਾਂ ਸਟੇਜ ਤੇ ਵਿਖਾਉਣ ਵਾਲਾ। ਔਰ ਇਹਨੂੰ ਡਰਾਮਾ ਵੀ ਕਹਿੰਦੇ ਨੇ। ਪਰਿਭਾਸ਼ਾ, ਭਾਰਤੀ ਅਤੇ ਪੱਛਮੀ ਜਿਹੜਾ ਹੈਗਾ ਵਾ ਵਿਦਵਾਨ, ਉਹਨਾਂ ਨੇ ਨਾਟਕ ਨੂੰ ਆਪੋ ਆਪਣੇ ਢੰਗ ਨਾਲ ਪਰਿਭਾਸ਼ਿਤ ਕੀਤਾ। ਅਰਸਤੂ ਜਿਹੜਾ ਸੀ ਉਹਨੇ ਕਿਹਾ ਸੀ, ਪੱਛਮੀ ਵਿਦਵਾਨ ਸੀ ਉਹਨੇ ਕਿਹਾ ਸੀ ਨਾਟਕ ਨੂੰ ਸਿੱਧਿਆਂ ਪਰਿਭਾਸ਼ਿਤ ਨਹੀਂ, ਪਰ ਉਹ ਵੀ ਨਾਟਕ ਨੂੰ ਅਨੁਕਰਨ ਕਰਦਾ। ਡਾਕਟਰ ਅਤਰ ਸਿੰਘ ਨੇ ਕਿਹਾ ਕਿ ਨਾਟਕ ਸਮੂਹਿਕ ਕਲਾ ਆਖਿਆ ਗਿਆ ਕਿਉਂਕਿ ਨਾਟਕ ਵਿੱਚ ਕੋਈ ਇੱਕ ਪਾਤਰ ਨਹੀਂ ਹੁੰਦਾ, ਬਹੁਤ ਸਾਰੇ ਪਾਤਰ ਹੁੰਦੇ ਆ। ਇੱਕ ਸਮੂਹਿਕ ਕਲਾ ਵਾ ਔਰ ਇਹਦੀ ਜਿਹੜੀ ਸਮਾਜਿਕ ਸਾਰਥਿਕਤਾ ਵਾ ਉਹ ਸਾਹਿਤਿਕ ਕਲਾ ਅੰਗਾਂ ਨਾਲੋਂ ਵਧੇਰੇ ਆ। ਇਹਦਾ ਜਿਹੜਾ ਪ੍ਰਭਾਵ ਬਹੁਤ ਡੂੰਘਾ ਪੈਂਦਾ ਵਾ ਸਰੋਤਿਆਂ ਤੇ, ਦੇਖਣ ਵਾਲਿਆਂ ਤੇ, ਦਰਸ਼ਕਾਂ ਦੇ। ਨਾਟਕ ਦੇ ਤੱਤ ਕਿਹੜੇ ਕਿਹੜੇ? ਜਿਵੇਂ ਕਵਿਤਾ ਦੇ ਤੱਤ ਆ, ਉਸੇ ਤਰ੍ਹਾਂ ਨਾਟਕ ਦੇ ਵੀ ਤੱਤ ਹੁੰਦੇ ਨੇ। ਵਿਸ਼ਾ, ਉਦੇਸ਼, ਕਥਾ ਵਸਤੂ, ਚਰਿੱਤਰ ਚਿੱਤਰਨ, ਸੰਵਾਦ, ਦੇਸ਼ ਕਾਲ, ਵਾਤਾਵਰਨ, ਸ਼ੈਲੀ, ਸਟੇਜ ਜਾਂ ਰੰਗਮੰਚ। ਵਿਸ਼ਾ, ਹਰੇਕ ਨਾਟਕ ਨੂੰ ਬਣਾਉਣ ਵਾਸਤੇ ਜਾਂ ਪ੍ਰਗਟਾਉਣ ਵਾਸਤੇ ਇੱਕ ਵਿਸ਼ਾ, ਇੱਕ ਸਬਜੈਕਟ ਚਾਹੀਦਾ। ਜਿਵੇਂ ਇੱਕ ਨਾਟਕ ਸੀ ਦੂਜਾ ਵਿਆਹ, ਉਹਦਾ ਵਿਸ਼ਾ ਸੀ ਦੂਜਾ ਵਿਆਹ। ਇਸੇ ਤਰ੍ਹਾਂ ਹਰ ਇੱਕ ਨਾਟਕ ਦਾ ਇੱਕ ਵਿਸ਼ਾ ਹੁੰਦਾ ਔਰ ਨਾਟਕਾਂ ਦਾ ਵਿਸ਼ਾ ਖਾਸ ਕਰਕੇ ਨਿੱਜੀ ਪ੍ਰੇਮ, ਈਰਖਾ ਜਾਂ ਫਿਰ ਕੋਈ ਸਮਾਜਿਕ ਬੁਰਾਈ ਹੁੰਦੀ ਹੈ ਜਾਂ ਨਫ਼ਰਤ ਹੁੰਦੀ। ਜਿਵੇਂ ਦੂਜਾ ਵਿਆਹ 10th ਵਿੱਚ ਹੈਗਾ ਕਿ ਨਿਹਾਲ ਕੌਰ ਜਿਹੜੀ ਆਪਣੇ ਪੁੱਤਰ ਦਾ, ਉਹਦੀ ਨੂੰਹ ਦੇ ਘਰ ਕੋਈ ਬੱਚਾ ਨਹੀਂ ਹੁੰਦਾ ਤੇ ਉਹ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨਾ ਚਾਹੁੰਦੀ। ਇਹ ਨਾਟਕ ਸੀਗਾ। ਉਦੇਸ਼, ਨਾਟਕ ਦਾ ਉਦੇਸ਼ ਕੀ ਹੁੰਦਾ ਕਿ ਕਿਸੇ ਵੀ ਬੁਰਾਈ ਤੋਂ ਜਾਣੂ ਕਰਵਾਉਣਾ, ਬੁਰਾਈਆਂ ਨੂੰ ਸਾਹਮਣੇ ਰੱਖਣਾ, ਲੋਕਾਂ ਦੇ ਸਮੱਸਿਆਵਾਂ ਨੂੰ ਸਾਹਮਣੇ ਰੱਖਣਾ ਔਰ ਲੋਕਾਂ ਨੂੰ ਸਹੀ ਸੇਧ ਦੇਣੀ। ਪਲਾਟ, ਕਥਾ ਵਸਤੂ। ਪਲਾਟ ਨੂੰ ਕਈ ਕਥਾ ਵਸਤੂ ਸਮਝ ਲੈਂਦੇ ਆ। ਇਹਦੇ ਅੰਦਰ ਬਹੁਤ ਕੁਝ ਹੁੰਦਾ, ਕਹਾਣੀ ਦੀ ਹੋਂਦ ਹੁੰਦੀ ਆ, ਸੈਟਿੰਗ ਹੁੰਦੀ ਆ। ਚਿੱਤਰ ਚਿੱਤਰਨ ਜਿਹੜੇ ਇਹਨੂੰ ਪੇਸ਼ ਕਰਦੇ ਨੇ, ਪਾਤਰਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ। ਪਾਤਰਾਂ ਦੀ ਜਿਹੜੀ ਮਹੱਤਤਾ ਨੂੰ ਹਰ ਇੱਕ ਲੇਖਕ ਨੇ ਸਵੀਕਾਰਿਆ। ਜਿਵੇਂ ਹੀਰੋ, ਨਾਇਕ ਜਿਹੜਾ ਹੀਰੋ ਹੁੰਦਾ ਔਰ ਉਹ ਕਥਾ ਦਾ ਨੇਤਾ ਹੁੰਦਾ, ਉਹ ਲੀਡ ਕਰਦਾ ਸਾਰੇ ਨਾਟਕ ਨੂੰ। ਨਾਇਕਾ, ਪ੍ਰੇਮਿਕਾ ਜਾਂ ਪਤਨੀ, ਉਹ ਹੀਰੋਇਨ ਹੁੰਦੀ ਹੈ ਤੇ ਇੱਕ ਖਲਨਾਇਕ ਵੀ ਹੁੰਦਾ। ਜਿਹੜੀਆਂ ਜਿੰਨੀਆਂ ਮੂਵੀਜ਼ ਹੁੰਦੀਆਂ ਨਾ ਸਾਰੀਆਂ ਨਾਟਕ ਹੀ ਨੇ। ਸੰਵਾਦ ਜਾਂ ਵਾਰਤਾਲਾਪ, ਇਹਦੇ ਡਾਇਲੌਗ ਜਿਹੜੇ ਵਧੀਆ ਹੋਣਗੇ ਤੇ ਉਹ ਨਾਟਕ ਆਪਣੇ ਆਪ ਹੀ ਵਧੀਆ ਲੱਗਦਾ। ਇਸ ਕਰਕੇ ਡਾਇਲੌਗ ਬਹੁਤ ਵਧੀਆ ਨੇ ਜਿਹਦੇ ਵਾਰਤਾਲਾਪ ਦਾ ਬਹੁਤ ਮੇਨ ਰੋਲ ਆ।
ਦੇਸ਼ ਕਾਲ ਜਾਂ ਵਾਤਾਵਰਨ, ਕਿ ਇਹ ਕਿਹੜੇ ਵਾਤਾਵਰਨ ਵਿੱਚ ਇਹਦੀ ਪਰਫਾਰਮੈਂਸ ਕੀਤੀ ਗਈ ਆ, ਕਿਸ ਤਰ੍ਹਾਂ ਦਾ ਵਾਤਾਵਰਨ ਸੀ ਜਾਂ ਕਿਸ ਤਰ੍ਹਾਂ ਦਾ ਦੇਸ਼ ਸੀ। ਵੇਸ਼ ਭੂਸ਼ਾ ਰਾਹੀਂ ਪਤਾ ਲੱਗਦਾ, ਜੇਕਰ ਤੇ ਕੋਈ ਇੰਡੀਅਨ ਨਾਟਕ ਹੈ ਤਾਂ ਉਹਦੀ ਵੇਸ਼ ਭੂਸ਼ਾ ਤੋਂ ਪਤਾ ਲੱਗ ਜੂ ਕਿ ਇਹ ਇੰਡੀਆ ਭਾਰਤੀਆਂ ਦਾ ਵਾ। ਸ਼ੈਲੀ, ਨਾਟਕ ਨੂੰ ਲਿਖਣ ਦਾ ਢੰਗ ਤਰੀਕਾ, ਬੜੀ ਰੌਚਕ ਸ਼ੈਲੀ ਹੁੰਦੀ ਇਹਨਾਂ ਦੀ। ਇਸ ਤਰ੍ਹਾਂ ਦੀ ਸ਼ੈਲੀ ਬਣਾਈ ਜਾਂਦੀ ਜਿਹੜੇ ਸਰੋਤਿਆਂ ਦੇ ਅੱਖਾਂ ਤੇ ਕੰਨਾਂ ਉੱਤੇ ਤੇ ਉਹਨਾਂ ਦੇ ਦਿਲ ਵਿੱਚ ਪੂਰਾ ਪ੍ਰਭਾਵ ਪਾਵੇ। ਰੰਗਮੰਚ, ਇਹਦੇ ਅੰਦਰ ਰੰਗਮੰਚ ਵੀ ਹੁੰਦੇ ਆ। ਨਾਟਕ ਅਜਿਹੀ ਚੀਜ਼ ਹੈ ਜਿਹੜੀ ਕੇਵਲ ਪੜ੍ਹਨ ਵਾਲੀ ਵਸਤੂ ਨਹੀਂ, ਸਗੋਂ ਸਟੇਜ ਦੇ ਉੱਤੇ ਵੀ ਖੇਡੀ ਜਾਂਦੀ ਹੈ। ਬਿਨਾਂ ਦਰਸ਼ਕ ਅਤੇ ਐਕਟਰਾਂ ਦੇ ਜੋ ਨਾਟਕ ਦੀ ਵਿਆਖਿਆ ਕੀਤੀ ਜਾਂਦੀ ਹੈ ਉਹ ਨਾਟਕ ਨਹੀਂ ਹੁੰਦੀ। ਕਹਿੰਦਾ ਨਾਟਕ ਉਹ ਚੀਜ਼ ਹੈ ਜਿਹੜੀ ਕਿ ਸਟੇਜ ਤੇ ਪਰਫਾਰਮੈਂਸ ਕੀਤੀ ਜਾਂਦੀ ਹੈ। ਨੈਕਸਟ ਆ ਗਿਆ ਰਸ। ਰਸ ਆਨੰਦ ਨੂੰ ਕਹਿੰਦੇ ਆ। ਜਦੋਂ ਸਾਨੂੰ ਕੋਈ ਕਹਾਣੀ, ਵਾਰਤਾਲਾਪ, ਵਾਰਤਕ ਜਾਂ ਵਾਰਾਂ ਪੜ੍ਹ ਕੇ ਜਦੋਂ ਆਨੰਦ ਆਉਂਦਾ ਵਾ ਤੇ ਉਹਨੂੰ ਕਹਿੰਦੇ ਆ ਰਸ। ਰਸ ਜਿਹੜੇ ਨੇ ਉਹ ਪਹਿਲੋਂ ਹੁੰਦਾ ਵਾ, ਰਸ ਦਾ ਸਰੂਪ ਕੇਵਲ ਸਤੋ ਗੁਣ ਪ੍ਰਧਾਨ, ਰੱਜੋ ਗੁਣਾ ਦਾ ਨਾਸ਼ ਹੋ ਜਾਂਦਾ ਅਤੇ ਤਮੋ ਗੁਣਾ ਵਿੱਚ ਮੇਰੇ ਤੇਰੇ ਤੇ ਪੁਆੜੇ ਰਹਿੰਦੇ ਨੇ। ਇਹਨਾਂ ਅੰਦਰ ਹੰਕਾਰ, ਲੋਭ ਤੇ ਮੋਹ ਹੁੰਦਾ। ਰਾਸ ਅਖੰਡ ਤੇ ਅਦਵੈਤ, ਵਿਭਾਵ ਅਨੁਭਾਵ ਸਥਾਈ ਤੇ ਸੰਚਾਰੀ। ਇਹ ਰਸ ਸਵਾਦ ਪੂਰਨ, ਇਹਦੇ ਵਿੱਚ ਮਧੁਰਤਾ ਹੁੰਦੀ ਆ, ਵਿਅਕਤੀਆਂ ਨੂੰ ਉਹ ਮਧੁਰਤਾ ਮਿਲਦੀ ਆ, ਰਸ ਮਾਣਿਆ ਜਾਂਦਾ। ਕਿਸੇ ਵੀ ਨਾਟਕ ਜਾਂ ਵਾਰਤਕ ਕਹਾਣੀ ਸੁਣ ਕੇ ਉਹਦਾ ਰਸ ਹੁੰਦਾ ਤੇ ਰਸ ਨੂੰ ਮਾਣਿਆ ਜਾਂਦਾ। ਕਿਸਮਾਂ ਪੰਜਾਬੀ ਵਿੱਚ, ਪੰਜਾਬੀ ਸਾਹਿਤ ਵਿੱਚ 9 ਰਸ ਨੇ, ਜਿਵੇਂ ਕਿ ਸ਼ਿੰਗਾਰ ਰਸ, ਇਹਨੂੰ ਸ਼ੌਂਕ ਰਸ ਕਹਿੰਦੇ ਨੇ। ਜਿਵੇਂ ਕਿਸੇ ਨੂੰ ਕੋਈ ਉਡੀਕਦਾ ਸ਼ੌਂਕ ਵਿੱਚ, ਨੀ ਅੱਜ ਆਇਆ ਕੋਈ ਸਾਡੇ ਵਿਹੜੇ, ਵਿਜੋਗ ਸੋਹਣੀ ਕੁੱਕਦੀ ਬੇਲੀਆਂ ਬੇਲੀਆਂ ਵੇ। ਹਾਸ ਰਸ, ਮੈਡਮ ਕੀ ਆਖਾਂ ਤੈਨੂੰ ਕਿਵੇਂ ਆਖਾਂ, ਇਹ ਹੈਗਾ ਹਾਸੇ ਵਾਲਾ ਰਸ। ਕਰੁਣਾ ਰਸ, ਜਿਹਦੇ ਵਿੱਚ ਕਰੁਣਾ ਹੁੰਦੀ ਆ, ਰੋਣ ਹੁੰਦਾ ਜਾਂ ਦੁੱਖ ਹੁੰਦਾ। ਰੌਦਰ ਰਸ, ਭਿਆਨਕ ਰਸ ਨੂੰ ਕਹਿੰਦੇ ਆ। ਕ੍ਰੋਧ ਰਸ, ਰੌਦਰ ਰਸ ਹੁੰਦਾ ਕ੍ਰੋਧ ਰਸ, ਜਿਨ੍ਹਾਂ ਨੂੰ ਪੜ੍ਹ ਕੇ ਮਨ ਵਿੱਚ ਕ੍ਰੋਧ ਹੁੰਦਾ। ਵੀਰ ਰਸ, ਜਿਵੇਂ ਵਾਰਾਂ ਸੀਗੀਆਂ, ਜਦੋਂ ਵਾਰਾਂ ਨੂੰ ਕੋਈ ਪੜ੍ਹਦਾ ਤੇ ਆਪਣੇ ਆਪ ਹੀ ਦੇਸ਼ ਭਗਤੀ ਜਾਗ ਜਾਂਦੀ ਆ। ਜੰਗ ਨਾਮਾ ਜਿਹੜੀਆਂ ਆਪਣੇ ਅੱਖਾਂ ਅੱਗੇ ਆ ਜਾਂਦਾ। ਭਿਆਨਕ ਰਸ, ਡਰਾਉਣਾ, ਇਹ ਰਸ ਹੁੰਦਾ ਡਰਾਵਣਾ। ਕਿਸੇ ਕਵਿਤਾ ਨੂੰ ਪੜ੍ਹ ਕੇ ਉਹਦੇ ਭੂਤਾਂ ਪ੍ਰੇਤਾਂ ਦਾ ਬਿਆਨ ਕੀਤਾ ਜਾਂਦਾ, ਉਹਦੇ ਵਿੱਚ ਜਾਨਵਰਾਂ ਦਾ, ਭਿਆਨਕ ਜਾਨਵਰਾਂ ਦਾ ਬਿਆਨ ਕੀਤਾ ਜਾਂਦਾ। ਔਰ ਉਹਦੇ ਵਿੱਚ ਰੰਗ ਬਰੰਗੇ ਹੋਣਾ, ਕੰਬਣੀ ਆਉਣੀ, ਮੁੜਕਾ ਜਾਣਾ ਵੇਖ ਕੇ, ਜਿਸ ਤਰ੍ਹਾਂ ਆਪਾਂ ਡਰਾਉਣੀਆਂ ਫਿਲਮਾਂ ਵੇਖ ਕੇ ਸਾਨੂੰ ਹੁੰਦਾ। ਉਸ ਤੋਂ ਅੱਗੇ ਹੈਗਾ ਵੀਭਤਸ ਰਸ, ਇਹ ਘ੍ਰਿਣਾ ਵਾਲਾ ਰਸ ਆ, ਜਿਹਦੇ ਵਿੱਚ ਮ੍ਰਿਤਕ, ਲੋਥ, ਸੜਾਂਧ, ਮਲ ਮੂਤਰ, ਹੱਡਾਂ ਰੋੜੀ, ਘਿਨਾਉਣੀਆਂ ਤੇ ਘ੍ਰਿਣਾਜਨਕ ਕੁਕਰਮਾਂ ਦਾ ਵਰਣਨ ਕੀਤਾ ਹੁੰਦਾ। ਅਦਭੁਤ ਰਸ, ਹੈਰਾਨੀ ਵਾਲਾ, ਇਹਦੇ ਵਿੱਚ ਹੈਰਾਨੀਜਨਕ ਗੱਲਾਂ, ਕਹਾਣੀਆਂ, ਵਾਰਾਂ ਔਰ ਕਵਿਤਾਵਾਂ ਹੁੰਦੀਆਂ ਨੇ। ਸ਼ਾਂਤ ਰਸ, ਜਿਵੇਂ ਕਿ ਆਨੰਦ ਸਾਹਿਬ ਦਾ ਪਾਠ, ਉਹ ਸ਼ਾਂਤ ਰਸ ਉਹਨੂੰ ਕਹਿੰਦੇ ਆ ਜਿਹੜੇ ਕਿਸੇ ਨੂੰ ਪੜ੍ਹ ਕੇ ਸਾਨੂੰ ਆਨੰਦ ਆਉਂਦਾ, ਜਾਣੀ ਕਿ ਇੱਕ ਸ਼ਾਂਤੀ ਜਿਹੀ ਮਹਿਸੂਸ ਦਿਮਾਗ ਨੂੰ ਹੁੰਦੀ ਆ, ਉਹਨੂੰ ਕਹਿੰਦੇ ਸ਼ਾਂਤ ਰਸ, ਜਿਵੇਂ ਕਿ ਆਨੰਦ ਸਾਹਿਬ ਦਾ ਪਾਠ। ਅੱਗੇ ਆ ਗਏ ਅਲੰਕਾਰ। ਕਿੰਨੀ ਤਰ੍ਹਾਂ ਦੇ ਹੁੰਦੇ ਆ ਅਲੰਕਾਰ ਜਿਹੜੇ ਨੇ, ਉਹ ਸਾਡੀ ਪੰਜਾਬੀ ਕਵਿਤਾ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਆ। ਇਹ ਇੱਕ ਤੱਤ ਆ। ਪਰਿਭਾਸ਼ਾ, ਅਲੰਕਾਰ ਸ਼ਬਦ ਦੀ ਉਤਪਤੀ ਅਲਕ ਧਾਤੂ ਤੋਂ ਹੋਈ, ਜਿਸਦਾ ਅਰਥ ਹੈ ਭੂਸ਼ਣ। ਔਰ ਅਲੰਕਾਰ ਜਿਹੜੇ ਆ 3 ਤਰ੍ਹਾਂ ਹੁੰਦੇ ਆ, ਸ਼ਬਦ ਅਲੰਕਾਰ, ਅਰਥ ਅਲੰਕਾਰ ਔਰ ਸ਼ਬਦਾਰਥ ਅਲੰਕਾਰ। ਉਸ ਤੋਂ ਅੱਗੇ ਹੈਗਾ ਉਪਮਾ ਅਲੰਕਾਰ, ਸਭ ਤੋਂ ਵੱਧ ਪ੍ਰਸਿੱਧ ਆ। ਇਹ ਕਵਿਤਾ ਦੇ ਵਿੱਚ ਅਤੇ ਕਵਿਤਾ ਤੋਂ ਬਾਹਰ ਵੀ ਹੁੰਦੇ ਆ, ਜਿਵੇਂ ਕੱਪੜਾ, ਦੁੱਧ। ਉਪਮੇਯ, ਉਪਮਾਨ, ਸਾਂਝਾ ਗੁਣ, ਵਾਚਕ ਗੁਣ। ਅੱਗੇ ਆ ਗਈ ਪਰਿਭਾਸ਼ਾ, ਪਰਿਭਾਸ਼ਾ ਤੁਸੀਂ ਖੁਦ ਕਰਨੀ ਹੈ। ਉਸ ਤੋਂ ਅੱਗੇ ਆ ਗਿਆ ਰੂਪਕ ਅਲੰਕਾਰ। ਰੂਪਕ ਅਲੰਕਾਰ ਉਪਮਾ ਅਲੰਕਾਰ ਦੇ ਨਾਲ ਆਮ ਤੌਰ ਤੇ ਮਿਲਦਾ ਜੁਲਦਾ। ਰੂਪਕ ਅਲੰਕਾਰ ਵਿੱਚ 2 ਵਸਤਾਂ ਦੀ ਤੁਲਨਾ ਕੀਤੀ ਹੁੰਦੀ ਆ। ਇਹਨਾਂ ਵਿੱਚ ਗੁਣ ਸਾਂਝਾ ਹੀ ਹੁੰਦਾ, ਬਟ 2 ਚੀਜ਼ਾਂ ਵਿੱਚ ਫਰਕ ਕੀਤਾ ਜਾਂਦਾ। ਇਹਨਾਂ ਦਾ ਇੱਕ ਹੀ ਰੂਪ ਹੁੰਦਾ। ਦ੍ਰਿਸ਼ਟਾਂਤ ਅਲੰਕਾਰ, ਦ੍ਰਿਸ਼ਟਾਂਤ ਦਾ ਅਰਥ ਹੈ ਉਦਾਹਰਨ, ਨਮੂਨਾ, ਕਿਸੇ ਚੀਜ਼ ਦੀ ਉਦਾਹਰਨ ਦੇ ਕੇ ਦੱਸਣੀ ਕਵਿਤਾ ਦੇ ਵਿੱਚ।
ਉਹਨੂੰ ਕਹਿੰਦੇ ਦ੍ਰਿਸ਼ਟਾਂਤ ਅਲੰਕਾਰ। ਇਹਦੀ ਪਰਿਭਾਸ਼ਾ ਹੈਗੀ ਆ ਕਿਸੇ ਪ੍ਰਸੰਗ ਜਾਂ ਦਾ ਪੂਰਾ ਗਿਆਨ ਹੋਣਾ ਜਾਂ ਕਰਾਉਣ ਲਈ ਕਿਸੇ ਸਮਾਨ ਗੁਣ ਵਾਲੀ ਚੀਜ਼ ਦੀ ਉਦਾਹਰਨ ਨੇ। ਜਿਵੇਂ ਉਦਾਹਰਨ ਦਿੱਤੀ ਸੀ ਉਹਨਾਂ ਨੇ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇਹਦੀ ਉਦਾਹਰਨ ਦੇ ਕੇ ਲੋਕਾਂ ਨੂੰ ਸਮਝਾਇਆ ਸੀ। ਅਤੀ ਕਥਨੀ ਅਲੰਕਾਰ, ਇਹਦੀ ਵੀ ਪਰਿਭਾਸ਼ਾ ਅਨੁਪਰਾਸ ਅਲੰਕਾਰ। ਜਿਹੜੀ ਅਤੀ ਕਥਨੀ ਹੈ ਨਾ ਉਹਦੇ ਵਿੱਚ ਇਹ ਹੁੰਦਾ ਕਿ ਕਿਸੇ ਗੱਲ ਨੂੰ ਵਧਾ ਚੜਾ ਕੇ ਦੱਸਣਾ। ਅਨੁਪਰਾਸ ਦਾ ਮਤਲਬ ਹੁੰਦਾ ਕਿ ਬਾਰ-ਬਾਰ ਇੱਕ ਹੀ ਗੱਲ ਨੂੰ ਦੁਹਰਾਉਣਾ ਕਵਿਤਾ ਦੇ ਵਿੱਚ। ਔਰ ਇਹ ਸੀਗੇ ਸਾਡੇ ਅਲੰਕਾਰ। ਇਹਦੇ ਵਿੱਚ ਜਿਹੜਾ ਹੁਣੇ ਮੈਂ ਬੋਲਿਆ ਨਾ ਅਲੰਕਾਰ ਅਤੀ ਕਥਨੀ, ਇਹਦੇ ਵਿੱਚ ਕੀ ਹੁੰਦਾ ਕਿ ਕਹਾਣੀ ਦੇ ਵਿੱਚ ਦੋ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਵਧਾ ਚੜਾ ਕੇ ਬੋਲੀ ਜਾਣਾ, ਵਧਾ ਚੜਾ ਕੇ ਉਹਨੂੰ ਲੰਬਾ ਕਰ ਦੇਣਾ ਕਵਿਤਾ ਨੂੰ। ਔਰ ਅਨੁਪਰਾਸ ਦਾ ਮਤਲਬ ਹੁੰਦਾ ਕਿ ਵਾਰ-ਵਾਰ ਇੱਕੋ ਗੱਲ ਦੁਹਰਾਈ ਜਾਣੀ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਫਿਰ ਰੂਪ, ਫਿਰ ਜਿੰਦ, ਫਿਰ ਹੋਸ਼, ਫਿਰ ਪਤ, ਫਿਰ ਬਾਰ-ਬਾਰ ਆਇਆ, ਇਸ ਕਰਕੇ ਇਹਨੂੰ ਕਹਿੰਦੇ ਅਨੁਪਰਾਸ ਅਲੰਕਾਰ। ਇੱਥੇ ਤੁਹਾਡੀ ਇਹ ਜਿਹੜਾ ਵਾ ਇਲੈਕਟਿਵ ਪੰਜਾਬੀ ਦਾ ਵੀ ਜਿਹੜਾ ਪਾਰਟ ਉਹ ਖਤਮ ਹੋ ਜਾਂਦਾ। ਓਕੇ, ਬਾਏ ਬਾਏ, ਥੈਂਕ ਯੂ।